ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਓ ਗੁਰੂ ਪਿਆਰੀ ਸਾਧ ਸੰਗਤ ਜੀ, ਆਪ ਸਭ ਸੰਗਤਾਂ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ ਜੀਵਨ ਸਾਖੀ ਰੂਪ ਦੇ ਵਿੱਚ ਸਰਵਣ ਕਰ ਰਹੇ ਹੋ। ਆਪ ਜੀ ਨੇ ਕੱਲ ਵੀ ਪ੍ਰਸੰਗ ਸਰਵਣ ਕੀਤਾ ਹੈ ਕਿ ਕਿਵੇਂ ਪਿਤਾ ਜੀ ਵੱਲੋਂ 20 ਰੁਪਏ ਦੇ ਕੇ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੂੰ ਕੋਈ ਲਾਭ ਦਾ ਸੌਦਾ ਕਰਨ ਵਾਸਤੇ ਭੇਜਿਆ ਗਿਆ। ਔਰ ਅੱਗੇ ਮਹਾਰਾਜ ਜੀ ਨੇ ਭੁੱਖੇ ਸਾਧੂਆਂ ਨੂੰ ਦੇਖਿਆ ਔਰ ਮਹਾਰਾਜ ਜੀ ਜੰਗਲ ਦੇ ਵਿੱਚ ਸਾਧੂਆਂ ਨੂੰ ਦੇਖਦੇ ਸਾਰ ਉਹਨਾਂ ਕੋਲੇ ਜਾ ਕੇ ਭਾਈ ਬਾਲਾ ਜੀ ਨੂੰ ਕਹਿਣ ਲੱਗੇ, ਭਾਈ ਬਾਲਾ ਜੀ, ਇਹ ਤੋਂ ਹੋਰ ਕੋਈ ਚੰਗਾ ਸੌਦਾ ਹੋ ਨਹੀਂ ਸਕਦਾ, ਆਪਾਂ ਸਾਧੂਆਂ ਦੀ ਸੇਵਾ ਕਰਦੇ ਹਾਂ। ਸੋ ਇਸ ਪ੍ਰਕਾਰ ਫਿਰ ਭਾਈ ਬਾਲਾ ਜੀ ਦੱਸਦੇ ਨੇ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਨੂੰ ਵੀ ਉੱਥੇ ਜਿਹੜੇ ਸਾਧੂ ਸੰਤ ਮਹਾਤਮਾ ਨੇ ਅੱਡ ਅੱਡ ਆਸਣਾਂ ਤੇ ਬਹਿ ਕੇ ਪਰਮੇਸ਼ਰ ਦੀ ਬੰਦਗੀ ਕਰਦੇ, ਕੋਈ ਖੜਾ ਤਪ ਕਰਦਾ, ਕੋਈ ਬੈਠਾ ਹੈ, ਕੋਈ ਧੁਨੀਆਂ ਤਾਪਦਾ ਹੈ, ਕੋਈ ਜਲ ਦੇ ਵਿੱਚ ਖੜਾ ਹੈ। ਸੋ ਇਹਨਾਂ ਸਾਰੇ ਸੰਤਾਂ ਦਾ ਇੱਕ ਮਹੰਤ ਸੀ ਜੋ ਕਿ ਤਪੱਸਿਆ ਦਾ ਹੀ ਰੂਪ ਸੀ। ਉਹਦੇ ਬਹੁਤ ਲੰਬੀਆਂ ਲੰਬੀਆਂ ਜਟਾਂ ਸਨ ਔਰ ਪਰਮੇਸ਼ਰ ਦਾ ਧਿਆਨ ਹਿਰਦੇ ਵਿੱਚ ਧਾਰਨ ਕਰਕੇ ਇੱਕ ਦਿਵ ਰੂਪ, ਜਿਵੇਂ ਇੱਕ ਮੂਰਤੀ ਬੈਠੀ ਹੁੰਦੀ ਹੈ, ਅੱਖਾਂ ਬੰਦ ਕਰਕੇ, ਬਿਲਕੁਲ ਕੋਈ ਹਲ ਚੱਲ ਨਹੀਂ, ਪਿੱਠ ਸਿੱਧੀ ਕਰਕੇ ਇਸ ਤਰ੍ਹਾਂ ਸਮਾਧੀ ਲਾ ਕੇ ਬੈਠੇ ਸਨ। ਸੋ ਇੱਥੋਂ ਤੱਕ ਆਪ ਜੀ ਨੇ ਕਥਾ ਸਰਵਣ ਕੀਤੀ ਹੈ। ਆਓ ਇੱਥੋਂ ਹੁਣ ਪ੍ਰੇਮ ਦੇ ਨਾਲ ਆਪਾਂ ਅਗਲੀ ਰਹਿੰਦੀ ਜੋ ਕਥਾ ਹੈ ਉਹ ਸਰਵਣ ਕਰੀਏ। ਪਾਰੀ ਜਟਾ ਮੁਕਤ ਜਹ ਸੀਸਾ। ਹੁਣ ਜਿਹੜਾ ਉਹ ਮਹੰਤ ਹੈ ਇਹਨਾਂ ਸਾਧੂਆਂ ਦਾ, ਉਹ ਮਹੰਤ ਦੇ ਜਟਾਂ ਇੰਨੀਆਂ ਲੰਬੀਆਂ ਨੇ, ਉਹਨੇ ਜਟਾਂ ਨੂੰ ਜਦੋਂ ਜੁੜੇ ਵਾਂਗੂ ਕੀਤਾ ਨਾ, ਉੱਪਰ ਜਟਾਂ ਇਕੱਠੀਆਂ ਕਰਕੇ, ਮਾਨੋ ਭਾਈ ਬਾਲਾ ਜੀ ਕਹਿੰਦੇ ਨੇ ਇਉਂ ਲੱਗਦਾ ਸੀ ਜਿਵੇਂ ਵੱਡਾ ਮੁਕਟ ਸਿਰ ਤੇ ਧਾਰਨ ਕੀਤਾ ਹੋਇਆ ਹੈ। ਬੈਠਿਓ ਹਿਰਦੈ ਭਜਤ ਜਗਦੀਸਾ। ਹਿਰਦੇ ਦੇ ਵਿੱਚ ਪਰਮੇਸ਼ਰ ਨੂੰ ਭਜ ਰਹੇ ਸਨ। ਤਿਨਹਿ ਬਿਲੋਕ ਠਾਂਡ ਹੋਏ ਰਹੇ। ਤਾਂ ਉਹਦੇ ਕੋਲੇ ਜਾ ਕੇ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਖੜੇ ਰਹੇ। ਮੁਝ ਸੋ ਅਸਬਚ ਕੋਮਲ ਕਹੇ। ਭਾਈ ਬਾਲਾ ਜੀ ਕਹਿੰਦੇ, ਮੈਨੂੰ ਕਹਿਣ ਲੱਗੇ ਗੁਰੂ ਜੀ ਕਿ ਭਾਈ ਬਾਲਾ, ਬਨਜ ਭਲੋ ਹਮ ਇਹ ਠਾ ਪਾਇਓ। ਕਿ ਭਾਈ ਇੱਥੇ ਸੌਦਾ ਕਰਨਾ ਭਲਾ ਹੈ, ਆਪਾਂ ਵਪਾਰ ਕਰਨ ਆਏ ਸੀ। ਸਾਧੂਆਂ ਦੀ ਜਿਹੜੀ ਸੇਵਾ ਦਾ ਵਪਾਰ ਹੈ, ਇਹ ਤੋਂ ਵੱਡਾ ਕੋਈ ਸੌਦਾ ਨਹੀਂ ਹੋ ਸਕਦਾ। ਕਿਆ ਕੋ ਤਜਨੋ ਮਨ ਨਹਿ ਪਾਇਓ। ਭਾਈ ਬਾਲਾ ਜੀ, ਇਹ ਸੌਦਾ ਮੇਰਾ ਛੱਡਣ ਨੂੰ ਜੀ ਨਹੀਂ ਕਰਦਾ। ਪਾਏ ਅਮੋਲ ਜੋ ਮਗ ਮਹਿ ਹੀਰਾ। ਕਹਿਣ ਲੱਗੇ, ਜਿਸ ਪ੍ਰਕਾਰ ਕਿਸੇ ਨੂੰ ਰਾਹ ਜਾਂਦੇ ਨੂੰ ਭਾਵੇਂ ਵਪਾਰ ਕਰਨ ਜਾਂਦਾ ਹੋਵੇ, ਉਹਨੂੰ ਰਸਤੇ ਦੇ ਵਿੱਚ ਹੀਰਾ ਲੱਭ ਜਾਵੇ ਔਰ ਉਹ ਹੀਰੇ ਦੀ ਸੰਭਾਲ ਕਰੇਗਾ, ਨਾ ਕਿ ਪਟਕਨ ਬਨ ਜਹ ਜੇ ਮਤ ਤੀਰਾ। ਉਹ ਫਿਰ ਸਿੱਸੇ ਦਾ ਵਪਾਰ ਨਹੀਂ ਕਰਨ ਜਾਵੇਗਾ, ਉਹ ਤਾਂ ਹੀਰੇ ਦਾ ਵਪਾਰ ਕਰੇਗਾ, ਕਿਉਂਕਿ ਉਹਨੂੰ ਹੀਰਾ ਜੋ ਲੱਭ ਗਿਆ ਹੈ। ਖੋਜਤ ਮਧੂ ਪਯੂਖ ਕਰ ਆਈ। ਹੁਣ ਦੂਜੀ ਉਦਾਹਰਨ ਦਿੰਦੇ ਨੇ ਕਿ ਜਿਸ ਪ੍ਰਕਾਰ ਕਿ ਕੋਈ ਸਾਹਿਤ ਦੀ ਖੋਜ ਵਿੱਚ ਜਾਵੇ ਤੇ ਉਹਨੂੰ ਅੰਮ੍ਰਿਤ ਪ੍ਰਾਪਤ ਹੋ ਜਾਵੇ, ਉਹ ਤਾਂ ਵੱਡੇ ਭਾਗਾਂ ਵਾਲਾ ਹੁੰਦਾ ਹੈ। ਜੋ ਜਾਣ ਹੈ ਨਿਜ ਭਾਗ ਭਲਾਈ। ਹਾਂ, ਉਹਦੇ ਮਨ ਨੂੰ ਬਹੁਤ ਹੀ ਭਾਗ ਚੰਗੇ ਨੇ, ਭਾਗ ਹੀ ਖੁੱਲ ਗਏ ਉਸ ਦੇ। ਹਰ ਪਿਤਾ ਕੀ ਆਗਿਆ ਜੋ। ਹਾਂ, ਹੁਣ ਕਹਿਣ ਲੱਗੇ, ਇਹ ਭਾਈ ਬਾਲਾ ਜੀ, ਪਿਤਾ ਜੀ ਦੀ ਵੀ ਆਗਿਆ ਇਹੀ ਹੈ ਕਿ ਲਾਭ ਦਾ ਸੌਦਾ ਕਰਨਾ ਹੈ। ਭਲੋ ਬਨਜ ਕਰਨੇ ਕੀ ਸੋ। ਪਿਤਾ ਜੀ ਨੇ ਕਿਹਾ ਕੋਈ ਲਾਭ ਦਾ ਸੌਦਾ ਕਰਕੇ ਆਇਓ, ਘਾਟਾ ਨਹੀਂ ਖਾ ਕੇ ਆਉਣਾ। ਇਸ ਕਰਕੇ ਭਾਈ ਬਾਲਾ, ਯਾਦੇ ਬਨਜ ਲਾਭ ਦਾ ਆਰਨ। ਭਾਈ ਇਹ ਤੋਂ ਹੋਰ ਕੋਈ ਮੈਨੂੰ ਕੋਈ ਲਾਭਦਾਇਕ ਸੌਦਾ ਨਹੀਂ ਲੱਭਦਾ। ਸਾਧੂਆਂ ਦੀ ਸੰਤਾਂ ਦੀ ਸੇਵਾ ਤੋਂ ਵੱਡਾ ਮੈਨੂੰ ਕੋਈ ਹੋਰ ਸੌਦਾ ਨਹੀਂ ਨਜ਼ਰ ਆ ਰਿਹਾ। ਫਿਰ ਦੇਖੋ ਜੇ ਸਭ ਹੀ ਠਾਰਨ। ਭਾਈ ਬਾਲਾ ਜੀ, ਬੇਸ਼ੱਕ ਆਪਾਂ ਸਾਰੇ ਸ਼ਹਿਰਾਂ ਨਗਰਾਂ ਵਿੱਚ ਫਿਰ ਕੇ ਦੇਖ ਲਈਏ, ਇਹੋ ਜਿਹਾ ਵਣਜ ਨਹੀਂ, ਵਪਾਰ ਨਹੀਂ ਲੱਭਣਾ ਕੋਈ। ਸਾਧੂਆਂ ਸੰਤਾਂ ਦੀ ਸੇਵਾ ਦਾ ਇਹ ਤੋਂ ਵੱਡਾ ਕੋਈ ਹੋਰ ਵਪਾਰ ਨਹੀਂ ਹੈ, ਵਣਜ ਨਹੀਂ ਹੈ, ਲਾਭ ਦਾ ਸੌਦਾ ਨਹੀਂ ਹੈ। ਇਹ ਰਜਤ ਪਨ ਇਨਹਿ ਚੜਾਵਹਿ। ਭਾਈ ਬਾਲਾ ਜੀ,
ਮੇਰਾ ਜੀ ਕਰਦਾ ਮੈਂ ਇਹ 20 ਰੁਪਏ ਇਹਨਾਂ ਸਾਧੂਆਂ ਨੂੰ ਭੇਟਾ ਕਰ ਦਵਾਂ। ਆਸਨ ਬਸਨ ਤੇ ਲੈ ਸੁਖ ਪਾਵਹਿ। ਕਹਿਣ ਲੱਗੇ ਦੇਖੋ ਨਾ ਭਾਈ ਬਾਲਾ ਕਿਤਨੀ ਠੰਡ ਹੈ। ਇਹ ਸਾਧੂ ਜਿਹੜੇ ਨੇ ਇਹ ਬਸਤਰ ਤੋਂ ਹੀਣੇ ਹਨ, ਇਹਨਾਂ ਦੇ ਤਨ ਤੇ ਬਸਤਰ ਨਹੀਂ ਹਨ, ਔਰ ਇਉਂ ਜਾਪਦਾ ਵੀ ਭੁੱਖੇ ਵੀ ਕਈ ਦਿਨਾਂ ਦੇ ਨੇ। ਸੋ ਇਸ ਕਰਕੇ ਕੁਝ ਬਸਤਰ ਖਰੀਦ ਲੈਣਗੇ, ਕੁਝ ਅੰਨ ਪਾਣੀ ਛਕ ਲੈਣਗੇ। ਇਹ ਸਾਧੂ ਦੀ ਸੇਵਾ ਦੇ ਵਿੱਚ ਆਪਾਂ 20 ਰੁਪਏ ਲਾ ਦਿੰਦੇ ਹਾਂ। ਆਸ ਸੁਨ ਕਰ ਬਚ ਬੇਦੀ ਬਰ ਕੇ। ਭਾਈ ਬਾਲਾ ਜੀ ਕਹਿਣ ਲੱਗੇ ਗੁਰੂ ਅੰਗਦ ਦੇਵ ਜੀ ਨੂੰ, ਮਹਾਰਾਜ ਜੀ ਇਸ ਪ੍ਰਕਾਰ ਜਦੋਂ ਮੈਂ ਬਚਨ ਸੁਣੇ, ਬੇਦੀ ਕੁਲ ਦੇ ਭਾਵ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸੁਣੇ ਨਾ, ਉਸ ਵੇਲੇ ਮੈਂ ਬੋਲਿਓ ਕਾਲੂ ਦਿਸ਼ ਡਰ ਕੇ। ਮੈਂ ਮਨ ਵਿੱਚ ਮਹਿਤਾ ਕਾਲੂ ਜੀ ਦਾ ਡਰ ਧਾਰਨ ਕਰਕੇ ਬੋਲਿਆ। ਬਨ ਕਨ ਜਿਉ ਬਨ ਜਨ ਧਨ ਹੇਤੂ। ਤਾਂ ਇਸ ਪ੍ਰਕਾਰ ਕਹਿਣ ਲੱਗੇ, ਹੇ ਗੁਰੂ ਜੀ ਕਿ ਆਪਾਂ ਨੂੰ ਪਿਤਾ ਜੀ ਨੇ ਵਣਜ ਵਪਾਰ ਕਰਨ ਵਾਸਤੇ ਪੈਸੇ ਦਿੱਤੇ ਨੇ, ਤੇ ਉਹਨਾਂ ਨੇ ਪੈਸੇ ਆਪਾਂ ਨੂੰ ਵਪਾਰ ਕਰਨ ਵਾਸਤੇ ਦਿੱਤੇ ਨੇ, ਸਾਧੂਆਂ ਨੂੰ ਦੇਣ ਵਾਸਤੇ ਨਹੀਂ ਦਿੱਤੇ। ਤੁਮ ਕੋ ਭੇਜਿਓ ਕਿਰਪਾ ਨਿਕੇਤੂ। ਤੁਹਾਡੇ ਪਿਤਾ ਜੀ ਨੇ ਵਣਜ ਵਪਾਰ ਕਰਨ ਵਾਸਤੇ ਭੇਜਿਆ ਹੈ। ਹੁਣ ਤੁਮ ਜਨ ਕਹਿ ਕਠਨ ਸੁਭਾਉ। ਕਿ ਹੇ ਗੁਰੂ ਜੀ ਆਪ ਜੀ ਨੂੰ ਪਤਾ ਹੀ ਹੈ ਮਹਿਤਾ ਕਾਲੂ ਜੀ ਦਾ ਸੁਭਾਅ ਜਿਹੜਾ ਹੈ ਬਹੁਤ ਕਠੋਰ ਹੈ, ਬਹੁਤ ਗੁੱਸਾ ਕਰਨਗੇ। ਜੇ ਆਪਾਂ 20 ਰੁਪਏ ਇਸੇ ਤਰ੍ਹਾਂ ਸਾਧੂਆਂ ਨੂੰ ਭੇਟਾ ਕਰਕੇ ਚਲੇ ਗਏ ਘਰ ਬਿਨਾਂ ਕੋਈ ਵਪਾਰ ਕਰੇ ਤਾਂ ਪਿਤਾ ਜੀ ਤਾਂ ਬਹੁਤ ਗੁੱਸਾ ਹੋਣਗੇ। ਇਹ ਗੱਲ ਨੂੰ ਮਨ ਵਿੱਚ ਵਿਚਾਰ ਲਵੋ। ਕਨਹੁ ਆਪ ਮੁਝ ਦੋਸ਼ ਨ ਕਾਉ। ਦੇਖੋ ਭਾਈ ਬਾਲਾ ਜੀ ਕਹਿਣ ਲੱਗੇ ਜੀ ਵਿਚਾਰ ਲੋ, ਇਸ ਗੱਲ ਨੂੰ ਸੋਚ ਸਮਝ ਕੇ ਵਿਚਾਰ ਕੇ ਕੋਈ ਫੈਸਲਾ ਲੈਣਾ। ਪਿਤਾ ਪੁੱਤਰ ਕਰ ਲਿਹੋ ਨਿਬੇਰੋ। ਫਿਰ ਦੇਖੋ ਜੀ ਮੈਂ ਤਾਂ ਦਾਸ ਹਾਂ। ਭਾਈ ਬਾਲਾ ਕਹਿਣ ਲੱਗਿਆ ਮੈਂ ਤਾਂ ਨੌਕਰ ਆਦਮੀ ਹਾਂ, ਮੈਂ ਤਾਂ ਦਾਸ ਹਾਂ। ਫਿਰ ਮਹਿਤਾ ਕਾਲੂ ਜੀ ਜੇ ਕੋਈ ਗੱਲਬਾਤ ਪੁੱਛਣਗੇ ਤੁਸੀਂ ਆਪਣੇ ਪਿਤਾ ਦੇ ਨਾਲ ਤੁਸੀਂ ਖੁਦ ਹੀ ਗੱਲਬਾਤ ਕਰਨਾ। ਫਿਰ ਇਸ ਤਰ੍ਹਾਂ ਭਾਈ ਬਾਲਾ ਜੀ ਲੱਗਿਆ ਕਹਿਣ, ਮੈਂ ਹੋ ਦਾਸ ਨ ਕਰਹਿ ਸੁਚੇਰੋ। ਤਾਂ ਇਸ ਕਰਕੇ ਮੈਂ ਤਾਂ ਨੌਕਰ ਹਾਂ, ਮੈਂ ਤਾਂ ਦਾਸ ਹਾਂ। ਭਾਈ ਬਾਲਾ ਜੀ ਕਹਿਣ ਲੱਗਿਆ ਨਾ ਤਾਂ ਮੈਂ ਤੁਹਾਡੇ ਪਿਤਾ ਨਾਲ ਝਗੜਾ ਕਰ ਸਕਦਾ, ਨਾ ਮੈਂ ਆਪ ਜੀ ਦਾ ਕਹਿਣਾ ਮੋੜ ਸਕਦਾ, ਤੇ ਨਾ ਮੈਂ ਤੁਹਾਡੇ ਪਿਤਾ ਜੀ ਦਾ ਕੋਈ ਗੱਲਬਾਤ ਕਰ ਸਕਦਾ, ਚਲਾਕੀ ਨਹੀਂ ਕਰ ਸਕਦਾ, ਝੂਠ ਨਹੀਂ ਬੋਲ ਸਕਦਾ। ਇਸ ਕਰਕੇ ਜਦੋਂ ਮਹਿਤਾ ਕਾਲੂ ਜੀ ਕੋਈ ਗੱਲਬਾਤ ਪੁੱਛਣਗੇ ਵੀ 20 ਰੁਪਏ ਕਿੱਧਰ ਗਏ, ਫਿਰ ਇਸ ਗੱਲ ਦਾ ਤੁਸੀਂ ਹੀ ਜਵਾਬ ਦੇਣਾ। ਜਿਉ ਮਨ ਆਈ ਕਰੋ ਤਿਉ ਕਾਰਾ। ਭਾਈ ਬਾਲਾ ਜੀ ਕਹਿਣ ਲੱਗਿਆ, ਹੇ ਗੁਰੂ ਜੀ ਮੈਂ ਤਾਂ ਨੌਕਰ ਹਾਂ, ਮੇਰੀ ਕੋਈ ਮਰਜ਼ੀ ਨਹੀਂ ਹੈ, ਜਿਵੇਂ ਤੁਹਾਡੇ ਮਨ ਵਿੱਚ ਆਉਂਦੀ ਹੈ ਉਸੇ ਤਰ੍ਹਾਂ ਕਰੋ। ਮੈਂ ਤਾਂ ਦਾਸ ਹਾਂ ਆਪ ਜੀ ਦਾ। ਹਾਂ ਤਾਂ ਨਿਤਰਾ ਬਰੇ ਅਨੁਸਾਰ। ਮਹਾਰਾਜ ਜੀ ਮੇਰੀ ਤਾਂ ਕੋਈ ਮਰਜ਼ੀ ਨਹੀਂ ਹੈ, ਮੈਂ ਤਾਂ ਸਦਾ ਹੀ ਆਪ ਦਾ ਦਾਸ ਹਾਂ। ਜਿਵੇਂ ਆਪ ਜੀ ਦੇ ਦਿਨ ਕਹਿੰਦੇ ਹੋ ਮੈਂ ਦਿਨ ਕਹਿ ਦਿੰਦਾ, ਜੇ ਰਾਤ ਕਹਿੰਦੇ ਹੋ ਮੈਂ ਰਾਤ ਕਹਿ ਦਿੰਦਾ। ਮੇਰਾ ਤਾਂ ਜੀਵਨ ਹੀ ਤੁਹਾਡੇ ਅਨੁਸਾਰ ਹੈ। ਹੇ ਗੁਰੂ ਜੀ ਮੈਂ ਤਾਂ ਜੀਵਨ ਤੁਹਾਡੇ ਤੇ ਨਿਸ਼ਾਵਰ ਕੀਤਾ ਹੈ, ਤੁਹਾਡਾ ਦਾਸ ਹਾਂ, ਜਿਵੇਂ ਆਪ ਜੀ ਹੁਕਮ ਕਰੋਗੇ। ਜਬੇ ਬਾਲਕਨ ਮਾਹੀ। ਹੁਣ ਭਾਈ ਬਾਲਾ ਜੀ ਕਹਿਣ ਲੱਗਿਆ, ਮੈਂ ਗੁਰੂ ਜੀ ਨੂੰ ਕਿਹਾ ਕਿ ਹੇ ਗੁਰੂ ਜੀ ਮੈਂ ਤਾਂ ਛੋਟੀ ਉਮਰ ਤੋਂ ਆਪਾਂ ਬਚਪਨ ਦੇ ਦੋਸਤ ਹਾਂ। 3 ਸਾਲ ਦਾ ਫਰਕ ਸੀ ਭਾਈ ਬਾਲਾ ਜੀ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ, 3 ਸਾਲ ਵੱਡੇ ਸਨ ਮਹਾਰਾਜ। ਕਹਿਣ ਲੱਗਿਆ ਭਾਈ ਬਾਲਾ ਜੀ ਕਿ ਬਚਪਨ ਵਿੱਚ ਵੀ ਜਦੋਂ ਆਪਾਂ ਖੇਡਾਂ ਖੇਡਦੇ ਸੀ ਤਬ ਹੀ ਸੰਗਤ ਜਿਉ ਮੈਂ ਨਾਹੀ। ਉਸ ਵੇਲੇ ਵੀ ਭਾਈ ਬਾਲਾ ਜੀ ਕਹਿੰਦਾ ਮੈਂ ਤਾਂ ਮਹਾਰਾਜ ਜੀ ਆਪ ਜੀ ਦਾ ਕਦੇ ਸੰਗ ਨਹੀਂ ਛੱਡਿਆ, ਮੈਂ ਤਾਂ ਹਮੇਸ਼ਾ ਆਪ ਜੀ ਦੇ ਨਾਲ ਹੀ ਰਿਹਾ ਹਾਂ। ਜਿਉ ਜਿਉ ਮੁਝ ਕੋ ਦੇਤ ਰਜਾਈ। ਜਿਵੇਂ ਜਿਵੇਂ ਤੁਸੀਂ ਹੁਕਮ ਕਰਦੇ ਆਏ ਮੈਂ ਉਸੇ ਤਰ੍ਹਾਂ ਮੰਨਦਾ ਆਂਦਾ ਹਾਂ। ਤਿਉ ਤਿਉ ਕਰਾਂ ਸਦਾ ਸੁਖ ਪਾਈ। ਉਵੇਂ ਹੀ ਮੈਂ ਕਰਦਾ ਮਹਾਰਾਜ ਜੀ ਸੁੱਖਾਂ ਦੇ ਦਾਤੇ। ਕਰਨੋ ਚਿਤ ਕਰੀਏ ਗੁਣ ਉਰ ਮੈਂ। ਹੁਣ ਜਿਵੇਂ ਤੁਹਾਡੇ ਮਨ ਵਿੱਚ ਆਉਂਦੀ ਹੈ ਉਸੇ ਤਰ੍ਹਾਂ ਕਰੋ। ਹਸ ਕਹਿ ਮੈਂ ਦੀਨੋ ਧਨ ਕਰ ਮੈਂ। ਤਾਂ ਇਸ ਪ੍ਰਕਾਰ ਭਾਈ ਬਾਲਾ ਜੀ ਨੇ ਉਹ ਇੱਕ ਇੱਕ ਆਨਿਆਂ ਦੀ ਜਿਹੜੀ 20 ਰੁਪਇਆਂ ਦੀ ਥੈਲੀ ਸੀ ਉਹ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਹੱਥ ਤੇ ਰੱਖ ਦਿੱਤੀ। ਭਾਈ ਬਾਲਾ ਜੀ ਕਹਿਣ ਲੱਗਿਆ ਮਹਾਰਾਜ ਜੀ ਤੁਸੀਂ ਜਾਣੋ, ਜਿਵੇਂ ਤੁਹਾਨੂੰ ਠੀਕ ਲੱਗਦਾ ਕਰ ਲਵੋ। ਕਰ ਮਹਿਲਿਆ ਕਾਰ ਕਿਕ ਤਬ ਹੀ। ਤਾਂ ਉਸੇ ਵੇਲੇ ਭਾਈ ਬਾਲਾ ਜੀ ਕਹਿਣ ਲੱਗੇ, ਹੇ ਗੁਰੂ ਅੰਗਦ ਦੇਵ ਜੀ, ਗੁਰੂ ਨਾਨਕ ਦੇਵ ਜੀ ਨੂੰ ਜਦੋਂ ਮੈਂ ਥੈਲੀ ਫੜਾਈ ਸੀ ਨਾ ਤਾਂ ਮਹਾਰਾਜ ਜੀ ਨੇ ਆਪਣੇ ਹੱਥ ਵਿੱਚ ਫੜ ਲਈ। ਗਏ
ਮਹੰਤ ਸੰਤ ਜਹ ਸਭ ਹੀ। ਹੁਣ ਉੱਥੇ ਪਹੁੰਚ ਗਏ ਜਿੱਥੇ ਸਾਧੂਆਂ ਦਾ ਵੱਡਾ ਮਹੰਤ ਬੈਠਾ ਸੀ। ਹਰ ਬੰਧਨ ਤਿਨ ਕੇ ਦਿੜ ਬੈਸੇ। ਹਾਂ, ਮਹਾਰਾਜ ਜੀ ਨੇ ਸੰਤਾਂ ਨੂੰ ਨਮਸਕਾਰ ਕੀਤੀ। ਭਾਈ ਬਾਲਾ ਜੀ ਕਹਿੰਦੇ ਅਸੀਂ ਸੰਤਾਂ ਨੂੰ ਨਮਸਕਾਰ ਕਰਕੇ ਉਹਨਾਂ ਦੇ ਕੋਲੇ ਬੈਠ ਗਏ। ਪੰਜ ਨਿਕਟ ਰਘੂਤਮ ਜੈਸੇ। ਇਸ ਤਰ੍ਹਾਂ ਸੋਭ ਰਹੇ ਹਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਬੈਠੇ ਜਿਵੇਂ ਅਗਸਤ ਮੁਨੀ ਜੀ ਦੇ ਨੇੜੇ ਸ੍ਰੀ ਰਾਮਚੰਦਰ ਜੀ ਬੈਠੇ ਸੋਭਾ ਪਾ ਰਹੇ ਸਨ। ਇਸ ਪ੍ਰਕਾਰ ਇਹ ਜਿਹੜਾ ਸਾਧੂਆਂ ਦਾ ਮਹੰਤ ਹੈ ਇਹਦੇ ਕੋਲੇ ਗੁਰੂ ਨਾਨਕ ਦੇਵ ਜੀ ਬੈਠੇ ਸੋਭਾ ਪਾ ਰਹੇ ਹਨ। ਮ੍ਰਿਦੁਲ ਮਦਰ ਕਰਨਾ ਸੰਗ ਸਾਨੀ। ਇਸ ਪ੍ਰਕਾਰ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਆਪਣੇ ਮਿੱਠੀ ਆਵਾਜ਼ ਵਿੱਚ ਬੋਲੇ ਪਰਮ ਮਨੋਹਰ ਬਾਣੀ। ਬੜੀ ਮਿੱਠੀ ਬਾਣੀ ਬੋਲੇ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਬਹੁਤ ਮਿੱਠੇ ਲਹਿਜੇ ਵਿੱਚ ਬੋਲੇ। ਨਗਨ ਅੰਗ ਦਿਨ ਰੈਣ ਬਿਤਾਵਤ। ਕਹਿਣ ਲੱਗੇ ਮਹਾਰਾਜ ਜੀ, ਹੇ ਸੰਤ ਜੀ, ਆਪ ਜਿਨੇ ਸਾਧੂ ਮਹਾਤਮਾ ਹੋ ਸਾਰੇ ਵਸਤਰਾਂ ਤੋਂ ਬਿਨਾ ਹੋ, ਸਰੀਰ ਤੇ ਕੋਈ ਵਸਤਰ ਨਹੀਂ ਪਾਇਆ ਹੋਇਆ। ਠੰਡ ਬਹੁਤ ਹੈ, ਇੰਨਾ ਸਰੀਰ ਨੂੰ ਕਸ਼ਟ ਕਿਉਂ ਦੇ ਰਹੇ ਹੋ? ਤੇ ਸਰੀਰ ਤੇ ਕੋਈ ਵਸਤਰ ਵੀ ਧਾਰਨ ਕਰਕੇ ਪਰਮੇਸ਼ਰ ਦਾ ਨਾਮ ਲਿੱਤਾ ਜਾ ਸਕਦਾ ਹੈ। ਪਹਿਰਤ ਨਹੀਂ ਕਿ ਹਾਥ ਨ ਆਵਤ। ਹਾਂ, ਮਹਾਰਾਜ ਜੀ ਬਹੁਤ ਮਿੱਠੇ ਲਹਿਜੇ ਵਿੱਚ ਕਹਿਣ ਲੱਗੇ, ਹੇ ਮਹੰਤ ਜੀ, ਮੈਂ ਦੇਖ ਰਿਹਾ ਵੀ ਕਿਸੇ ਵੀ ਸਾਧੂ ਦੇ ਤਨ ਤੇ ਕੋਈ ਕੱਪੜਾ ਨਹੀਂ ਹੈ। ਆਪ ਸਾਧੂ ਮਹਾਤਮਾ ਕੱਪੜੇ ਪਾਉਂਦੇ ਹੀ ਨਹੀਂ, ਜਾਂ ਇੱਥੇ ਜੰਗਲ ਵਿੱਚ ਬੈਠੇ ਤਪ ਕਰਦਿਆਂ ਨੂੰ ਕੋਈ ਹੱਥ ਹੀ ਨਹੀਂ ਆਉਂਦਾ ਕੱਪੜਾ। ਭਾਵ ਕਿ ਤੁਸੀਂ ਜਾਣ ਬੁੱਝ ਕੇ ਨਹੀਂ ਪਾਉਂਦੇ ਜਾਂ ਕਿਸੇ ਪਾਸੋਂ ਪ੍ਰਾਪਤ ਨਹੀਂ ਹੋਇਆ ਤਾਂ ਨਹੀਂ ਕੱਪੜੇ ਪਾਉਂਦੇ। ਤਾਂ ਇਸ ਤਰ੍ਹਾਂ ਮਹਾਰਾਜ ਜੀ ਨੇ ਬਹੁਤ ਮਿੱਠੇ ਲਹਿਜੇ ਦੇ ਵਿੱਚ ਮਹੰਤ ਕੋਲੇ ਜਾ ਕੇ ਬੈਠ ਕੇ ਗੱਲ ਚਲਾਈ। ਇਸ ਰਿਤ ਮਹਿ ਤਨ ਸੀਤ ਸੰਤਾਵਤ। ਮਹਾਰਾਜ ਕਹਿਣ ਲੱਗੇ, ਬਹੁਤ ਠੰਡ ਦੀ ਰੁੱਤ ਹੈ, ਠੰਡ ਦਾ ਮੌਸਮ ਹੈ। ਬਹਰੋ ਬਰਖਾ ਉਸਨ ਤਪਾਵਤ। ਤੁਸੀਂ ਇਸੇ ਪ੍ਰਕਾਰ ਬਿਨਾਂ ਵਸਤਰਾਂ ਤੋਂ ਕੱਪੜੇ ਨੰਗੇ ਪਿੰਡੇ ਤੇ ਬਰਸਾਤਾਂ ਵੀ ਸਹਿੰਦੇ ਹੋ, ਗਰਮੀ ਵੀ ਸਹਿੰਦੇ ਹੋ, ਹੁਣ ਠੰਡ ਦੀ ਮੌਸਮ ਵੀ ਸਹਿ ਰਹੇ ਹੋ। ਅਚਬਹੁ ਅਸਨ ਕੇ ਰਹੋ ਅਨਸਨਾ। ਹੈ ਸੰਤ ਜੀ, ਇੱਥੇ ਜੰਗਲ ਦੇ ਵਿੱਚ ਕੋਈ ਭੋਜਨ ਵੀ ਪ੍ਰਾਪਤ ਹੋ ਜਾਂਦਾ ਹੈ ਜਾਂ ਇਸੇ ਤਰ੍ਹਾਂ ਭੁੱਖਣ ਭਾਣੇ ਰਹਿੰਦੇ ਹੋ? ਦੇਤ ਖੇਦ ਤਨ ਜਿਉ ਬਿਨ ਬਸਨਾ। ਬਿਨਾਂ ਕੱਪੜੇ ਤੋਂ, ਬਿਨਾਂ ਅੰਨ ਪਾਣੀ ਤੋਂ ਇਹਨਾਂ ਸਰੀਰ ਨੂੰ ਕਸ਼ਟ ਕਿਉਂ ਦੇ ਰਹੇ ਹੋ? ਪ੍ਰਭਾਵਾਨ ਸੁੰਦਰ ਸਰਬੰਗਾ। ਤਾਂ ਮਹਾਰਾਜ ਕਹਿਣ ਲੱਗੇ, ਦੇਖਣ ਦੇ ਵਿੱਚ ਤਾਂ ਸਾਰੇ ਦੇ ਅੰਗ ਸੋਹਣੇ ਨੇ, ਪੂਰਾ ਸਰੀਰ ਹੈ, ਸੁੰਦਰ ਸਰੂਪ ਹਨ, ਸਾਰੇ ਸਰੀਰ ਸੁੰਦਰ ਹਨ ਸਾਰਿਆਂ ਦੇ। ਭਸਮ ਸੰਗ ਸੋ ਕੀਨ ਕੁਰੰਗਾ। ਪਰ ਹੇ ਸੰਤ ਜੀ, ਤੁਸੀਂ ਸਾਰਿਆਂ ਨੇ ਭਸਮ ਮਲ ਕੇ ਮੂੰਹ ਸਿਰ ਦੇ ਵਿੱਚ ਭਸਮ ਪਾ, ਸਾਰੇ ਪਿੰਡੇ ਨੂੰ ਭਸਮ ਮਲ ਕੇ ਇਸ ਤਰ੍ਹਾਂ ਦਾ ਇੱਕ ਰੂਪ ਸਰੀਰ ਕਿਉਂ ਬਣਾ ਰੱਖਿਆ ਹੈ? ਸੰਤ ਰੂਪ ਮਤ ਭਲੋ ਯੁਤੰਗਾ। ਮਹਾਰਾਜ ਕਹਿਣ ਲੱਗੇ, ਸੰਤ ਸਾਧੂਆਂ ਦਾ ਰੂਪ ਤਾਂ ਬੜਾ ਚੰਗਾ ਉੱਚਾ ਸਿਧਾਂਤ ਹੈ ਸਾਧੂ ਦਾ। ਤਾਂ ਉੱਤਰ ਦੀਜੈ ਸੰਗ ਉਮੰਗਾ। ਮਹਾਰਾਜ ਜੀ ਕਹਿਣ ਲੱਗੇ, ਹੇ ਸੰਤ ਜੀ, ਮੇਰੀ ਗੱਲ ਦਾ ਜਵਾਬ ਦਿਓ, ਮੈਨੂੰ ਉੱਤਰ ਦਿਓ ਕਿ ਆਪ ਸਾਧੂਆਂ ਦਾ ਸਰੂਪ ਬੜਾ ਸੁੰਦਰ ਹੈ, ਸਾਧੂ ਮਤ ਬੜਾ ਸਿਧਾਂਤ ਉੱਚਾ ਸੁੱਚਾ ਹੈ, ਤੁਹਾਡੇ ਸਰੀਰ ਚੰਗੇ ਭਲੇ ਨੇ, ਇਸ ਤਰ੍ਹਾਂ ਭਸਮ ਲਾ ਕੇ ਸਿਰ ਮੂੰਹ ਇੱਕ ਸਾਰਾ ਇੱਕ ਕਿਉਂ ਕੀਤਾ ਤੁਸੀਂ? ਇਸ ਤਰ੍ਹਾਂ ਸਰੀਰ ਤੇ ਕੋਈ ਕੱਪੜਾ ਨਹੀਂ ਧਾਰਨ ਕੀਤਾ, ਠੰਡ ਬਰਸਾਤਾਂ ਤੇ ਗਰਮੀ ਦੀ ਇਸ ਤਰ੍ਹਾਂ ਹੀ ਸਹਿੰਦੇ ਹੋ, ਜੰਗਲ 'ਚ ਬੈਠ ਕੇ ਇੰਨਾ ਭਾਰੀ ਤਪ ਕਰ ਰਹੇ ਹੋ। ਤਾਂ ਜਦੋਂ ਮਹੰਤ ਨੂੰ ਇਸ ਤਰ੍ਹਾਂ ਸਵਾਲ ਪੁੱਛਿਆ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ, ਰਿਖੀ ਕੇਸ਼ ਸੁਨ ਬੋਲਿਓ ਬਾਣੀ। ਉਹ ਜਿਹੜੇ ਸਾਧੂਆਂ ਦਾ ਮਹੰਤ ਸੀ, ਉਹ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਮੁਖਾਰਬਿੰਦ ਤੋਂ ਬਚਨ ਸੁਣ ਕੇ ਫਿਰ ਬੋਲਿਆ। ਮੁਕਤ ਜੋ ਮਾਰਗ ਤਾਰਸ ਸਾਨੀ। ਕਹਿਣ ਲੱਗੇ, ਇਹ ਬਾਲਕ ਜਿਸ ਨੂੰ ਮੁਕਤੀ ਦਾ ਮਾਰਗ ਮਿਲਿਆ ਹੈ, ਸਾਧ ਵੇਖ ਜਿਨ ਧਰਿਓ ਸਰੀਰਾ। ਭਾਈ ਜਿਸ ਨੇ ਸਾਧੂਆਂ ਦਾ ਵੇਸ ਸਰੀਰ ਤੇ ਧਾਰਨ ਕਰ ਲਿਆ ਹੈ, ਤਾਂ ਕੋ ਚਾਹੀਅਤ ਸੰਜਮ ਚੀਰਾ। ਉਹਨੂੰ ਥੋੜਾ ਸੰਜਮ ਦੇ ਵਿੱਚ ਹੀ ਰਹਿਣਾ ਪੈਂਦਾ ਹੈ। ਮਹੰਤ ਕਹਿੰਦੇ, ਜਿਨ੍ਹਾਂ ਨੂੰ ਮੁਕਤੀ ਦੀ ਇੱਛਾ ਹੈ, ਸਾਧੂਆਂ ਦਾ ਵੇਸ ਧਾਰਨ ਕੀਤਾ ਹੈ, ਉਹਨਾਂ ਨੂੰ ਸੰਜਮ ਦੇ ਵਿੱਚ ਹੀ ਰਹਿਣਾ ਪੈਂਦਾ ਹੈ। ਭਾਵ ਕਿ ਉਹਨਾਂ ਨੂੰ ਬਹੁਤੇ ਦੁਨਿਆਵੀ ਦਿਖਾਵੇ
ਦੁਨਿਆਵੀ ਖਾਣਿਆਂ ਦੀ ਰਸਕਸ, ਰੰਗ ਬਿਰੰਗੇ ਲੀੜੇ ਔਰ ਬਹੁਤੇ ਜਿਹੜੇ ਸਰੀਰ ਨੂੰ ਮੁਸਕਾਂ ਮਾਸਕਾਂ ਜੀਆਂ ਲਾ ਕੇ, ਖੁਸ਼ਬੂਆਂ ਲਾ ਕੇ ਬਕਾਰ ਪੈਦਾ ਕਰਨਾ, ਇਹ ਨਹੀਂ ਕਹਿੰਦੇ ਚੰਗਾ ਲੱਗਦਾ। ਸਾਧੂ ਵੇਸ਼ ਧਾਰਿਆ ਹੈ, ਸਾਧੂ ਵੇਸ਼ ਦੇ ਵਿੱਚ ਸੰਜਮ 'ਚ ਹੀ ਰਹਿਣਾ ਉਚਿਤ ਰਹਿੰਦਾ ਹੈ। ਬਾਹਰ ਸੁਨੋ ਭੋਜਨ ਕੀ ਰੀਤੀ। ਫਿਰ ਕਹਿਣ ਲੱਗੇ, ਹੁਣ ਗੱਲ ਸੁਣੋ, ਤੁਸੀਂ ਪੁੱਛਿਆ ਵੀ ਭੋਜਨ ਪ੍ਰਾਪਤ ਹੋ ਜਾਂਦਾ ਹੈ ਕਿ ਨਹੀਂ ਪ੍ਰਾਪਤ ਹੋ ਜਾਂਦਾ। ਜੇ ਹਮ ਜਾਚ ਹੈ ਹੋਤ ਅਨੀਤੀ। ਤਾਂ ਕਹਿਣ ਲੱਗੇ, ਜੇਕਰ ਅਸੀਂ ਗੱਲ ਕਰੀਏ ਤਾਂ ਗੱਲ ਹੋਰ ਹੀ ਬਣਦੀ ਹੈ। ਸਿੰਘਾਸਨ ਸੰਤੋਖ ਸੁਹਾਵਾ। ਦੇਖੋ ਬਾਲਕ, ਇਸ ਤਰ੍ਹਾਂ ਅਜੇ ਸਾਧੂਆਂ ਨੂੰ ਪਤਾ ਨਹੀਂ ਕੌਣ ਨੇ। ਸੰਤ ਬੋਲਿਆ, ਕਹਿਣ ਲੱਗੇ, ਅਸੀਂ ਨਾ ਸਬਰ ਤੇ ਸਬਰ ਦਾ ਜਿਹੜਾ ਤਖਤ ਹੈ ਨਾ, ਉੱਥੇ ਸੰਤੋਖ ਹੀ ਸ਼ੋਭਦਾ ਹੁੰਦਾ ਹੈ। ਇਸ ਤਰ੍ਹਾਂ ਸਾਧੂਆਂ ਨੇ ਕਿਹਾ, ਤਾਂ ਪਰ ਬੈਸ ਪਰਮ ਸੁਖ ਪਾਵਾ। ਸਬਰ ਦੇ ਤਖਤ ਤੇ ਬੈਠ ਕੇ ਸੰਤੋਖ ਧਾਰਨ ਕਰਕੇ ਅਸੀਂ ਬਹੁਤ ਪਰਮ ਸੁਖ ਨੂੰ ਪ੍ਰਾਪਤ ਹੋਏ ਹਾਂ। ਅਸੀਂ ਸਬਰ ਦੇ ਤਖਤ ਤੇ ਬੈਠੇ ਹਾਂ, ਸੰਤੋਖ ਧਾਰਨ ਕੀਤਾ ਹੋਇਆ, ਔਰ ਇਸ ਕਰਕੇ ਸਾਡੇ ਮਨ ਨੂੰ ਪਰਮ ਸੁਖ ਦੀ ਪ੍ਰਾਪਤੀ ਹੋਈ ਹੈ। ਪਰਾ ਲਬਦ ਸੋ ਦਾਸ ਹਮਾਰੀ। ਕਹਿਣ ਲੱਗੇ, ਕਿਸਮਤ ਸਾਡੀ ਦਾਸੀ ਹੈ। ਹੁਣ ਮਹੰਤ ਦੇਖੋ ਕਿੱਡੀ ਗੱਲ ਕਹਿੰਦਾ, ਹੇ ਬਾਲਕ, ਕਿਸਮਤ ਸਾਡੀ ਨੌਕਰ ਹੈ, ਦਾਸ ਹੈ। ਅਸੀਂ ਇੱਥੇ ਬੈਠੇ ਹਾਂ, ਉਹ ਪਰਮੇਸ਼ਰ ਦੇ ਚਰਨਾਂ ਨਾਲ ਧਿਆਨ ਜੋੜਿਆ ਹੋਇਆ ਹੈ। ਜੋ ਮੱਥੇ ਤੇ ਲਿਖੀ ਪਰਾ ਲੱਭਦੇ ਨੂੰ ਚੱਲ ਕੇ ਸਾਡੇ ਕੋਲ ਆਣਾ ਪਵੇਗਾ। ਇਸ ਕਰਕੇ ਉਹ ਸਾਡੀ ਦਾਸੀ ਹੈ। ਅਸੀਂ ਕੋਈ ਉਦਮ ਨਹੀਂ ਕਰਦੇ, ਅਸੀਂ ਸਿਰਫ ਉਦਮ ਉਹ ਪਰਮੇਸ਼ਰ ਦੇ ਚਰਨਾਂ ਨਾਲ ਜੁੜਨ ਦਾ ਕਰਦੇ ਹਾਂ। ਸਾਧੂ ਕਹਿੰਦਾ, ਇਸ ਕਰਕੇ ਸੇਵਾ ਕਰ ਹੈ ਅਨੇਕ ਪ੍ਰਕਾਰੀ। ਪਰਮੇਸ਼ਰ ਆਪੇ, ਪਰਮੇਸ਼ਰ ਦੀ ਕੁਦਰਤ ਸਾਡੀ ਬਹੁਤ ਪ੍ਰਕਾਰ ਦੀ ਆਪੇ ਸੇਵਾ ਕਰ ਜਾਂਦੀ ਹੈ। ਪਟ ਸੰਗ ਬਹੁ ਵਿਦ ਤਪ ਤਾਪਨ। ਇਸ ਪ੍ਰਕਾਰ ਚੰਗੇ ਸੂਰਮਿਆਂ ਨਾਲ ਰਲ ਕੇ, ਮਹਾਰਾਜ ਕਹਿੰਦੇ ਇਹ ਜਿੰਨੇ ਤਪ ਕਰ ਰਹੇ ਨੇ ਸੂਰਮੇ ਨੇ, ਇਹ ਚੰਗੇ ਸੂਰਮਿਆਂ ਨਾਲ ਰਲ ਕੇ ਕਹਿਣ ਲੱਗੇ, ਅਸੀਂ ਤਪੱਸਿਆ ਕਰਦੇ ਹਾਂ ਤਾਂ ਜੋ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਬੈਰੀਆਂ ਨੂੰ ਜਿੱਤਿਆ ਜਾਵੇ। ਇਸ ਪ੍ਰਕਾਰ ਸਾਧੂ ਬੋਲਿਆ, ਕੀ ਪ੍ਰਤੀ ਨਾ ਖਾਪਨ। ਕਹਿਣ ਲੱਗੇ, ਹੈ ਬਾਲਕ, ਮੋਹ ਰਾਜੇ ਦੀ ਬੜੀ ਤਕੜੀ ਸੈਨਾ ਹੈ। ਇਸ ਕਰਕੇ ਅਸੀਂ ਸਬਰ ਦੇ ਤਖਤ ਤੇ ਬੈਠ ਕੇ ਸੰਤੋਖ ਨੂੰ ਹਿਰਦੇ ਵਿੱਚ ਧਾਰਨ ਕਰਕੇ ਮੋਹ ਰੂਪੀ ਰਾਜੇ ਦੀ ਸੈਨਾ ਨੂੰ ਜਿੱਤਣ ਦਾ ਯਤਨ ਕਰਦੇ ਹਾਂ। ਸਤ ਕੋ ਛਤਰ ਸੀਸ ਪਰ ਝੂਲੰ। ਦੇਖੋ ਬਾਲਕ, ਸਾਡੇ ਸਿਰ ਦੇ ਉੱਪਰ ਸੱਤ ਦਾ ਛਤਰ ਝੁੱਲ ਰਿਹਾ ਹੈ ਸਾਰੇ ਸਾਧੂਆਂ ਦੇ। ਲੋਕ ਦਬਤ ਪ੍ਰਤਕੂਲੰ। ਹਾਂ, ਕਹਿਣ ਲੱਗੇ, ਇਸ ਕਰਕੇ ਜਿਹੜੀ ਮਾਇਆ ਰੂਪੀ ਬੈਰੀ ਦਲ ਹੈ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਕਲਯੁਗ ਦੀ ਜਿਹੜੀ ਫੌਜ ਹੈ, ਉਹ ਸਾਡਾ ਇਹ ਜਸ ਵੇਖ ਕੇ ਪਿੱਛੇ ਹਟ ਜਾਂਦੀ ਹੈ। ਕਲਯੁਗ ਦੀ ਫੌਜ ਅਬ ਚਲ ਜਬ ਕੋ ਆਸ ਸੁਖ ਪਾਇੰ। ਇਸ ਕਰਕੇ ਅਸੀਂ ਇੱਥੇ ਬੜਾ ਆਨੰਦ ਪ੍ਰਾਪਤ ਕਰਦੇ ਹਾਂ, ਸੁਖ ਪ੍ਰਾਪਤ ਕਰਦੇ ਹਾਂ। ਅਨਤਨ ਤਬ ਕੋ ਮਨ ਬਿਰਮਾਇੰ। ਤਦ ਫਿਰ ਜਦੋਂ ਇਸ ਤਰ੍ਹਾਂ ਦੇ ਅਸੀਂ ਬਹੁਤ ਸੰਕੋਚ ਦੇ ਵਿੱਚ ਬਿਰਤੀ ਰੱਖਦੇ ਹਾਂ, ਫਿਰ ਉਹ ਸੰਤ ਕਹਿਣ ਲੱਗਿਆ, ਸਾਡਾ ਮਨ ਹੈ ਜਿਹੜਾ ਮੋਹ ਮਾਇਆ ਵਿੱਚ ਨਹੀਂ ਜਾਂਦਾ। ਸੰਤਵ ਕਦ ਕੀ ਸੁਨ ਕਰ ਜੁਗਤੰ। ਇਸ ਪ੍ਰਕਾਰ ਸੰਤਾਂ ਨੇ ਆਪਣੇ ਮੁਖਾਰ ਬਿੰਦ ਤੋਂ ਇਹ ਸਾਧੂ ਵੇਸ਼ ਦੀ ਜਦੋਂ ਜੁਗਤ ਦੱਸੀ, ਹਰਖਤ ਸ੍ਰੀ ਨਾਨਕ ਬਚਨ ਕਤਨ। ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਬੜੇ ਖੁਸ਼ ਹੋਏ। ਸਾਧੂਆਂ ਦੇ ਮੁਖਾਰਬਿੰਦ ਤੋਂ ਇਸ ਤਰ੍ਹਾਂ ਦੇ ਬਚਨ ਸੁਣ ਕੇ ਵੀ ਇਹ ਸੱਚੀ ਤਪੱਸਿਆ ਕਰ ਰਹੇ ਨੇ, ਇਹ ਸ਼ਕਤੀ ਪਿੱਛੇ ਤਪੱਸਿਆ ਨਹੀਂ ਕਰ ਰਹੇ, ਇਹ ਆਪਣੇ ਹੰਕਾਰ ਹਉਮੈ ਵਧਾਉਣ ਪਿੱਛੇ ਤਪੱਸਿਆ ਨਹੀਂ ਕਰ ਰਹੇ, ਇਹ ਦੁਨੀਆ ਨੂੰ ਮਗਰ ਲਾਉਣ ਪਿੱਛੇ ਤਪੱਸਿਆ ਨਹੀਂ ਕਰ ਰਹੇ, ਇਹ ਤਾਂ ਮੋਹ ਰੂਪੀ ਰਾਜੇ ਦੀ ਸੈਨਾ ਨੂੰ ਹਰਾਉਣ ਦੇ ਵਿੱਚ ਤਪੱਸਿਆ ਕਰ ਰਹੇ ਨੇ। ਇਹ ਤਾਂ ਆਪਣੇ ਮਨ ਨੂੰ ਜਿੱਤਣ ਦੀ ਕੋਸ਼ਿਸ਼ ਕਰ ਰਹੇ ਨੇ। ਪੰਜ ਵਿਕਾਰਾਂ ਨਾਲ ਇਹਨਾਂ ਦੀ ਜੰਗ ਹੈ, ਕਲਯੁਗ ਦੇ ਨਾਲ ਜੰਗ ਹੈ। ਇਸ ਕਰਕੇ ਇੰਨਾ ਕਠਿਨ ਤਪੱਸਿਆ ਕਰ ਰਹੇ ਹਨ। ਬੜੀ ਸੰਤੋਖ ਦੇ ਵਿੱਚ ਰਹਿ ਕੇ, ਸਬਰ ਸੰਤੋਖ ਧਾਰਨ ਕਰਕੇ ਬੰਦਗੀ ਤਪੱਸਿਆ ਕਰ ਰਹੇ ਹਨ। ਰਾਵਣ ਨਾਮ ਸੁਨਨੇ ਅਭਿਲਾਖਾ। ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਬੋਲੇ, ਭਾਈ ਬਾਲਾ ਕਹਿੰਦਾ, ਫਿਰ ਮਹਾਰਾਜ ਜੀ ਬੋਲੇ, ਕਹਿਣ ਲੱਗੇ, ਹੇ ਸੰਤ ਜੀ, ਮੇਰੇ ਮਨ ਵਿੱਚ ਆਪ ਜੀ ਦਾ ਨਾਮ ਜਾਣਨ ਦੀ ਅਭਿਲਾਖਾ ਹੈ। ਤੁਮ ਹੋ ਧਨ ਧਰਮ
ਦਿੜ ਰਾਖਾ। ਮਹਾਰਾਜ ਕਹਿਣ ਲੱਗੇ, ਹੇ ਸੰਤ ਜੀ ਤੁਸੀਂ ਧੰਨ ਹੋ, ਸਾਰੇ ਸਾਧੂ ਸਮਾਜ ਤੁਹਾਡਾ ਧੰਨ ਹੈ, ਜਿਨ੍ਹਾਂ ਨੇ ਹਿਰਦੇ ਦੇ ਵਿੱਚ ਧਰਮ ਨੂੰ ਧਾਰਨ ਕੀਤਾ ਹੋਇਆ ਹੈ। ਕੀ ਆਸਾ ਇੱਕ ਏਕੰਕਾਰੰ, ਤੁਹਾਡੇ ਮਨ ਦੇ ਵਿੱਚ ਇੱਕ ਇਕੱਲੇ ਪਰਮੇਸ਼ਰ ਨੂੰ ਮਿਲਣ ਦੀ ਆਸ ਹੈ, ਹੋਰ ਕੋਈ ਆਸ ਨਹੀਂ ਦੁਨਿਆਵੀ। ਦੁਨੀਆ ਮਗਰ ਲਾਉਣ ਦੀ ਆਸ ਨਹੀਂ, ਸ਼ਕਤੀ ਦੀ ਆਸ ਨਹੀਂ, ਤੁਹਾਡੇ ਅੰਦਰ ਆਪਣੀ ਪੂਜਾ ਕਰਾਉਣ ਦੀ ਆਸ ਨਹੀਂ। ਤੁਸੀਂ ਕਿਸੇ ਦੇਵੀ ਭੈਰੋ ਜਾਂ ਇਸ ਤਰ੍ਹਾਂ ਮੜੀ ਮਸਾਣਾ ਨੂੰ ਨਹੀਂ ਪੂਜ ਰਹੇ, ਭੂਤਾਂ ਨੂੰ ਬਸ ਕਰਨ ਵਾਸਤੇ ਨਹੀਂ ਕਰ ਰਹੇ ਤਪੱਸਿਆ, ਇੰਦਰ ਲੋਕ ਵਾਸਤੇ ਨਹੀਂ ਕਰ ਰਹੇ, ਜਾਂ ਹੋਰ ਅਨੇਕਾਂ ਰਾਜੇ ਬਣਨ ਵਾਸਤੇ ਨਹੀਂ ਕਰ ਰਹੇ। ਤੁਸੀਂ ਸਾਰੇ ਸੰਸਾਰ ਨੂੰ ਮਿੱਥਿਆ ਜਾਣ ਕੇ ਇਸ ਪ੍ਰਕਾਰ ਇਸ ਮਾਤ ਲੋਕ ਤੋਂ ਲੈ ਕੇ ਬ੍ਰਹਮ ਲੋਕ ਤੱਕ ਸਾਰੇ ਦੁੱਖਾਂ ਨੂੰ ਸਾਰੇ ਸੰਸਾਰ ਨੂੰ ਨਾਸਵੰਤ ਜਾਣ ਕੇ ਆਪ ਜੀ ਕੇਵਲ ਤੇ ਕੇਵਲ ਉਸ ਪਰਮੇਸ਼ਰ ਦੇ ਮਿਲਣ ਵਾਸਤੇ, ਉਸ ਪਰਮੇਸ਼ਰ ਦੀ ਬੰਦਗੀ ਕਰਨ ਵਾਸਤੇ ਆਪ ਜੀ ਤਪੱਸਿਆ ਕਰ ਰਹੇ ਹੋ, ਬੰਦਗੀ ਕਰ ਰਹੇ ਹੋ। ਉਹ ਪਰਮੇਸ਼ਰ ਦੇ ਪ੍ਰੇਮ ਵਾਸਤੇ, ਆਪਣੇ ਮਨ ਨੂੰ ਜਿੱਤਣ ਵਾਸਤੇ ਇਹ ਜਿੰਦ ਨੂੰ ਪਰਮੇਸ਼ਰ ਦੇ ਲੇਖੇ ਲਾ ਰਹੇ ਹੋ। ਸੋ ਇਸ ਕਰਕੇ ਮਹਾਰਾਜ ਜੀ ਕਹਿਣ ਲੱਗੇ, ਪਰ ਬ੍ਰਿਤ ਤਜ ਨਿਰਬ੍ਰਿਤ ਪਗ ਧਾਰੰ। ਹੇ ਸਾਧੂ ਜੀ ਆਪ ਜੀ ਧੰਨ ਹੋ, ਐਸੇ ਕਲਯੁਗ ਦੇ ਸਮੇਂ ਦੇ ਵਿੱਚ ਤੁਸੀਂ ਪਰਵਿਰਤ ਤਜ ਨਿਰਵਿਰਤ ਪਗ ਧਾਰੰ, ਤੁਸੀਂ ਪ੍ਰਵਿਰਤੀ ਦਾ ਮਾਰਗ ਛੱਡ ਕੇ ਨਿਵਿਰਤੀ ਦਾ ਮਾਰਗ ਹਿਰਦੇ ਵਿੱਚ ਧਾਰਨ ਕੀਤਾ ਹੋਇਆ। ਤੁਸੀਂ ਆਪਣੇ ਚੇਲੇ ਬਣਾਉਣ 'ਚ ਨਹੀਂ ਉਲਝੇ, ਡੇਰੇ ਬਣਾਉਣ 'ਚ ਨਹੀਂ ਉਲਝੇ, ਲੋਕਾਂ ਨੂੰ ਮਗਰ ਲਾਉਣ ਵਿੱਚ ਨਹੀਂ ਉਲਝੇ, ਆਪਣੀ ਤਪੱਸਿਆ ਪੂਜਾ ਕਰਾਉਣ 'ਚ ਨਹੀਂ ਉਲਝੇ। ਇਹ ਹੁੰਦਾ ਪ੍ਰਵਿਰਤੀ। ਆਮ ਦੁਨੀਆ ਤਾਂ ਵਿਚਾਰੇ ਕੰਮ ਕਾਜ ਸਾਰੀ ਇਸ ਤਰ੍ਹਾਂ ਖੇਤੀ ਵੱਟੀ, ਬੱਚੇ, ਪਰਿਵਾਰ, ਰਿਸ਼ਤੇਦਾਰੀਆਂ, ਸਾਕ ਸੰਬੰਧੀ ਇਸ ਤਰ੍ਹਾਂ ਰਹਿੰਦੇ ਨੇ ਨਾ। ਹੁਣ ਜਿਹੜੇ ਸਾਧੂ ਬਣ ਜਾਂਦੇ ਨੇ, ਘਰ-ਬਾਰ ਤਾਂ ਤਿਆਗ ਕਰ ਦਿੰਦੇ ਨੇ, ਪਰ ਹਉਮੈ ਦਾ ਤਿਆਗ ਨਹੀਂ ਕਰ ਸਕਦੇ। ਸਾਧੂ ਦੀ ਨਾਲ ਈਰਖਾ ਕਰਦਾ, ਦਵੈਸ ਦਾ ਤਿਆਗ ਨਹੀਂ ਕਰ ਸਕਦੇ। ਆਪਣੀ ਪਰਾ ਜਿਹੜੀ ਉਹਦੀ ਪ੍ਰਭਤਾ ਹੁੰਦੀ ਹੈ ਉਸ ਦਾ ਤਿਆਗ ਨਹੀਂ ਕਰ ਸਕਦੇ, ਹਰਖ ਸੋਗ ਦਾ ਤਿਆਗ ਨਹੀਂ ਕਰ ਸਕਦੇ, ਨਿੰਦਿਆ ਚੁਗਲੀ ਦਾ ਤਿਆਗ ਨਹੀਂ ਕਰ ਸਕਦੇ, ਦਵੰਦ ਤੋਂ ਨਹੀਂ ਮਨ ਨੂੰ ਕੱਢ ਸਕਦੇ। ਸਰੀਰ ਨੂੰ ਤਾਂ ਕੱਢ ਲਿਆ, ਮਨ ਨੂੰ ਨਹੀਂ ਕੱਢ ਸਕਦੇ। ਬਹੁਤ ਬਿਰਲੇ ਹੁੰਦੇ ਨੇ। ਕੋਟ ਮਦੇ ਕੋ ਬਿਰਲਾ ਸੇਵਕ, ਅਵਰ ਸਗਲ ਬਿਹਾਰੀ। ਬਿਹਾਰ ਨਹੀਂ ਛੱਡਦਾ। ਉਹ ਧੀਆਂ ਪੁੱਤ ਛੱਡ ਕੇ ਚੇਲੇ ਚਪਟੇ ਹੋ ਗਏ। ਹੁਣ ਜਿਵੇਂ ਧੀਆ ਪੁੱਤ ਝਗੜੇ ਕਰਦੇ ਨੇ ਡੇਰਿਆਂ ਵਿੱਚ, ਚੇਲੇ ਝਗੜਾ ਕਰਦੇ ਨੇ। ਉਹ ਵੀ ਪਰਿਵਾਰਾਂ 'ਚ ਨਿੰਦਿਆ ਹੁੰਦੀ ਹੈ, ਡੇਰਿਆਂ ਦੇ ਵਿੱਚ ਇੱਕ ਦੂਏ ਦੀ ਨਿੰਦਿਆ ਹੁੰਦੀ ਹੈ, ਉਹ ਵਿੱਚ ਮਹੰਤ ਨੂੰ ਸੁਣਨੀ ਪੈਂਦੀ ਹੈ। ਉਹ ਮਹੰਤ ਵੀ ਪਾਪਾਂ ਦਾ ਅਧਿਕਾਰੀ ਬਣ ਜਾਂਦਾ ਵਿੱਚ। ਹੁਣ ਸੁਣੂਗਾ ਤਾਂ ਨਿੰਦਿਆ ਇੱਕ ਦੂਏ ਦੀ, ਫਿਰ ਭਾਰ ਤਾਂ ਪਊਗਾ ਹੀ। ਫਿਰ ਉਹ ਕਬੀਰ ਜੀ ਵਾਲੀ ਗੱਲ ਜਿਹੜੀ ਹੈ, ਕਬੀਰ ਸਿੱਖ ਸਾਖਾ ਬਹੁਤੇ ਕੀਏ, ਕੈਸੋ ਕੀਓ ਨਾ ਮੀਤ, ਚਾਲੇ ਤੇ ਹਰ ਮਿਲਣ ਕੋ ਵਿੱਚੇ ਅਟਕਿਓ ਚੀਤ। ਵਿੱਚ ਵਿਚਾਲੇ ਹੀ ਰਹਿ ਗਿਆ ਕੰਮ। ਸੋ ਇਸ ਪ੍ਰਕਾਰ ਮਹਾਰਾਜ ਕਹਿੰਦੇ ਤੁਸੀਂ ਇਸ ਚੀਜ਼ ਦਾ ਵੀ ਤਿਆਗ ਕੀਤਾ। ਸਾਧੂ ਲੋਕੋ ਤੁਸੀਂ ਧੰਨ ਹੋ, ਸਮਤ ਅਗਾਤੀ ਸੰਤ ਸਚਾਲੀ। ਤੁਹਾਡੀ ਜਿਹੜੀ ਚਾਲ ਹੈ ਸੱਚੀ ਹੈ। ਸ਼ਾਂਤਲਤਾ ਪਲ ਬਿਦ ਪ੍ਰਤਪਾਲੀ। ਤੁਸੀਂ ਹਿਰਦੇ ਦੇ ਵਿੱਚ ਸ਼ਾਂਤੀ ਧਾਰਨ ਕੀਤੀ ਹੈ। ਗੁਣ ਪਾਖਤ ਮਹੰਤ ਸ਼ੁਭ ਬਾਣੀ। ਹਾਂ, ਫਿਰ ਜਦੋਂ ਮਹਾਰਾਜ ਜੀ ਨੇ ਇਸ ਤਰ੍ਹਾਂ ਸੋਭਾ ਕੀਤੀ ਕਿ ਹੇ ਮਹੰਤ ਜੀ ਤੁਹਾਡਾ ਨਾਮ ਕੀ ਹੈ, ਬੜੇ ਤੁਹਾਡਾ ਉੱਚਾ ਸੁੱਚਾ ਜੀਵਨ ਹੈ, ਤੁਸੀਂ ਚੰਗਾ ਮਾਰਗ ਧਾਰਨ ਕੀਤਾ ਹੈ, ਮੋਹ ਮਾਇਆ 'ਚ ਨਹੀਂ ਫਸੇ, ਤੁਸੀਂ ਪ੍ਰਭਤਾ 'ਚ ਨਹੀਂ ਫਸੇ। ਸੋ ਇਸ ਪ੍ਰਕਾਰ ਤੁਸੀਂ ਤਿੰਨ ਗੁਣ ਮਾਇਆ ਦਾ ਤਿਆਗ ਕਰਕੇ ਇੱਕ ਪਰਮੇਸ਼ਰ ਦੇ ਚਰਨਾਂ 'ਚ ਧਿਆਨ ਜੋੜਿਆ। ਤੁਸੀਂ ਧੰਨ ਹੋ, ਮਹਾਰਾਜ ਜੀ ਕਹਿਣ ਲੱਗੇ। ਇਸ ਤਰ੍ਹਾਂ ਦੇ ਬਚਨ ਸੁਣ ਕੇ ਹੁਣ ਸੰਤ ਬੋਲਿਆ, ਸਾਧੂਆਂ ਦਾ ਮਹੰਤ ਸੀ ਜਿਹੜਾ, ਮੋਤੀ ਮਤ ਤੁਮ ਹੋ ਗੁਣ ਖਾਨੀ। ਕਹਿਣ ਲੱਗਿਆ, ਹੇ ਗੁਣਾ ਦੀ ਖਾਨ, ਹੇ ਬਾਲਕ, ਹਾਂਜੀ ਬੈਸ ਕਿਸ਼ੋਰ ਬਿਖੈ ਅਪਮਾਨੀ। ਉਮਰ ਤਾਂ ਤੁਹਾਡੀ ਛੋਟੀ ਜੀ ਲੱਗਦੀ ਹੈ, ਪਰ ਤੁਸੀਂ ਬਹੁਤ ਵੱਡੇ ਬੁੱਧੀਮਾਨ ਲੱਗਦੇ ਹੋ। ਸਤ ਸੰਗਤ ਪਰ ਸਮਤ ਲੁਬਾਨੀ। ਕਹਿਣ ਲੱਗੇ ਅਸੀਂ ਤੁਹਾਡੇ ਤੋਂ ਬਲਿਹਾਰ ਜਾਂਦੇ ਹਾਂ ਜਿਨ੍ਹਾਂ ਨੂੰ ਸਤ ਸੰਗ ਔਰ ਸਾਧੂ ਚੰਗੇ ਲੱਗਦੇ ਨੇ ਇਸ ਚੜ੍ਹਦੀ ਉਮਰ ਦੇ ਵਿੱਚ। ਜਵਾਨ ਅਵਸਥਾ 'ਚ ਬਿਰਲੇ ਬਿਰਲੇ ਬੰਦੇ ਨਾਮ ਜਪਦੇ ਨੇ, ਦੁਨੀਆ ਪਾਪਾਂ ਦੇ ਵਿੱਚ
ਲਾ ਕੇ ਤੁਰ ਜਾਂਦੀ ਹੈ ਇੱਥੋਂ। ਬਿਰਲੇ ਬਿਰਲੇ ਬੰਦੇ ਨਾਮ ਜਪਦੇ ਨੇ, ਨਹੀਂ ਤਾਂ ਉੱਚਾ ਮੰਦਰ ਸੁੰਦਰ ਨਾਰੀ, ਰਾਮ ਨਾਮ ਬਿਨ ਬਾਜੀ ਹਾਰੀ। ਜਵਾਨੀ ਦਾ ਹੰਕਾਰ, ਪੈਸੇ ਦਾ ਹੰਕਾਰ, ਸੋਹਣੀ ਖਲੜੀ ਦਾ ਹੰਕਾਰ, ਆਪਣੇ ਬਲ ਦਾ ਜ਼ੋਰ ਦਾ ਹੰਕਾਰ ਮੱਤ ਮਾਰ ਦਿੰਦਾ ਹੈ, ਪਰਮੇਸ਼ਰ ਦੇ ਚਰਨਾਂ ਨਾਲ ਜੁੜ ਨਹੀਂ ਦਿੰਦਾ। ਸੋ ਇਸ ਤਰ੍ਹਾਂ ਕਰਕੇ ਸਾਧੂ ਨੇ ਬੜੀ ਉਪਮਾ ਕੀਤੀ ਮਹਾਰਾਜ ਜੀ ਦੀ। ਸੰਤ ਰੇਨ ਹੈ ਨਾਮ ਹਮਾਰਾ। ਹੁਣ ਸਾਧੂ ਆਪਣਾ ਨਾਮ ਦੱਸਣ ਲੱਗਿਆ, ਕਹਿਣ ਲੱਗਿਆ ਮਹਾਰਾਜ ਜੀ ਮੇਰਾ ਨਾਮ ਹੈ ਸੰਤ ਰੇਣ, ਭਾਵ ਕਿ ਸਾਧੂ ਸੰਤਾਂ ਮਹਾਤਮਾ ਦੀ ਧੂੜ, ਇਹ ਮੇਰਾ ਨਾਮ ਹੈ। ਸ੍ਰੀ ਗੁਰ ਬਚਸੋਂ ਧਰਿਓ ਸੁਧਾਰਾ। ਤਾਂ ਇਸ ਪ੍ਰਕਾਰ ਕਹਿਣ ਲੱਗੇ ਕਿ ਮੇਰੇ ਗੁਰੂ ਨੇ ਜੋ ਮੈਨੂੰ ਬਚਨ ਕੀਤੇ ਸਨ, ਇਹ ਬੱਚੇ, ਇਹ ਬਾਲਕ, ਮੈਂ ਉਹਨਾਂ ਨੂੰ ਕਮਾਉਣ ਦੀ ਕੋਸ਼ਿਸ਼ ਕਰ ਰਿਹਾ ਇੱਥੇ ਬੈਠ ਕੇ। ਮਹਾਰਾਜ ਨੇ ਪੁੱਛਿਆ ਵੀ ਇੱਥੇ ਬੈਠੇ ਕੀ ਕਰਦੇ ਹੋ? ਕਹਿਣ ਲੱਗਾ ਜੋ ਮੇਰੇ ਗੁਰਦੇਵ ਨੇ ਮੈਨੂੰ ਬਚਨ ਕੀਤਾ ਹੈ ਕਿ ਇਸ ਤਰ੍ਹਾਂ ਇਸ ਮਨ ਨੂੰ ਜਿੱਤਿਆ ਜਾਣਾ ਹੈ। ਹੇ ਬਾਲਕ, ਮੇਰਾ ਨਾਮ ਸੰਤ ਰੇਣ ਹੈ ਔਰ ਮੈਂ ਆਪਣੇ ਗੁਰੂ ਕੇ ਬਚਨਾਂ ਨੂੰ ਹਿਰਦੇ ਵਿੱਚ ਵਸਾ ਕੇ ਇਸ ਮਨ ਨੂੰ ਜਿੱਤਣ ਦੀ ਕੋਸ਼ਿਸ਼ ਕਰ ਰਿਹਾ ਹਾਂ ਔਰ ਸੱਚੇ ਪਰਮਾਤਮਾ ਦੇ ਚਰਨਾਂ ਨਾਲ ਲਿਵ ਜੋੜ ਕੇ ਰੱਖਦਾ ਹਾਂ। ਉਹ ਪਰਮਾਤਮਾ ਦੀ ਦਇਆ ਹੈ ਜਿਸ ਨੇ ਮੈਨੂੰ ਇਸ ਪਾਸੇ ਲਾਇਆ ਹੈ। ਹੁਣ ਹੋਂ ਵੀ ਨਹੀਂ ਉਹਦੇ ਅੰਦਰ। ਕਹਿਣ ਲੱਗੇ ਵੀ ਉਹ ਪਰਮਾਤਮਾ ਦੀ ਦਇਆ ਦਾ ਸਦਕਾ ਮੈਂ ਇੱਥੇ ਬੈਠਾ, ਆਪਣੇ ਗੁਰੂ ਦੀ ਕਿਰਪਾ ਦੁਆਰਾ ਮੈਂ ਇੱਥੇ ਬੈਠਾ, ਗੁਰੂ ਕੇ ਬਚਨ ਕਮਾ ਰਿਹਾ ਭਾਈ। ਹਾਂਜੀ, ਦੀਨ ਗਰੀਬੀ ਕੋ ਸਿਰ ਪਾਉ। ਹਾਂ, ਤਾਂ ਕਹਿਣ ਲੱਗੇ, ਦੁਆਰੇ ਪੜਿਓ ਮਾੜਾ ਜਿਹਾ। ਦੀਨ ਗਰੀਬੀ ਕੋ ਸਿਰ ਪਾਉ। ਹਾਂ, ਕਹਿਣ ਲੱਗੇ ਮੇਰੇ ਗੁਰੂ ਨੇ ਮੇਰੇ ਤੇ ਬੜੀ ਕਿਰਪਾ ਕੀਤੀ ਹੈ, ਮੈਨੂੰ ਨਿਰਮਾਣਤਾ ਤੇ ਗਰੀਬੀ ਦੇ ਦੋ ਸਿਰ ਪਾਓ ਮੇਰੇ ਗੁਰੂ ਨੇ ਪਾ ਕੇ ਮੈਨੂੰ ਇੱਥੇ ਬਿਠਾਇਆ ਹੋਇਆ ਹੈ। ਜਸ ਜਸ ਬਹੁਵਦਤ ਪ੍ਰਭਾਉ। ਤੇ ਇਸ ਕਰਕੇ ਪਰਮੇਸ਼ਰ ਦੀ ਦਇਆ ਦਾ ਸਦਕਾ ਅੰਦਰ ਬੜੀ ਸੁਖ ਸ਼ਾਂਤੀ ਹੈ, ਬੜੀ ਦਇਆ ਹੈ ਪਰਮੇਸ਼ਰ ਦੀ। ਹਿਰਦੇ ਪ੍ਰਸਿੱਧੇ ਸੁਨ ਕਰ ਨਾਮੋ। ਤਾਂ ਜਦੋਂ ਸਾਧੂ ਨੇ ਆਪਣਾ ਨਾਮ ਦੱਸਿਆ ਵੀ ਸੰਤ ਰੇਣ, ਔਰ ਮੈਂ ਆਪਣੇ ਗੁਰੂ ਕੇ ਬਚਨਾਂ ਨੂੰ ਕਮਾਉਣ ਵਾਸਤੇ ਇੱਥੇ ਜੰਗਲ ਵਿੱਚ ਬੈਠਿਆ ਹਾਂ, ਤਾਂ ਮਹਾਰਾਜ ਜੀ ਨਾਮ ਸੁਣ ਕੇ ਬੜੇ ਖੁਸ਼ ਹੋਏ। ਜਿਉ ਕਬ ਉਕਤ ਸੁਨਤ ਮਤ ਤਾਮੂ। ਹਾਂ, ਕਹਿਣ ਲੱਗੇ ਮਹਾਰਾਜ ਜੀ, ਕਹਿਣ ਲੱਗੇ ਹੇ ਸਾਧੂ ਲੋਕੋ, ਜਿਵੇਂ ਤੁਸੀਂ ਤਪੱਸਿਆ ਕਰਦੇ ਹੋ, ਤੁਸੀਂ ਆਪਣੇ ਨਾਮ ਨੂੰ ਸੱਤ ਕਰਕੇ ਦਿਖਾਇਆ ਹੈ। ਨਾਮ ਦੇ ਨਾਲ ਤੁਹਾਡੇ ਕਰਤੱਵ ਵੀ ਮਿਲ ਰਹੇ ਹਨ। ਜੇ ਨਾਮ ਤੁਹਾਡਾ ਸੰਤ ਰੇਣ ਹੈ ਤਾਂ ਇੱਥੇ ਬੈਠ ਕੇ ਸਾਧੂਆਂ ਦੀ ਰੇਣ ਬਣ ਗਏ ਹੋ, ਆਪਣੇ ਗੁਰੂ ਦਾ ਬਚਨ ਵੀ ਕਮਾ ਰਹੇ ਹੋ। ਮੁਝ ਸੋ ਕਹਿਣ ਲਗੀ ਤਹ ਕਾਲਾ। ਫਿਰ ਉਸੇ ਵੇਲੇ ਸਾਧੂ ਤੋਂ ਇਸ ਤਰ੍ਹਾਂ ਬਚਨ ਸੁਣ ਕੇ ਭਾਈ ਬਾਲਾ ਜੀ ਕਹਿਣ ਲੱਗੇ ਮੈਨੂੰ ਗੁਰੂ ਜੀ ਨੇ ਕਿਹਾ ਜਿਉ ਨਾ ਜਾਏ ਬਨਜ ਇਹ ਬਾਲਾ। ਕਿ ਭਾਈ ਬਾਲਾ ਹੁਣ ਮੈਂ ਇੱਥੇ ਆਲਾ ਸੌਦਾ ਨਹੀਂ ਛੱਡ ਸਕਦਾ, ਹੁਣ ਨਹੀਂ ਮੇਰੇ ਤੇ ਛੱਡਿਆ ਜਾਣਾ। ਕਰਤੇ ਧਨ ਤਰ ਅਗਰ ਮਹੰਤਾ। ਤੇ ਇਸ ਤਰ੍ਹਾਂ ਕਹਿ ਕੇ ਕਹਿਣ ਲੱਗੇ ਭਾਈ ਬਾਲਾ ਜੀ, ਉਹ ਪੈਸੇ ਵਾਲੀ ਥੈਲੀ ਮਹੰਤਾਂ ਦੇ ਚਰਨਾਂ ਵਿੱਚ ਰੱਖ ਕੇ ਮੱਥਾ ਟੇਕ ਦਿੱਤਾ ਮਹਾਰਾਜ ਜੀ ਨੇ। ਹਸਨ ਕਰਾਵ ਹੋ ਕਹਿ ਜਗ ਕੰਤਾ। ਤਾਂ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਬੋਲੇ, ਹਮਨੇ ਤੁਮਰੀ ਸਭ ਵਿਦ ਜਾਨੀ। ਤਾਂ ਕਹਿਣ ਲੱਗੇ ਹੇ ਸਾਧੂ ਜੀ, ਅਸੀਂ ਸਾਰਾ ਗੱਲ ਜਾਂਚ ਲਈ ਹੈ, ਹੁਣ ਤੁਸੀਂ ਕਿਰਪਾ ਕਰਕੇ। ਕਰਤ ਨ ਪ੍ਰਾਰਥਨਾ ਗੁਣ ਹਾਨੀ। ਤਾਂ ਇਸ ਕਰਕੇ ਮਹਾਰਾਜ ਜੀ ਨੇ ਉਹ ਜਦੋਂ 20 ਰੁਪਏ ਦੀ ਥੈਲੀ ਮੂਹਰੇ ਰੱਖ ਕੇ ਸਾਧੂਆਂ ਨੂੰ ਸਾਰਿਆਂ ਨੂੰ ਨਮਸਕਾਰ ਕੀਤੀ, ਤਾਂ ਮਹਾਰਾਜ ਕਹਿਣ ਲੱਗੇ ਕਿ ਇਹ 20 ਰੁਪਇਆਂ ਦੀ ਥੈਲੀ ਹੈ, ਇਹਦਾ ਸਾਰੇ ਸਾਧੂ ਮਹਾਤਮਾ ਨੂੰ ਨਾਲ ਤਾਂ ਭੋਜਨ ਕਰਵਾ ਦੇਣਾ ਤੇ ਨਾਲੇ ਇਹਦੇ ਬਸਤਰ ਲੈ ਕੇ, ਸਰਦੀ ਦੀ ਰੁੱਤ ਹੈ, ਇਹ ਸਾਰੇ ਸਾਧੂਆਂ ਦੀ ਸੇਵਾ ਦੇ ਵਿੱਚ ਲਾ ਦੇਣਾ। ਜਦੋਂ ਇਸ ਤਰ੍ਹਾਂ ਮਹਾਰਾਜ ਜੀ ਨੇ ਵਚਨ ਆਖੇ, ਬਿਨ ਚਾਚੇ ਸਾਦਰ ਜੋ ਦੇਈ। ਹਾਂ, ਮਹਾਰਾਜ ਕਹਿਣ ਲੱਗੇ, ਪਿੱਛੇ ਪੜੋ ਇੱਕ ਪੰਕਤੀ, ਕਰਤ ਨ ਪ੍ਰਾਰਥਨਾ। ਕਰਤ ਨ ਪ੍ਰਾਰਥਨਾ ਗੁਣ ਹਾਨੀ। ਹਮਨੇ ਤੁਮਰੀ ਸਭ ਵਿਦ ਜਾਨੀ, ਕਰਤ ਨ ਪ੍ਰਾਰਥਨਾ ਗੁਣ ਹਾਨੀ। ਤਾਂ ਕਹਿਣ ਲੱਗੇ, ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿਣ ਲੱਗੇ ਕਿ ਹੇ ਸਾਧੂ ਲੋਕੋ, ਅਸੀਂ ਜਾਣ ਲਿਆ ਵੀ ਤੁਸੀਂ ਕਿਸੇ ਅੱਗੇ ਹੱਥ ਨਹੀਂ ਅੱਡਦੇ,
ਤੁਹਾਡੇ ਚੇਲੇ ਨਗਰ ਵਿੱਚ ਮੰਗਣ ਨਹੀਂ ਜਾਂਦੇ, ਘਰ ਘਰ ਭਿੱਖਿਆ ਮੰਗਣ ਨਹੀਂ ਜਾਂਦੇ। ਤੁਸੀਂ ਸੰਤੋਖ ਧਾਰਨ ਕਰਕੇ ਇੱਥੇ ਪਰਾਲਬਧ ਦੇ ਅਨੁਸਾਰ ਬੈਠੇ ਹੋ ਵੀ ਪਰਾਲਬਧ 'ਚ ਹੋਇਆ ਤਾਂ ਮਿਲ ਜਾਣਾ ਤੇ ਨਹੀਂ ਫਿਰ ਮੰਗਣ ਨਹੀਂ ਜਾਂਦੇ। ਇਸ ਕਰਕੇ ਅਸੀਂ ਆ ਪੈਸੇ ਆਪ ਨੂੰ ਅਰਪਣ ਕਰਦੇ ਹਾਂ। ਬਿਨ ਜਾਚੇ ਸਾਦਰ ਜੋ ਦੇਈ, ਹਾਂ, ਬਿਨ ਮੰਗਿਆ ਜੇ ਕੋਈ ਅਦਬ ਸਤਕਾਰ ਨਾਲ ਦਿੰਦਾ ਹੈ ਤਾਂ ਕੋ ਰੁਚ ਸੋ ਯਚਨ ਕਰੇਈ, ਤਾਂ ਉਹ ਤੁਸੀਂ ਪ੍ਰੇਮ ਦੇ ਨਾਲ ਛਕ ਲੈਂਦੇ ਹੋ। ਅਬ ਹੈ ਬਿਠਾਏ ਸ਼੍ਰੀ ਕਰਤਾਰਾ, ਕਿ ਮੰਨੋ ਕਿ ਸਾਨੂੰ ਪਰਮੇਸ਼ਰ ਨੇ ਤੁਹਾਡੇ ਕੋਲੇ ਭੇਜਿਆ ਹੈ। ਤੇ ਕਰ ਸੁਖ ਸੋ ਕਰੋ ਆਹਾਰ, ਇਸ ਕਰਕੇ ਇਹ ਰਕਮ ਲੈ ਕੇ ਤੁਸੀਂ ਸੁਖ ਦੇ ਨਾਲ ਭੋਜਨ ਪਦਾਰਥ ਛਕੋ। ਕਹਿ ਮਹਤ ਲਘੂ ਬੈਸ ਕੁਲੀਨੰ, ਤਾਂ ਮਹੰਤ ਬੋਲਿਆ, ਫਿਰ ਮਹੰਤ ਕਹਿਣ ਲੱਗਿਆ ਕਿ ਇਹ ਬਾਲਕ ਤੈਂ ਬਹੁਤ ਉੱਚੇ ਘਰ ਦੇ ਵਿੱਚ ਚੰਗੀ ਕੁਲ ਦੇ ਵਿੱਚ ਜਨਮ ਲਿਆ ਹੈ, ਤਬ ਵਿਵਹਾਰੰ ਜਨਕ ਅਤੀਨੰ, ਪਰ ਅਜੇ ਤੇਰੀ ਉਮਰ ਛੋਟੀ ਹੈ। ਤੈਨੂੰ ਇਹ ਪੈਸੇ, ਪਠਿਓ ਕਾਜ ਕਹਿ ਤੋਹੇ ਵਿਚਾਰੀ, ਮੈਨੂੰ ਲੱਗਦਾ ਵੀ ਇਹ ਪੈਸੇ ਤੇਰੇ ਪਿਤਾ ਜੀ ਨੇ ਤੈਨੂੰ ਕਿਸੇ ਕਾਰਜ ਵਾਸਤੇ ਦਿੱਤੇ ਸੀ। ਤੂੰ ਸਾਨੂੰ ਨਾ ਇਹ ਅਰਪਣ ਕਰ ਜਿਸ ਕੰਮ ਵਾਸਤੇ ਤੇਰੇ ਪਿਤਾ ਜੀ ਨੇ ਤੈਨੂੰ ਪੈਸੇ ਦੇ ਕੇ ਭੇਜੇ। ਭਾਈ ਉਹ ਕਾਰਜ ਤੇ ਲਾ, ਸਾਡਾ ਤਾਂ ਕੋਈ ਨਹੀਂ ਸਰ ਜਾਵੇਗਾ ਭੋਜਨ ਬਿਨਾ ਵੀ। ਚਾਹੋ ਛੂਚ ਤੋ ਦੇਹ ਨਿਕਾਰੀ, ਹਾਂ, ਤਾਂ ਇਸ ਕਰਕੇ ਤੁਸੀਂ ਜਿਹੜੇ ਕੰਮ ਵਾਸਤੇ ਆਏ ਹੋ ਉਹ ਕੰਮ ਕਰੋ ਜਾ ਕੇ, ਆਪਣਾ ਪੈਸੇ ਦੇ ਵਿਗਾੜ ਨਾ ਕਰੋ। ਤੁਹਾਡੇ ਮਾਤਾ ਪਿਤਾ ਜੀ ਗੁੱਸੇ ਹੋਣਗੇ। ਤੁਹਾਨੂੰ ਤੁਹਾਡੇ ਪਿਤਾ ਨੇ ਕਿਸੇ ਕਾਰਜ ਵਾਸਤੇ ਪੈਸੇ ਦਿੱਤੇ ਹੋਣੇ। ਇਸ ਤਰ੍ਹਾਂ ਮਹੰਤ ਨੇ ਕਿਹਾ। ਸੁਨਹੁ ਸੰਤ ਮੈਂ ਪਿਤਾ ਨਿਦੇਸਾ, ਗੁਰੂ ਨਾਨਕ ਦੇਵ ਜੀ ਮਹਾਰਾਜ ਬੋਲੇ, ਕਹਿਣ ਲੱਗੇ, ਹੇ ਸੰਤ ਜੀ, ਮੇਰੇ ਪਿਤਾ ਜੀ ਨੇ ਮੈਨੂੰ ਕੋਈ ਭਲਾ ਸੌਦਾ ਕਰਨ ਵਾਸਤੇ ਭੇਜਿਆ ਸੀ ਸੋ ਕੀਨੋ ਜਿਸ ਲਾਭ ਵਿਸ਼ੇਸ਼ਾ, ਕਿ ਉਹ ਸੌਦਾ ਕਰੀ ਜਿਹਦੇ ਵਿੱਚ ਵਿਸ਼ੇਸ਼ ਲਾਭ ਪ੍ਰਾਪਤ ਹੋਵੇ। ਮੁਝ ਸੋ ਕਹਿਓ ਬਨਜ ਸੋ ਕਰੀਏ, ਮੈਨੂੰ ਇਹੀ ਕਿਹਾ ਸੀ ਵੀ ਲਾਭ ਦਾ ਵਣਜ ਕਰਨਾ ਹੈ। ਜਾਂਦੇ ਅਨੰਤ ਨ ਭਲੋ ਵਿਚਰੀਏ, ਤਾਂ ਇਸ ਕਰਕੇ ਕਹਿਣ ਲੱਗੇ ਕਿ ਕੋਈ ਘਾਟੇ ਦਾ ਸੌਦਾ ਨਹੀਂ ਕਰਨਾ। ਮੇਰੇ ਪਿਤਾ ਜੀ ਨੇ ਇਹੀ ਆਗਿਆ ਦੇ ਕੇ ਭੇਜਿਆ ਸੀ ਕਿ ਕੋਈ ਲਾਭ ਦਾ ਸੌਦਾ ਕਰਨਾ ਹੈ, ਕੋਈ ਚੰਗਾ ਵਣਜ ਕਰਨਾ, ਲਾਭ ਦਾ ਵਣਜ ਕਰਨਾ, ਇਹ ਮੇਰੇ ਪਿਤਾ ਜੀ ਦਾ ਹੁਕਮ ਸੀ। ਮਾਨੀ ਸਨੀ ਸੁਧੀਰ ਮਹੰਤਾ, ਜਦੋਂ ਮਹੰਤ ਨੇ ਇਸ ਤਰ੍ਹਾਂ ਦੇ ਬਚਨ ਸੁਣੇ, ਕਹਿਓ ਜੇ ਤਬ ਉਰ ਇਹ ਦਿੜ ਮੰਤਾ, ਅੱਛਾ, ਕਹਿਣ ਲੱਗੇ ਜੇ ਤੁਹਾਡੇ ਮਨ ਵਿੱਚ ਪੱਕੀ ਸਲਾਹ ਹੈ ਵੀ ਇਹ ਸਾਨੂੰ ਪੈਸੇ ਅਰਪਣ ਕਰਨੇ ਨੇ ਤਾਂ ਲੈ ਜਾਵੋ ਤਨ ਨਿਜ ਕਹਿ ਨਗਰੀ, ਇਉਂ ਕਰੋ, ਫਿਰ ਤੁਸੀਂ ਇਹ ਨਾ ਪੈਸੇ ਲੈ ਕੇ ਨਗਰ ਦੇ ਵਿੱਚ ਚਲੇ ਜਾਓ, ਉੱਥੋਂ ਸਾਨੂੰ ਰਾਸ਼ਨ ਲਿਆ ਕੇ ਦੇ ਦੇਵੋ। ਭੋਜਨ ਸੋਜ ਆਨ ਦੇਹੋ ਸਗਰੀ, ਹਾਂ, ਸਾਨੂੰ ਰਾਸ਼ਨ ਦਾ ਨਾ ਰਾਸ਼ਨ ਲਿਆ ਕੇ ਦੇ ਦਿਓ। ਅਸੀਂ ਪੱਕਾ ਭੋਜਨ ਤਾਂ ਨਹੀਂ ਇਸ ਤਰ੍ਹਾਂ ਕਰਦੇ, ਸਾਨੂੰ ਰਾਸ਼ਨ ਲਿਆ ਕੇ ਦੇ ਦਿਓ, ਅਸੀਂ ਆਪ ਹੀ ਪਕਾ ਕੇ ਖਾ ਲਵਾਂਗੇ। ਸੁਨੇ ਸ਼ਰਵਨ ਸੰਤਨ ਕੇ ਬੈਨਾ, ਤਾਂ ਇਸ ਪ੍ਰਕਾਰ ਜਦੋਂ ਸਾਧੂਆਂ ਦੇ ਬਚਨ ਸੁਣੇ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ, ਨਗਰ ਦਿਸ਼ਾ ਗਮਨੇ ਗੁਣ ਐਨਾ, ਉਸੇ ਵੇਲੇ ਭਾਈ ਬਾਲਾ ਜੀ ਨੂੰ ਨਾਲ ਲੈ ਕੇ ਉਹ ਧਨ ਦੀ ਥੈਲੀ ਲੈ ਕੇ ਮਹਾਰਾਜ ਜੀ ਨਗਰ ਵੱਲ ਤੁਰ ਪਏ। ਤੇ ਵਿਪਨੀ ਤੇ ਚੂਨ ਮਹਿਲਾ, ਤਾਂ ਇਸ ਪ੍ਰਕਾਰ ਮਹਾਰਾਜ ਜੀ ਉਹ ਨਗਰ ਵਿੱਚ ਜਾ ਕੇ ਪੀਸਿਆ ਹੋਇਆ ਆਟਾ ਲਿਆ ਦੁਕਾਨਦਾਰ ਤੋਂ 5 ਰੁਪਏ ਦਾ। ਤੇ ਹਿਤ ਪੰਜ ਰਜਤ ਪਨ ਦੀਨਾ, ਹਾਂ, ਦੁਕਾਨਦਾਰ ਨੂੰ 5 ਰੁਪਏ ਦਿੱਤੇ ਤੇ ਪੀਸਿਆ ਹੋਇਆ ਆਟਾ ਲੈ ਲਿਆ ਸੁਖਮ ਚਾਵਰ ਚਾਰ ਲਮੇਰੇ, ਤੇ ਥੋੜੇ ਜਿਹੇ 3 ਰੁਪਏ ਦੇ ਚੌਲ ਲੈ ਲਏ ਮਹਾਰਾਜ ਜੀ ਨੇ। ਇਹ ਸਮ ਲੈ ਕਰ ਪਾਰ ਬੰਦੇਰੇ, ਤਾਂ ਇਸ ਪ੍ਰਕਾਰ ਮਹਾਰਾਜ ਜੀ ਨੇ, ਹਾਂ ਦੁਆਰੇ ਪੜੋ, ਸੂਖਮ ਚਾਵਰ, ਸੁਖਮ ਚਾਵਰ ਚਾਰ ਲਮੇਰੇ, 5 ਰੁਪਏ ਦਾ ਮਹਾਰਾਜ ਜੀ ਨੇ ਆਟਾ ਲਿਆ, 5 ਰੁਪਏ ਦੇ ਚਾਵਲ ਲੈ ਲਏ ਇਹ ਸਮ ਲੈ ਕਰ ਪਾਰ ਬੰਦੇਰੇ, ਤੇ ਦੋਨੋਂ ਇਕੱਠੇ ਲੈ ਕੇ ਜਿਵੇਂ ਕੋਈ ਕੱਪੜੇ ਦੇ ਵਿੱਚ ਬੰਨ੍ਹ ਲੈਂਦੇ ਨੇ, ਉਸ ਵੇਲੇ ਕਿਹੜਾ ਲਿਫਾਫੇ ਸਨ, ਇਸ ਤਰ੍ਹਾਂ ਕੱਪੜਾ ਸੀ ਮਹਾਰਾਜ ਜੀ ਕੋਲ, ਇੱਕ 'ਚ ਆਟਾ ਬੰਨ੍ਹ ਲਿਆ ਤੇ ਇੱਕ ਦੇ ਵਿੱਚ ਚੌਲ 5 ਰੁਪਏ ਦੇ ਲੈ ਕੇ ਉਹ ਬੰਨ੍ਹ ਲਏ, 10 ਰੁਪਏ ਹੋ ਗਏ। ਹਾਂਜੀ, ਲੀਨ ਦੀਨ ਕੋ ਕ੍ਰਿਤ ਨਵੀਨਾ, 3 ਰੁਪਏ ਦਾ ਮਹਾਰਾਜ ਜੀ ਨੇ ਤਾਜ਼ਾ ਘਿਓ ਲੈ ਲਿਆ ਸਿਤਾ ਸਵੇਤ ਤਾਂ ਕੇ ਸਮਲੀਨਾ, ਤੇ 3 ਰੁਪਿਆਂ ਦੀ ਮਹਾਰਾਜ ਜੀ ਨੇ ਖੰਡ ਲੈ ਲਈ। 3 ਤੇ 3 6 ਤੇ 10 16 ਰੁਪਏ ਦਾ ਸਮਾਨ ਮਹਾਰਾਜ ਜੀ ਨੇ ਲੈ ਲਿਆ ਦੁਗਧ ਹੇਤ ਖਰਚੇ ਪੁਨ ਤੀਨੋ, ਤੇ ਮਹਾਰਾਜ ਜੀ ਨੇ 3 ਰੁਪਏ ਦਾ ਦੁੱਧ ਲੈ ਲਿਆ ਦੁਕਾਨ ਤੋਂ, 19 ਰੁਪਏ ਹੋ ਗਏ। ਹਾਂਜੀ, ਬਾਕੀ ਭਾਰ ਬਹਾ ਕੋ ਦੀਨੋ, ਹੁਣ ਇੱਕ ਬੰਦਾ ਦੁਕਾਨਦਾਰ ਨੇ ਨਾਲ ਭਾਰ ਢੋਣ ਵਾਲਾ ਭੇਜਤਾ, 1 ਰੁਪਿਆ ਮਹਾਰਾਜ ਜੀ ਨੇ ਉਹਨੂੰ ਦੇਤਾ, ਯਾਨੀ 20 ਤੇ 20 ਰੁਪਏ ਮਹਾਰਾਜ ਜੀ ਨੇ
ਉਹ ਸਾਧੂਆਂ ਦੀ ਸੇਵਾ ਦੇ ਵਿੱਚ ਰਸਣ ਵਾਸਤੇ ਲਾ ਦਿੱਤੇ। ਸਭ ਹੈ ਸੋਜਪੁਰ ਤੇ ਚਵਾਈ, ਉਹ ਸਾਰੀ ਰਸਦ ਚੁਕਵਾ ਕੇ ਨਗਰ ਵਿੱਚੋਂ ਸੰਤਨ ਡਿਗ ਗਮਨੇ ਜਗਰਾਈ, ਸਾਧੂਆਂ ਦੇ ਕੋਲੇ ਜਾ ਕੇ ਮਹਾਰਾਜ ਜੀ ਨੇ ਰੱਖ ਦਿੱਤੀ। ਸਭ ਸੰਭਾਰ ਮਹੰਤ ਅਗਾਰੀ, ਤੇ ਸਾਰੀ ਵਸਤੂ ਮਹੰਤ ਨੂੰ ਸੰਭਾਲ ਦਿੱਤੀ। ਤਰ ਬੈਸੇ ਸੇਵਕ ਸੁਖਕਾਰੀ, ਤਾਂ ਸਾਰੇ ਉਹ ਜਿਹੜੇ ਉਹ ਚੇਲੇ ਚਾਪਟੇ ਸਨ ਉਹ ਵੀ ਆ ਗਏ ਆਪਣੇ ਮਹੰਤ ਦੇ ਕੋਲੇ। ਤਾਂ ਮਹਾਰਾਜ ਜੀ ਨੇ ਵੀ ਰਸਦ ਰੱਖ ਦਿੱਤੀ। ਤੀਜੇ ਆਇਸ ਹੋਏ ਰਸੋਈ, ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਮਹਾਤਮਾ ਜੀ ਆਗਿਆ ਕਰੋ ਤਾਂ ਅਸੀਂ ਆਪਣੇ ਹੱਥੀ ਭੋਜਨ ਤਿਆਰ ਕਰਕੇ ਛਕਾ ਦਈਏ, ਆਪਣੇ ਹੱਥੀ ਭੋਜਨ ਤਿਆਰ ਕਰਕੇ ਛਕਾ ਦਈਏ। ਅਚ ਹੈ ਸੰਤ ਰੁਚ ਕਰ ਹੈ ਜਿਤੋਈ, ਜਿਵੇਂ ਤੁਹਾਡਾ ਮਨ ਹੈ ਉਸੇ ਤਰ੍ਹਾਂ ਦਾ ਬਣਾ ਦਿੰਦੇ ਹਾਂ। ਸੋਰਠਾ ਸੁਨ ਮਹੰਤ ਮਤਵੰਤ ਕਹੀ, ਗਿਰਾ ਜਗ ਕੰਤ ਸੋ। ਤਾਂ ਇਸ ਪ੍ਰਕਾਰ ਜਦੋਂ ਮਹੰਤ ਨੇ ਮਹਾਰਾਜ ਜੀ ਦੇ ਬਚਨ ਸੁਣੇ, ਮਹੰਤ ਦੇ ਨੇਤਰਾਂ ਚੋਂ ਤਰਪ ਤਰਪ ਜਲ ਬਹਿਣ ਲੱਗ ਗਿਆ। ਮਹੰਤ ਗੰਭੀਰ ਹੋ ਗਿਆ। ਮਹੰਤ ਤੋਂ ਅੱਗੇ ਆਵੇਗਾ ਸਾਖੀ ਦੇ ਵਿੱਚ ਮਹਾਰਾਜ ਜੀ ਦਾ ਤੇਜ ਪ੍ਰਤਾਪ ਝੱਲਿਆ ਨਹੀਂ ਜਾ ਰਿਹਾ। ਮਹੰਤ ਸਮਝ ਗਿਆ ਵੀ ਇਹ ਕੌਣ ਹਨ। ਜਦੋਂ ਮਹਾਰਾਜ ਜੀ ਨੇ ਕਿਹਾ ਹੈ ਸੰਤ ਜੀ ਅਸੀਂ ਆਪਣੇ ਹੱਥੀ ਭੋਜਨ ਤਿਆਰ ਕਰਕੇ ਛਕਾ ਦਈਏ, ਜੈਸਾ ਵੀ ਤੁਸੀਂ ਕਹੋ, ਘੱਟ ਲੂਣ ਵਾਲਾ, ਘੱਟ ਮਿਰਚ ਮਸਾਲੇ ਵਾਲਾ, ਜੈਸਾ ਵੀ ਸਾਦਾ ਲੂਣਾ ਮਿੱਸਾ ਜਿਵੇਂ ਦਾ ਤੁਸੀਂ ਛਕਦੇ ਹੋ ਉਸ ਆਪਣੇ ਹੱਥੀ ਤੁਹਾਨੂੰ ਤਿਆਰ ਕਰਕੇ ਛਕਾ ਦਈਏ। ਤਾਂ ਇਸ ਤਰ੍ਹਾਂ ਜਦੋਂ ਮਹਾਰਾਜ ਜੀ ਨੇ ਕਿਹਾ, ਮਹੰਤ ਬੋਲਿਆ, ਕਹਿਣ ਲੱਗਿਆ ਕਰ ਅਚ ਵਹਿੰਗੇ ਸੰਤ ਤੁਮ ਗਮਨ ਹੋ ਪੁਰ ਆਪਨੇ, ਕਹਿਣ ਲੱਗੇ ਹੈ ਬਾਲਕ ਮੈਂ ਤੇਰੇ ਮੂਹਰੇ ਹੱਥ ਜੋੜਦਾ, ਇਹ ਰਸਦ ਇੱਥੇ ਹੀ ਰੱਖ ਦੇ ਤੇ ਤੂੰ ਇੱਥੋਂ ਚਲਿਆ ਜਾ। ਮਹੰਤ ਕਹਿੰਦੇ ਤੁਸੀਂ ਇੱਥੇ ਚਲੇ ਜਾਓ, ਮੈਂ ਆਪ ਜੀ ਮੂਹਰੇ ਹੱਥ ਜੋੜਦਾ ਹਾਂ। ਮਹੰਤ ਨੇ ਇਸ ਤਰ੍ਹਾਂ ਪੁਕਾਰ ਕੀਤੀ, ਦੋਹਰਾ ਤਜ ਕਾਨਨ ਕਮਲਾਨਨ ਗਵਨੇ ਨਿਜ ਪੁਰ ਯਾਰ। ਮਹਾਰਾਜ ਜੀ ਸਾਧੂਆਂ ਨੂੰ ਫਤਿਹ ਬੁਲਾ ਕੇ ਉੱਥੋਂ ਤੁਰ ਪਏ। ਕਵ ਸੰਦੋਖ ਸਿੰਘ ਬੰਦਨਾ ਧਰ ਪਰ ਜੁਗ ਕਰ ਜੋਰ। ਇਸ ਪ੍ਰਕਾਰ ਮਹਾਰਾਜ ਜੀ ਉੱਥੋਂ ਤੁਰ ਪਏ। ਭਾਈ ਸੰਤੋਖ ਸਿੰਘ ਜੀ ਕਹਿੰਦੇ ਐਸੇ ਗੁਰੂ ਤੋਂ ਮੈਂ ਬਲਿਹਾਰ ਜਾਣਾ। ਗੁਰੂ ਜੀ ਉੱਥੇ ਰਸਨ ਦੇ ਕੇ ਆਪ ਮਹਾਰਾਜ ਜੀ ਤੋਂ ਉੱਥੋਂ ਤੁਰ ਪਏ। ਅੱਗੇ ਸਾਖੀ ਦੇ ਵਿੱਚ ਆਵੇਗਾ, ਚੇਲੇ ਕਹਿਣਗੇ ਮਹਾਰਾਜ ਤੁਸੀਂ ਇੰਨੀ ਜਲਦੀ ਇਸ ਬਾਲਕ ਨੂੰ ਕਿਉਂ ਤੋੜ ਦਿੱਤਾ? ਉਹ ਤਾਂ ਆਪਣੀ ਸੇਵਾ ਕਰਨ ਵਾਸਤੇ ਆਏ ਸਨ। ਮਹੰਤ ਕਹਿਣ ਲੱਗਿਆ ਇਹ ਕੋਈ ਆਮ ਬਾਲਕ ਨਹੀਂ ਹੈ, ਅਸੀਂ ਤਪੱਸਿਆ ਬੰਦਗੀ ਕਰ ਰਹੇ ਹਾਂ ਪਰਮੇਸ਼ਰ ਨੂੰ ਮਿਲਣ ਵਾਸਤੇ, ਅਸੀਂ ਇਹਨਾਂ ਤੋਂ ਸੇਵਾ ਕਿਵੇਂ ਕਰਾ ਸਕਦੇ ਸੀ? ਤੁਹਾਨੂੰ ਪਤਾ ਨਹੀਂ ਇਹ ਕੌਣ ਨੇ। ਮੇਰੇ ਤੋਂ ਉਹਨਾਂ ਦਾ ਤੇਜ ਪ੍ਰਤਾਪ ਝੱਲਿਆ ਹੀ ਨਹੀਂ ਸੀ ਜਾ ਰਿਹਾ, ਮੇਰੇ ਤੋਂ ਤੇਜ ਪ੍ਰਤਾਪ ਝੱਲਿਆ ਨਹੀਂ ਸੀ ਉਹਨਾਂ ਦਾ ਜਾ ਰਿਹਾ। ਇਸ ਕਰਕੇ ਮੈਂ ਜਲਦੀ ਹੀ ਉਹਨਾਂ ਨੂੰ ਇੱਥੋਂ ਤੋੜ ਦਿੱਤਾ ਹੈ ਕਿ ਅਸੀਂ ਸੇਵਾ ਨਹੀਂ ਆਪ ਤੋਂ ਕਰਾ ਰਹੀ। ਇਹ ਸਾਧੂਆਂ ਨੂੰ ਪਤਾ ਹੁੰਦਾ ਇਹ ਗੱਲਾਂ ਦਾ ਕੀਮਤ ਦਾ। ਜੇ ਸਾਧੂ ਦੇ ਪੈਰੀ ਹੱਥ ਲਾ ਦੇ ਨਾ, ਦੂਜਾ ਜਿਹੜਾ ਝੁਕ ਗਿਆ ਵੈਸੇ ਉਹ ਨੰਬਰ ਲੈ ਜਾਂਦਾ, ਨੰਬਰ ਲੈ ਜਾਂਦਾ ਉਹ ਸਾਰਾ। ਬਸ ਜਿਹੜਾ ਝੁਕ ਜੇ ਉਹ ਲੈ ਗਿਆ। ਸੋ ਇਸ ਤਰ੍ਹਾਂ ਕਰਕੇ ਤਾਂ ਹੀ ਸਾਧੂ ਮਹਾਤਮਾ ਜਿਹੜੇ ਕਰਨੀ ਕਮਾਈਆਂ ਵਾਲੇ ਹੁੰਦੇ ਨੇ, ਆਪ ਦੇ ਬਰਾਬਰ ਦੇ ਗੁਰ ਭਾਈ ਸਾਧੂ ਮਹਾਤਮਾ ਤੋਂ ਚਰਨੀ ਹੱਥ ਨਹੀਂ ਲਵਾਉਂਦੇ, ਫਤਿਹ ਬੁਲਾਉਂਦੇ ਨੇ, ਜੱਫੀ ਪਾਉਂਦੇ ਨੇ, ਕੁੱਟ ਕੇ ਗਲ ਮਿਲਦੇ ਨੇ। ਜਿਹੜਾ ਨਿਭ ਗਿਆ ਉਹ ਲੈ ਜਾਂਦਾ ਬਸ। ਸੋ ਇਸ ਤਰ੍ਹਾਂ ਕਰਕੇ ਸਾਧੂਆਂ ਨੇ ਮਹਾਰਾਜ ਜੀ ਨੂੰ ਤੋੜ ਦਿੱਤਾ। ਆਓ ਅੱਗੇ ਫਿਰ ਕਿਵੇਂ। ਹੁਣ ਮਹਾਰਾਜ ਜੀ ਤਾਂ ਉੱਥੋਂ ਆ ਗਏ ਵਾਪਸ। ਹੁਣ ਸਾਖੀ ਬਹੁਤ ਰੋਚਕ ਚੱਲਣੀ ਹੈ ਕਿ ਕਿਵੇਂ ਭਾਈ ਬਾਲਾ ਤੇ ਮਹਾਰਾਜ ਜੀ ਪਿੰਡ ਜਾਣਗੇ। ਅੱਗੇ ਸਾਖੀ ਸੁਣੋ। श्री बाला संदर वाच चौपई, जब हम गमने तिनको त्यागी। ਹੁਣ ਭਾਈ ਬਾਲਾ ਜੀ ਗੁਰੂ ਅੰਗਦ ਦੇਵ ਜੀ ਤੇ ਸਾਰੀ ਸੰਗਤ ਨੂੰ ਸਾਖੀ ਸੁਣਾਉਂਦਾ। ਕਹਿਣ ਲੱਗੇ ਉਸ ਵੇਲੇ ਮੈਂ ਤੇ ਗੁਰੂ ਨਾਨਕ ਦੇਵ ਜੀ ਜਦੋਂ ਸਾਧੂਆਂ ਨੂੰ ਰਸਨ ਦੇ ਕੇ ਛੱਡ ਕੇ ਅਸੀਂ ਆ ਗਏ, बोले संत गिराय अनुरागी। ਤਾਂ ਦੂਸਰੇ ਸੰਤ ਸਨ ਜਿਹੜੇ ਸਾਧੂ ਮਹਾਤਮਾ, ਉਹ ਬੋਲੇ आर बलाल गुबाल सुचाली। ਕਿ ਦੇਖੋ ਇਹ ਬਾਲਕ ਦੀ ਕਿੰਨੀ ਛੋਟੀ ਉਮਰ ਹੈ, ਪਰ ਇਹਦੇ ਅੰਦਰ ਸਾਧੂਆਂ ਦੀ ਸੇਵਾ ਕਰਨ ਦਾ ਇੰਨਾ ਗਿਆਨ ਕਿਵੇਂ ਪੈਦਾ ਹੋ ਗਿਆ। गिरा विराग भगत फलसाली। ਕਹਿਣ ਲੱਗੇ ਇੰਨੀ ਮਿੱਠੀ ਬਾਣੀ ਸੀ, ਮਾਨੋ ਕਿ ਜਦੋਂ ਵਚਨ ਕਰਦੇ ਸਨ ਉਹਨਾਂ ਦੇ ਅੰਦਰੋਂ ਵਿਰਾਗ, ਉਹਨਾਂ ਦੇ ਚਿਹਰੇ ਦੇ ਉੱਪਰੋਂ ਉਹ
ਦ੍ਰਿਸ਼ਟੀ ਮਹਾਰਾਜ ਦਾ ਕਹਿੰਦੇ ਦਿਵੀ ਪ੍ਰਕਾਸ਼ ਔਰ ਉਹਨਾਂ ਦੀ ਬਾਣੀ ਦੇ ਵਿੱਚ ਬਰਾਗ, ਗੱਲ ਕਰਨ ਦਾ ਲਹਿਜਾ, ਕਹਿਣ ਲੱਗੇ ਬਹੁਤ ਕੋਈ ਉੱਚ ਕੋਟੀ ਦੇ ਮਹਾਤਮਾ ਵਾਲਾ ਸੀ, ਭਾਵੇਂ ਉਮਰ ਛੋਟੀ ਸੀ। ਇਸ ਤਰ੍ਹਾਂ ਸਾਧੂ ਜਾਚ ਜਾਂਦੇ ਨੇ, ਉਹਨਾਂ ਨੂੰ ਗੱਲਬਾਤ ਕਰਨ ਦਾ ਤਰੀਕਾ ਹੁੰਦਾ। ਹਾਂਜੀ, ਤੁਮ ਸੋ ਆਨ ਕੀਨ ਬਹੁ ਪਾਉ। ਕਹਿਣ ਲੱਗੇ, ਉਸ ਸਾਧੂ ਪੁੱਛਦੇ ਨੇ ਆਪਣੇ ਮਹੰਤ ਨੂੰ, ਕਹਿਣ ਲੱਗੇ ਤੁਹਾਡੇ ਨਾਲ ਆ ਕੇ ਉਹਨੇ ਬੜਾ ਪ੍ਰੇਮ ਜਤਾਇਆ ਬਾਲਕ ਨੇ, ਮ੍ਰਿਦੁਲ ਕਿਰਪਾਲ ਵਿਸਾਲ ਸੁਭਾਉ। ਬੜੇ ਕਿਰਪਾਲੂ ਤੇ ਕੋਮਲ ਸੁਭਾਅ ਦਾ ਸੀ। ਭੋਜਨ ਸੋਜ ਆਨ ਜਬ ਬੈਸੇ। ਤਾਂ ਕਹਿਣ ਲੱਗੇ, ਜਦੋਂ ਮਹੰਤ ਨੂੰ ਪੁੱਛਦੇ ਨੇ ਸਾਧੂ ਵੀ ਜਦੋਂ ਉਹਨੇ ਲਿਆ ਕੇ ਰਸਦ ਆਪ ਦੇ ਸਾਹਮਣੇ ਰੱਖ ਦਿੱਤੀ, ਚਲਨ ਰਜਾਏ ਦੀਨ ਤੁਮ ਕੈਸੀ। ਤੁਸੀਂ ਉਹਨਾਂ ਨੂੰ ਇੱਕਦਮ ਜਾਣ ਦੀ ਆਗਿਆ ਕਿਉਂ ਦੇ ਦਿੱਤੀ? ਕਿਉਂ ਕਿਹਾ ਤੁਸੀਂ ਐਵੇਂ ਜਾਣ ਵਾਸਤੇ? ਸੁਨ ਮਹੰਤ ਬੋਲਿਓ ਬਰਬਾਨੀ। ਹੁਣ ਆਪਣੇ ਚੇਲਿਆਂ ਦਾ ਸਵਾਲ ਸੁਣ ਕੇ ਮਹੰਤ ਬੋਲਿਆ, ਇਹ ਕੋ ਪਰਮ ਪੁਰਖ ਸੁਖਦਾਨੀ। ਭਾਈ ਉਹ ਕੋਈ ਪਰਮ ਸੁੱਖਾਂ ਦਾ ਦਾਤਾ, ਪਰਮੇਸ਼ਰ ਦੀ ਰੂਪ, ਪਰਮੇਸ਼ਰ ਰੂਪ ਧਾਰਨ ਕਰਕੇ ਆਇਆ ਸੀ। ਆਪਾਂ ਪਰਮੇਸ਼ਰ ਤੋਂ ਸੇਵਾ ਨਹੀਂ ਕਰਾ ਸਕਦੇ, ਆਪਾਂ ਉਹਦੇ ਦਾਸ ਹਾਂ, ਭਗਤ ਹਾਂ, ਪ੍ਰੇਮੀ ਹਾਂ ਉਹਦੇ। ਆਪਾਂ ਨੇ ਉਹਦੇ ਅਨੁਸਾਰ ਰਹਿਣਾ, ਉਹਦੇ ਭਾਣੇ ਵਿੱਚ ਰਹਿਣਾ, ਉਹਦੇ ਹੁਕਮ ਵਿੱਚ ਰਹਿਣਾ। ਉਹਨੂੰ ਆਪਾਂ ਕਿਵੇਂ ਸੇਵਾ ਚਲਾ ਸਕਦੇ ਹਾਂ? ਸੋ ਇਸ ਕਰਕੇ ਕਹਿਣ ਲੱਗਿਆ ਮਹੰਤ ਜੀ, ਕਲਾਵਾਨ ਗਿਆਨੀ ਗੁਣ ਖਾਨੀ। ਉਹ ਬਾਲਕ ਕਲਾਵਾਨ ਸੀ, ਗਿਆਨ ਦਾ ਖਜ਼ਾਨਾ ਸੀ, ਗੁਣਾਂ ਦਾ ਖਜ਼ਾਨਾ ਸੀ। ਦੁਰਿਉ ਰਹਿ ਗਤ ਪਰ ਹੈ ਨਾ ਜਾਨੀ। ਕਹਿਣ ਲੱਗੇ ਹੁਣ ਉਹ ਆਪਣੇ ਆਪ ਨੂੰ ਛੁਪਾ ਕੇ ਰੱਖਦਾ, ਅਜੇ ਪ੍ਰਗਟ ਨਹੀਂ ਹੋਇਆ, ਆਪਣੇ ਆਪ ਨੂੰ ਛੁਪਾ ਕੇ ਰੱਖਦਾ ਹੈ। ਤੇਜ ਪ੍ਰਭਾਉ। ਉਹਦਾ ਤੇਜ ਪ੍ਰਤਾਪ ਮੇਰੇ ਤੋਂ ਚੱਲਿਆ ਨਹੀਂ ਸੀ ਜਾ ਰਿਹਾ। ਦੀਨੀ ਜਾਨ ਰਜਾਉ। ਇਸ ਕਰਕੇ ਮੈਂ ਉਹਨੂੰ ਬੇਨਤੀ ਕੀਤੀ ਸੀ ਕਿ ਮਹਾਰਾਜ ਆਪ ਜੀ ਚਲੇ ਜਾਓ, ਅਸੀਂ ਆਪ ਹੀ ਭੋਜਨ ਤਿਆਰ ਕਰਕੇ ਛਕ ਲਵਾਂਗੇ। ਅਸ ਕਹਿ ਤਬ ਕੀਨੋ ਪੁਨੇ ਅਸਨਾ। ਫੇਰ ਕਹਿਣ ਲੱਗੇ ਭਾਈ ਬਾਲਾ ਜੀ ਉਹ ਸਾਧੂਆਂ ਨੇ ਸਾਰਿਆਂ ਨੇ ਭੋਜਨ ਤਿਆਰ ਕਰਕੇ ਛਕ ਲਿਆ, ਬੜਾ ਰੱਜ ਰੱਜ ਕੇ ਭੋਜਨ ਛਕਿਆ ਸਾਧੂਆਂ ਨੇ, ਕਿਉਂਕਿ 7 ਦਿਨਾਂ ਦੇ ਸਾਧੂ ਭੁੱਖੇ ਸਨ। ਐਵੇਂ ਨਹੀਂ ਮਹਾਰਾਜ ਜੀ ਨੇ ਉਦਾਸ ਪਏ, ਇਸ ਤਰ੍ਹਾਂ ਬਿਰਤੀ ਨੂੰ ਇੱਕਦਮ ਚੇਂਜ ਕੀਤਾ। ਉਹ ਸਾਧੂਆਂ ਦੀ ਸੇਵਾ ਕਰਕੇ ਮਹਾਰਾਜ ਜੀ ਨੇ ਇਸ ਤਰ੍ਹਾਂ ਦਾ ਇੱਕਦਮ ਆਪਣੇ ਆਪ ਨੂੰ ਚੇਂਜ ਕਰਕੇ ਐਸਾ ਰੁਖ ਧਾਰਨ ਕਰਿਆ ਕਿ ਸਾਰਿਆਂ ਨਾਲ ਮਿਲਣ ਜੁਲਣ ਲੱਗ ਗਏ, ਬੋਲਣ ਲੱਗ ਗਏ। ਬਈ ਇਹ ਵਿਧ ਬਣਾਈ ਦੇਖੋ ਉੱਥੇ ਤੱਕ ਪਹੁੰਚਣ ਦੀ ਮਹਾਰਾਜ ਜੀ ਨੇ। 7 ਦਿਨ ਦੇ ਸਾਧੂ ਭੁੱਖੇ ਸਨ। ਸੋ ਇਸ ਕਰਕੇ ਉਹਨਾਂ ਨੇ ਖੰਡ ਘਿਓ ਖੀਰ ਆਦਿ ਮਿਲਾ ਕੇ ਸਾਰੇ ਭੋਜਨ ਸਾਧੂਆਂ ਵਾਸਤੇ ਤਿਆਰ ਕੀਤਾ। ਸਾਰੇ ਸਾਧੂਆਂ ਨੇ ਰੱਜ ਕੇ ਭੋਜਨ ਛਕਿਆ, ਤ੍ਰਿਪਤ ਹੋ ਗਏ। ਹਾਂ, 7 ਦਿਨਾਂ ਦੇ ਭੁੱਖੇ ਸਨ ਸਾਧੂ। ਮਨ ਪ੍ਰਸੀਦ ਹੈ ਬਚਨ ਬਖਾਨੇ। ਭੋਜਨ ਖਾ ਕੇ ਉਹਨਾਂ ਦਾ ਮਨ ਪ੍ਰਸੰਨ ਹੋ ਗਿਆ। ਇਹ ਕਰਤਾਰ ਬਠਿਓ ਹਮ ਜਾਣੈ। ਮੰਨਦੇ ਸੀ ਵੀ ਇਹ ਤਾਂ ਆਪ ਪਰਮੇਸ਼ਰ ਸਾਡੇ ਵਾਸਤੇ ਭੋਜਨ ਲੈ ਕੇ ਆਇਆ ਸੀ। ਇਸ ਤਰ੍ਹਾਂ ਸਾਧੂਆਂ ਦਾ ਮੰਨਣਾ ਸੀ ਸਰੀਰ ਧਾਰ ਕਰ ਤਾਰਾ, ਕਿ ਪਰਮੇਸ਼ਰ ਨੇ ਸਰੀਰ ਧਾਰਨ ਕਰਕੇ ਸਾਡੀ ਸੇਵਾ ਲਈ ਆਏ ਸੀ। ਹਾਂ, ਸਾਡੀ ਸੁੱਧ, ਸਾਡੀ ਖਬਰਸਾਰ ਲਈ, ਔਰ ਫਿਰ ਸਾਨੂੰ ਲਿਆ ਕੇ ਭੋਜਨ ਦਿੱਤਾ। ਅਸੀਂ ਤਾਂ 7 ਦਿਨ ਦੇ ਭੁੱਖੇ ਸੀ, ਇੱਥੇ ਤਾਂ ਜੰਗਲ ਵਿੱਚ ਕੋਈ ਆਂਦਾ ਵੀ ਨਹੀਂ। ਹੁਣ ਭੋਜਨ ਛਕ ਲਿਆ, ਹੁਣ ਕਈ ਦਿਨਾਂ ਦੀ ਤ੍ਰਿਪਤੀ ਹੈ। ਭਾਈ ਬਾਲਾ ਕਹਿਣ ਲੱਗਿਆ, ਹੁਣ ਮੈਂ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਪਿੰਡ ਨੂੰ ਵਾਪਸ ਤੁਰ ਪਏ। ਜਦੋਂ ਪਿੰਡ ਦੇ ਨੇੜੇ ਜੇ ਪਹੁੰਚੇ, ਪਿੰਡ ਪਹੁੰਚਣ 'ਚ ਥੋੜਾ ਜਿਹਾ ਯਾਨੀ ਰਹਿ ਗਿਆ ਰਸਤਾ, ਤਾਂ ਕਹਿਣ ਲੱਗੇ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਮੈਨੂੰ ਕਹਿਣ ਲੱਗੇ, ਬਾਲਾ ਜੀ ਸੋਚ ਵਿਮੋਚਨ ਸੋਚਣ ਲਾਗੇ। ਤੇ ਕਹਿਣ ਲੱਗੇ ਅਚਾਨਕ ਹੀ ਅਸੀਂ ਗਿਆਨ ਦੀਆਂ, ਬਰਾਗ ਦੀਆਂ, ਭਗਤੀ ਦੀਆਂ ਗੱਲਾਂ ਕਰਦੇ ਆ ਰਹੇ ਸੀ। ਅਚਾਨਕ ਹੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਚੁੱਪ ਕਰ ਜਾਂਦੇ ਨੇ ਔਰ ਇੱਕਦਮ ਗੰਭੀਰ ਹੋ ਜਾਂਦੇ ਨੇ, ਸੋਚਣ ਲੱਗ ਜਾਂਦੇ ਹਨ ਕਿ ਰੁਕ ਗਏ, ਤੁਰਦੇ ਤੁਰਦੇ ਰੁਕ ਗਏ ਔਰ ਇੱਕਦਮ ਸੋਚ ਦੇ ਵਿੱਚ ਪੈ ਗਏ। ਤੇ ਕਹਿਣ ਲੱਗੇ ਮੈਂ ਦੇਖਿਆ ਵੀ ਕਿਸੇ ਗੱਲ ਦਾ ਫਿਕਰ ਕਰ ਰਹੇ ਸਨ। ਬੋਲੇ ਮੁਝ ਸੋ ਅਸ ਬਿਦਬਾਨੀ। ਔਰ ਮੈਨੂੰ ਕਹਿਣ ਲੱਗੇ ਕਿ ਹੇ ਭਾਈ ਬਾਲਾ ਜੀ, ਇਹ ਕੀਨੋ ਕਿਆ ਹਮਨੇ ਕਾਮਾ। ਕਿ ਭਾਈ ਬਾਲਾ ਜੀ
ਆਪਾਂ ਕੀ ਕੰਮ ਕਰ ਬੈਠੇ? ਪਿਤਾ ਜੀ ਨੇ ਤਾਂ ਆਪਾਂ ਨੂੰ ਵਪਾਰ ਕਰਨ ਵਾਸਤੇ ਪੈਸੇ ਦਿੱਤੇ ਸਨ, ਤੇ ਪੈਸੇ ਆਪਾਂ ਸਾਧੂਆਂ ਦੀ ਸੇਵਾ ਵਿੱਚ ਲਾ ਆਏ ਆ। ਤੇ ਹੁਣ ਜਦੋਂ ਆਪਾਂ ਘਰ ਜਾਵਾਂਗੇ ਪਿਤਾ ਜੀ ਦਾ ਝਗੜਾ ਕਰਨਗੇ। ਇਸ ਤਰ੍ਹਾਂ ਜਦੋਂ ਭਾਈ ਬਾਲਾ ਜੀ ਨੂੰ ਕਹਿਣ ਲੱਗੇ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ, ਪੁੱਤਰ ਕੋ ਦੇ ਹੈ ਚਲ ਧਾਮਾ, ਤਾਂ ਕਹਿਣ ਲੱਗੇ ਘਰ ਜਾ ਕੇ ਕੀ ਕਹਾਂਗੇ? ਹੁਣ ਭਾਈ ਬਾਲਾ ਜੀ ਨੂੰ ਪੱਕਾ ਲੱਗੇ ਨੇ ਮਹਾਰਾਜ ਜੀ ਕਰਨ। ਕਹਿਣ ਲੱਗੇ ਭਾਈ ਬਾਲਾ ਘਰ ਜਾ ਕੇ ਕੀ ਕਵਾਂਗੇ? ਪਿਤ ਕੋ ਅਧਿਕ ਕ੍ਰੋਧ ਉਪਜੈ ਹੈ, ਪਿਤਾ ਜੀ ਤਾਂ ਬਹੁਤ ਗੁੱਸਾ ਕਰਨਗੇ, ਤੁਝ ਸੌਂਦੇ ਗਾਰ ਲਰੈ ਹੈ। ਮੈਨੂੰ ਵੀ ਗਾਲਾਂ ਕੱਢਣਗੇ, ਮੈਨੂੰ ਤਾਂ ਕੱਢਦੇ ਹੀ ਨੇ। ਇਹ ਭਾਈ ਬਾਲਾ ਮੇਰੇ ਕਰਕੇ ਤੈਨੂੰ ਵੀ ਭਲਾ ਬੁਰਾ ਬੋਲਣਗੇ। ਦੇਖੋ ਹੁਣ ਭਾਈ ਬਾਲੇ ਦਾ ਫਿਕਰ ਹੈ ਮਹਾਰਾਜ ਜੀ ਨੂੰ, ਆਪਣਾ ਨਹੀਂ ਫਿਕਰ ਹੈ। ਐਸਾ ਗੁਰੂ ਹੋਵੇਗਾ ਕੋਈ? ਆਪਣੇ ਸੇਵਕ ਦਾ ਫਿਕਰ ਹੈ। ਇਹ ਭਾਈ ਬਾਲਾ ਤੈਨੂੰ ਬੁਰਾ ਭਰਾ ਬੋਲਣਗੇ, ਜ਼ਿੰਮੇਵਾਰੀ ਤਾਂ ਤੇਰੀ ਸੀ, ਪੈਸੇ ਸਾਰੇ ਤੇਰੇ ਹੱਥ ਦਿੱਤੇ ਸੀ, ਆਪਾਂ ਸਾਧੂਆਂ ਦੀ ਸੇਵਾ ਵਿੱਚ ਲਾ ਆਏ ਆ। ਸੋ ਇਹ ਭਾਈ ਬਾਲਾ ਆਪਾਂ ਕੀ ਕਹਾਂਗੇ ਘਰੇ ਜਾ ਕੇ? ਮੈਂ ਭਾਖਿਓ ਕਛ ਦੋਸ਼ ਨ ਮੋਰੋ। ਭਾਈ ਬਾਲਾ ਜੀ ਕਹਿਣ ਲੱਗਿਆ ਮਹਾਰਾਜ ਜੀ ਹੁਣ ਮੇਰਾ ਤਾਂ ਕੋਈ ਕਸੂਰ ਨਹੀਂ ਹੈ। ਮੈਂ ਤਾਂ ਤੁਹਾਨੂੰ ਉਸੇ ਵੇਲੇ ਕਿਹਾ ਸੀ ਕਿ ਜੋ ਵੀ ਫੈਸਲਾ ਲੈਣਾ ਹੈ ਤੁਸੀਂ ਆਪਣੀ ਮਰਜ਼ੀ ਦੇ ਅਨੁਸਾਰ ਲਿਓ। ਮੈਂ ਤਾਂ ਦਾਸ ਹਾਂ, ਜਿਵੇਂ ਆਪ ਜੀ ਕਹੋਗੇ, ਦਿਨ ਕਹੋਗੇ ਮੈਂ ਦਿਨ ਕਹਿ ਦੇਣਾ ਹੈ, ਰਾਤ ਕਹੋਗੇ ਮੈਂ ਰਾਤ ਕਹਿ ਦੇਵਾਂਗਾ। ਹੁਣ ਅੱਗੇ ਘਰੇ ਜੋ ਕਹਿਣਾ ਉਹ ਮੈਨੂੰ ਦੱਸ ਦਿਓ, ਮੈਂ ਉਹ ਕਹਿ ਦੇਵਾਂਗਾ। ਮੈਂ ਤਾਂ ਆਪ ਜੀ ਦਾ ਦਾਸ ਹਾਂ। ਐਸਾ ਸੇਵਕ ਹੋਣਾ ਚਾਹੀਦਾ ਹੈ, ਐਸਾ ਸੇਵਕ ਹੋਣਾ ਚਾਹੀਦਾ। ਦੇਖੋ ਹਾਂਜੀ, ਤੁਮਕੋ ਬਰਜ ਰਹਿਓ ਬਹੁਤੇਰੋ। ਮਹਾਰਾਜ ਜੀ ਮੈਂ ਤਾਂ ਆਪ ਜੀ ਨੂੰ ਬਹੁਤ ਵਾਰ ਕਿਹਾ ਸੀ ਕਿ ਇੱਕ ਵਾਰ ਆਪਾਂ ਸੋਚ ਲਈਏ, ਪਰ ਮੈਂ ਫੇਰ ਵੀ ਜਿਵੇਂ ਤੁਸੀਂ ਕਹੋਗੇ ਮਹਾਰਾਜ, ਜੇ ਮੈਨੂੰ ਪਿਤਾ ਜੀ ਕੁਝ ਭਲਾ ਬੁਰਾ ਬੋਲਣਗੇ ਤੁਹਾਨੂੰ ਵੀ ਤਾਂ ਬੋਲਣਗੇ, ਜੇ ਮੈਨੂੰ ਬੋਲ ਦੇਣਗੇ ਫਿਰ ਕੀ ਹੋ ਜਾਵੇਗਾ? ਭਾਈ ਬਾਲਾ ਜੀ ਕਹਿਣ ਲੱਗੇ ਆਪ ਜੀ ਦਾ ਨਾਂ ਦਾ ਵੀ ਮੈਨੂੰ ਇਹ ਬੋਲ ਜਾਣ, ਹੇ ਗੁਰੂ ਜੀ ਮੈਂ ਆਪਣੇ ਉੱਪਰ ਗੱਲ ਲੈ ਲਵਾਂਗਾ, ਪਰ ਤੁਹਾਡੇ ਨਾਲ ਕੋਈ ਝਗੜਾ ਨਹੀਂ ਹੋਣ ਦੇਵਾਂਗਾ। ਇਸ ਤਰ੍ਹਾਂ ਭਾਈ ਬਾਲਾ ਜੀ ਬਹੁਤ ਭਗਤ ਹੈ ਮਹਾਰਾਜ ਜੀ ਦਾ। ਦੇਖੋ ਸੋ ਇਸ ਤਰ੍ਹਾਂ ਕਰਕੇ ਭਾਈ ਬਾਲਾ ਜੀ ਗੱਲਾਂ ਕਰਨ ਲੱਗ ਪਿਆ। ਆਪ ਜਾਣ ਕੇ ਕੀਨ ਕੁ ਕਾਜੂ। ਤੇ ਮਹਾਰਾਜ ਜੀ ਜਿਵੇਂ ਤੁਹਾਨੂੰ ਠੀਕ ਲੱਗਦਾ ਹੈ, ਜੇ ਆਪਣੇ ਤੋਂ ਕੋਈ ਕਾਜ ਵਿਗੜ ਵੀ ਗਿਆ ਹੈ, ਚਿਤ ਕਿਉਂ ਚਿੰਤ ਕਰੀ ਤੁਮੇ ਆਜੂ। ਹੁਣ ਆਪਾਂ ਫਿਕਰ ਕਿਸ ਗੱਲ ਦਾ ਕਰੀਏ? ਜੋ ਹੋ ਗਿਆ ਸੋ ਹੋ ਗਿਆ, ਅਬ ਜਿਮ ਹੋਏ ਸੋ ਹੋ ਸੋ ਰੀਤੀ। ਜੋ ਹੋਊਗਾ ਦੇਖੀ ਜਾਊਗੀ, ਆਪਾਂ ਫਿਕਰ ਕਿਉਂ ਕਰਨਾ ਮਹਾਰਾਜ? ਚਲੋ ਘਰੇ ਚੱਲਦੇ ਹਾਂ। ਉਹਦੀ ਹੋਏ ਅਥਵਾ ਵਿਪਰੀਤੀ। ਤਾਂ ਕਹਿਣ ਲੱਗੇ ਹੁਣ ਦੇਖੋ ਘਰੇ ਜਾ ਕੇ ਕਿਵੇਂ ਪਿਤਾ ਜੀ ਝਿੜਕਦੇ ਨੇ, ਗਾਲਾਂ ਕੱਢਦੇ ਨੇ। ਕੰਮ ਤਾਂ ਉਂਝ ਆਪਣੇ ਤੋਂ ਉਲਟੀ ਹੋ ਗਿਆ। ਮਹਾਰਾਜ ਜੀ ਕਹਿੰਦੇ, ਭਾਈ ਬਾਲਾ ਕਹਿੰਦਾ ਆਪਾਂ ਤਾਂ ਪੈਸੇ ਕਮਾਉਣ ਵਾਸਤੇ ਭੇਜਿਆ ਸੀ, ਪੈਸੇ ਤਾਂ ਆਪਾਂ ਸਾਰੇ ਲੁਟਾ ਕੇ ਆ ਗਏ ਹਾਂ, ਸਾਧੂਆਂ ਦੀ ਸੇਵਾ ਵਿੱਚ ਲਾ ਕੇ ਆ ਗਏ ਹਾਂ, ਭਾਵੇਂ ਕਿ ਆਪਾਂ ਭਲਾ ਕੰਮ ਕਰਕੇ ਆਏ ਹਾਂ। ਭਾਈ ਬਾਲਾ ਜੀ ਕਹਿਣ ਲੱਗਿਆ, ਪਰ ਪਿਤਾ ਜੀ ਨੇ ਇਸ ਗੱਲ ਨੂੰ ਸਮਝਣਾ ਨਹੀਂ ਹੈ, ਗਾਲਾਂ ਤਾਂ ਹੁਣ ਖਾਣੀਆਂ ਹੀ ਪੈਣਗੀਆਂ। ਇਸ ਤਰ੍ਹਾਂ ਕਹਿਣ ਲੱਗਿਆ ਭਾਈ ਬਾਲਾ ਜੀ, ਮੁਝ ਕੋ ਚਿੰਤਨਾ ਏਕ ਬਿਆਪੇ। ਤਾਂ ਕਹਿਣ ਲੱਗੇ ਦੁਆਰੇ ਪੜੋ। ਹਾਂਜੀ ਕਿੱਥੇ ਪੜਦੇ? ਮੁਝ ਕੋ ਚਿੰਤਨਾ ਏਕ ਬਿਆਪੇ। ਹਾਂ ਕਹਿਣ ਲੱਗੇ ਮੈਨੂੰ ਤਾਂ ਜਰਾ ਵੀ ਕਿਸੇ ਗੱਲ ਦੀ ਚਿੰਤਾ ਨਹੀਂ ਹੈ ਧਨ ਤੁਮਰਾ ਖਰਚਿਓ ਤੁਮੇ ਆਪੇ। ਕਿ ਮਹਾਰਾਜ ਜੀ ਸਾਰੀ ਦੁਨੀਆ ਦਾ ਧਨ ਤੁਹਾਡਾ ਹੈ, ਤੁਸੀਂ ਆਪ ਹੀ ਖਰਚਿਆ। ਹੁਣ ਮੈਂ ਤਾਂ ਸੇਵਕ ਹਾਂ, ਤੁਸੀਂ ਆਪਣੀ ਲੀਲਾ ਤੁਸੀਂ ਜਾਣੋ। ਬਹੁਰ ਨ ਮੈਂ ਤੁਮ ਤੇ ਕਛ ਸਿਆਣਾ। ਮਹਾਰਾਜ ਮੈਂ ਕਿਹੜਾ ਹੁਣ ਤੁਹਾਡੇ ਤੋਂ ਜ਼ਿਆਦਾ ਸਿਆਣਾ ਹੈ? ਮੈਂ ਤੁਹਾਡੇ ਤੋਂ ਜ਼ਿਆਦਾ ਸਿਆਣਾ ਤਾਂ ਨਹੀਂ ਹੋ ਸਕਦਾ। ਸਭ ਜਾਣੇਂਗੇ ਬੈਸ ਸਮਾਨਾ। ਹਾਂ ਹੁਣ ਭਾਈ ਬਾਲਾ ਜੀ ਕਹਿਣ ਲੱਗਿਆ ਉਮਰ ਕਰਕੇ ਵੀ ਮੈਂ ਤਾਂ ਛੋਟਾ ਹੀ ਹਾਂ, ਜੇ ਮੈਨੂੰ ਝਿੜਕਣਗੇ, ਮੈਨੂੰ ਗਾਲਾਂ ਕੱਢਣਗੇ, ਮੈਂ ਖਾ ਲਵਾਂਗਾ। ਮਹਾਰਾਜ ਜੋ ਤੁਸੀਂ ਕੀਤਾ ਚੰਗਾ ਹੀ ਕੀਤਾ। ਭਾਈ ਬਾਲਾ ਜੀ ਦੀ ਦੇਖੋ ਕਿੱਡੀ ਸ਼ਰਧਾ ਹੈ। ਇਉਂ ਨਹੀਂ ਕਹਿੰਦਾ ਵੀ ਤੁਸੀਂ ਤੁਹਾਡੇ ਕਰਕੇ ਮੈਨੂੰ ਵੀ ਗਾਲਾਂ ਨਾ। ਭਾਈ ਬਾਲਾ ਜੀ ਕਹਿੰਦੇ ਮਹਾਰਾਜ ਜੋ ਤੁਸੀਂ ਕੀਤਾ ਚੰਗਾ ਹੀ ਕੀਤਾ, ਮੈਂ ਤੁਹਾਡੇ ਨਾਲੋਂ ਸਿਆਣਾ ਤਾਂ ਨਹੀਂ ਹਾਂ, ਉਮਰ ਵਿੱਚ ਵੀ ਮੈਂ ਆਪ ਜੀ ਤੋਂ ਛੋਟਾ ਹੀ ਹਾਂ। ਗੁਣ ਮੈਂ ਹੂੰ ਆਇਸੀ ਅਨੁਸਾਰੀ। ਮੈਂ ਤਾਂ ਆਪ ਜੀ ਦੀ ਆਗਿਆ ਵਿੱਚ ਰਹਿਣ ਵਾਲਾ ਦਾਸ ਹਾਂ। ਤਬ ਪਿਤ ਭੇਜਿਓ ਦਾਸ ਵਿਚਾਰੀ। ਮੈਨੂੰ ਤਾਂ ਤੁਹਾਡੇ ਪਿਤਾ ਜੀ ਨੇ ਵੀ ਨੌਕਰ ਬਣਾ ਕੇ ਤੁਹਾਡੇ ਨਾਲ ਭੇਜਿਆ ਸੀ। ਦੇ ਦੋਸ਼ ਨ ਮਮ ਪਰ ਠਾਨ ਹੈ। ਇਸ ਕਰਕੇ
ਕੋਈ ਕਸੂਰ ਨਹੀਂ ਹੈ ਕਿਸੇ ਦਾ, ਜਿਵੇਂ ਤੁਸੀਂ ਕਰਤਾ ਠੀਕ ਹੈ ਮਹਾਰਾਜ। ਕਰਮ ਸ਼ੁਭਾਸ਼ੁਭ ਤੁਮਰੋ ਜਾਣ ਹੈ। ਹਾਂ, ਕਹਿਣ ਲੱਗੇ ਹੁਣ ਇਹ ਤਾਂ ਤੁਸੀਂ ਇਹ ਜਾਣ ਸਕਦੇ ਹੋ ਵੀ ਕਿਹੜਾ ਕੰਮ ਮਾੜਾ ਹੋ ਗਿਆ, ਕਿਹੜਾ ਚੰਗਾ ਹੋ ਗਿਆ ਮਹਾਰਾਜ। ਮੈਂ ਤਾਂ ਸੇਵਕ ਆਪ ਜੀ ਦਾ, ਮੈਂ ਆਪਦੀ ਮਹਿਮਾ ਨੂੰ ਗਤ ਨੂੰ ਜਾਣ ਨਹੀਂ ਸਕਦਾ। ਘਟੀ ਗਿਨਤ ਬੋਲਤ ਬਚ ਦੋ। ਤਾਂ ਇਸ ਪ੍ਰਕਾਰ ਗੱਲਾਂ ਕਰਦੇ ਕਰਦਿਆਂ ਨੇ ਇਸ ਤਰ੍ਹਾਂ ਸਾਬੋ ਕੀ ਤਲਵੰਡੀ ਆਪਣਾ ਨਨਕਾਣਾ ਸਾਹਿਬ ਰਾਏ ਭੋਏ ਦੀ ਤਲਵੰਡੀ ਪਹੁੰਚ ਗਏ। ਨਿਰਾਨੀ ਤਲਵੰਡੀ ਸੋ। ਤਾਂ ਫਿਰ ਕਹਿਣ ਲੱਗੇ ਗੁਰੂ ਜੀ, ਚੰਗਾ ਭਾਈ ਬਾਲਾ ਤੂੰ ਫਿਰ ਆਪਣੇ ਘਰ ਚਲਾ ਜਾ। ਪਿੰਡ ਦੇ ਨਗਰ ਨੇੜੇ ਆ ਕੇ ਨਾ ਮਹਾਰਾਜ ਜੀ ਨੇ ਭਾਈ ਬਾਲੇ ਨੂੰ ਕਿਹਾ, ਚੰਗਾ ਭਾਈ ਬਾਲਾ ਤੂੰ ਫਿਰ ਆਪਣੇ ਘਰ ਚਲਾ ਜਾ। ਹਾਂ ਤੋ ਚਲੇ ਆਇਓ ਨਿਜ ਸਦਨਾ। ਭਾਈ ਬਾਲਾ ਜੀ ਬਚਨ ਮੰਨ ਕੇ ਆਪਣੇ ਘਰ ਨੂੰ ਆ ਗਿਆ। ਪੁਰਨਾ ਪਰਵੇਸ਼ੇ ਪੰਕਜ ਬਦਨਾ। ਹੁਣ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨਹੀਂ ਘਰੇ ਗਏ, ਮਹਾਰਾਜ ਜੀ ਤਾਂ ਉੱਥੇ ਹੀ ਰੁਕ ਗਏ ਪਿੰਡ ਤੋਂ ਬਾਹਰ। ਏਕ ਤਾਲ ਜਲਹੀਨ ਜਦੂਰੀ। ਇੱਕ ਨਾ ਪਿੰਡ ਤੇ ਬਾਹਰ ਤਲਾਬ ਸੀ ਸੁੱਕਾ, ਉਹਦੇ ਤੇ ਬੈਠ ਗਏ ਮਹਾਰਾਜ ਜੀ। ਬੈਸੇ ਬੈਸਕ ਜਿਨ ਰੂਰੀ। ਉਹ ਤਲਾਬ ਦੇ ਵਿੱਚ ਜਾ ਕੇ ਨਾ ਸੁੱਕੇ ਤਲਾਬ ਤੇ ਬੈਠ ਕੇ ਮਹਾਰਾਜ ਜੀ ਅੱਖਾਂ ਨੇਤਰ ਬੰਦ ਕਰਕੇ ਸਮਾਧੀ ਲਾ ਕੇ ਬੈਠ ਗਏ। ਸੁਨਿਓ ਜਬ ਹੈ ਆਇਓ ਘਰ ਬਾਲਾ। ਹੁਣ ਪਿੰਡ ਦੇ ਵਿੱਚ ਹੁੰਦਾ ਹੀ ਹੈ, ਨਗਰ ਦੇ ਵਿੱਚ ਪਤਾ ਲੱਗ ਗਿਆ ਵੀ ਭਾਈ ਬਾਲਾ ਜੀ ਆ ਗਿਆ, ਭਾਈ ਬਾਲਾ ਜੀ ਆ ਗਿਆ। ਇਸ ਗੱਲ ਦੀ ਖਬਰ ਨੌਕਰਾਂ ਨੇ ਮਹਿਤਾ ਕਾਲੂ ਜੀ ਨੂੰ ਵੀ ਦੱਸ ਦਿੱਤੀ। ਹਾਲ ਕਾਲੂ ਤਤਕਾਲਾ। ਤੇ ਮਹਿਤਾ ਕਾਲੂ ਜੀ ਕਹਿੰਦੇ ਨਾਨਕ ਜੀ ਨਹੀਂ ਆਏ? ਕਹਿੰਦੇ ਨਾ ਜੀ, ਕੱਲਾ ਬਾਲਾ ਹੀ ਆਇਆ। ਤਾਂ ਇਸ ਗੱਲ ਕਰਕੇ ਮਹਿਤਾ ਕਾਲੂ ਜੀ ਪਹਿਲਾਂ ਤਾਂ ਘਬਰਾ ਗਏ ਵੀ ਕਿਤੇ ਸਾਧੂਆਂ ਨਾਲ ਹੀ ਨਾ ਤੁਰ ਗਏ ਹੁਣ ਕਿਸੇ ਪਾਸੇ, ਖਬਰ ਨਹੀਂ ਕਿਹੜੇ ਪਾਸੇ ਤੁਰ ਗਏ ਨੇ, ਕੱਲਾ ਬਾਲਾ ਕਿਵੇਂ ਘਰ ਵਾਪਸ ਆ ਗਿਆ। ਦਾਸ ਬਿਠਾਈ ਮੁਝੇ ਬੁਲਵਾਇਆ। ਉਸੇ ਵੇਲੇ ਆਪਣੇ ਨੌਕਰ ਭੇਜੇ ਮਹਿਤਾ ਕਾਲੂ ਜੀ ਨੇ ਤੇ ਭਾਈ ਬਾਲਾ ਜੀ ਨੂੰ ਬੁਲਾਇਆ ਗਿਆ। ਲੋਕਤ ਬਚਨ ਅਲਾਇਆ। ਹਾਂ, ਤੇ ਕਹਿਣ ਲੱਗੇ ਜਦੋਂ ਮੈਂ ਗਿਆ ਤਾਂ ਮਹਿਤਾ ਕਾਲੂ ਜੀ ਪੂਰੇ ਗੁੱਸੇ ਵਿੱਚ ਭਰੇ ਹੋਏ ਔਰ ਭਾਈ ਬਾਲਾ ਜੀ ਵੱਲ ਤੱਕ ਰਹੇ ਹਨ। ਕਹਾਂ ਕਾਰਖਿਕ ਨਾਨਕ ਕਹਿਵਾ। ਤਾਂ ਕਹਿਣ ਲੱਗੇ ਭਾਈ ਬਾਲਾ, ਪਹਿਲਾ ਮਹਾਰਾਜ ਜੀ ਦੇ ਮਹਿਤਾ ਕਾਲੂ ਜੀ ਦਾ ਪਹਿਲਾ ਸਵਾਲ ਕੀ ਹੈ, ਸੁਣੋ ਧਿਆਨ ਦੇ ਨਾਲ, ਦੁਬਾਰੇ ਪੜੋ। ਹਾਂਜੀ, ਕਹਾਂ ਕਾਰਖਿਕ ਨਾਨਕ ਕਹਿਵਾ। ਪਹਿਲਾ ਸਵਾਲ ਹੈ, ਭਾਈ ਬਾਲਾ ਤੈਨੂੰ ਜਿਹੜੇ 20 ਰੁਪਈਆਂ ਦੀ ਥੈਲੀ ਦਿੱਤੀ ਸੀ ਉਹ ਕਿੱਥੇ ਹੈ? ਫਿਰ ਦੂਜਾ, ਨਾਨਕ ਜੀ ਕਿੱਥੇ ਹੈ? ਹਾਂਜੀ, ਤਜਿਓ ਸੰਗ ਕਿਉਂ ਪਾਛੇ ਰਹਿਵਾ। ਹਾਂ, ਤੂੰ ਉਹਨਾਂ ਦਾ ਸਾਥ ਕਿਉਂ ਛੱਡਿਆ, ਉਹ ਪਿੱਛੇ ਕਿਵੇਂ ਰਹਿ ਗਏ? ਬਨਜਿਓ ਬਨਜ ਕਿਦੋਂ ਤੁਮ ਨਾਹੀ। ਕੀ ਤੁਸੀਂ ਵਪਾਰ ਨਹੀਂ ਕੀਤਾ? ਮੈਨੂੰ ਸਾਰੀ ਗੱਲ ਦੱਸ। ਇਸ ਤਰ੍ਹਾਂ ਗੁੱਸੇ ਦੇ ਵਿੱਚ ਮਹਿਤਾ ਕਾਲੂ ਜੀ ਬੋਲ ਰਹੇ ਨੇ, ਭਾਈ ਬਾਲਾ ਜੀ ਨੂੰ ਕਹਿ ਰਹੇ ਨੇ, ਭਾਈ ਬਾਲਾ ਜੀ 20 ਰੁਪਏ ਕਿੱਥੇ ਨੇ? ਨਾਨਕ ਜੀ ਕਿੱਥੇ ਹੈ? ਤੂੰ ਕੱਲਾ ਕਿਵੇਂ ਆ ਗਿਆ? ਉਹ ਪਿੱਛੇ ਕਿਵੇਂ ਰਹਿ ਗਏ? ਕੀ ਤੁਸੀਂ ਵਪਾਰ ਕੀਤਾ ਜਾਂ ਨਹੀਂ ਕੀਤਾ? ਮੈਨੂੰ ਸਾਰੀ ਗੱਲ ਪੂਰੀ ਖੋਲ ਕੇ ਸਮਝਾ। ਬਿਨ ਦਇਆ ਸੁਦਗਾ ਨਿਜ ਕਰ ਮਾਹੀ। ਤਾਂ ਕਹਿਣ ਲੱਗੇ ਸੱਚ ਸੱਚ ਦੱਸ, ਕਿਸ ਨਗਰੀ ਦੇ ਵਿੱਚ ਛੱਡ ਕੇ ਆਇਆ ਹੈ ਨਾਨਕ ਜੀ ਨੂੰ? ਕਹਿ ਨਗਰੀ ਮਹਿ ਤੇ ਕੋ ਛੋਰਾ। ਕਹਿਣ ਲੱਗੇ ਜੇ ਉਹ ਹਜੇ ਭਾਈ ਬਾਲਾ ਜੀ ਕੋਈ ਉੱਤਰ ਨਹੀਂ ਦੇ ਰਹੇ, ਚੁੱਪ ਨੇ। ਆਪ ਹੀ ਮਹਿਤਾ ਕਾਲੂ ਜੀ ਕਹਿ ਰਹੇ ਨੇ, ਜੇ ਉਹ ਕਿਸੇ ਗੱਲ ਨੂੰ ਲੈ ਕੇ ਤੇਰੇ ਨਾਲ ਰੁੱਸ ਗਿਆ ਸੀ ਤਾਂ ਉਹਨੂੰ ਘਰ ਕਿਉਂ ਨਹੀਂ ਤੂੰ ਮੋੜ ਕੇ ਲੈ ਕੇ ਆਇਆ? ਰੂਠ ਰਹਿਓ ਕਿਉਂ ਤੈ ਨਾ ਬਹੋਰਾ। ਤੈਂ ਕਿਉਂ ਨਹੀਂ ਉਹਨਾਂ ਨੂੰ ਮਨਾ ਕੇ ਲੈ ਕੇ ਆਇਆ? ਕਿਉਂ ਤੂੰ ਕੱਲਾ ਆ ਗਿਆ ਹੈ? ਅਸਬਜ ਸੁਣ ਕੇ ਗਿਰਾ ਉਬਾਚੀ। ਇਹ ਸਾਰੇ ਬਚਨ ਸੁਣ ਕੇ ਭਾਈ ਬਾਲਾ ਜੀ ਕਹਿਣ ਲੱਗਿਆ, ਤੇ ਮੈਂ ਸਾਰੀ ਗੱਲ ਸੱਚੀ ਸੱਚੀ ਦੱਸ ਦਿੱਤੀ। ਜਸ ਬਿਦ ਬੀਤੀ ਬਤਾਈ ਸਾਚੀ। ਜਿਵੇਂ ਗੱਲ ਬੀਤੀ ਸਾਰੀ, ਜੰਗਲ ਦੇ ਵਿੱਚ ਸਾਧੂ ਮਿਲੇ, ਕਹਿੰਦਾ ਮੈਂ ਸਾਰੀ ਗੱਲ ਦੱਸ ਦਿੱਤੀ ਇੱਕ ਕਾਨਨ ਮੈਂ ਹੁਤੇ ਫਕੀਰਾ। ਕਿ ਇਹ ਮਹਿਤਾ ਜੀ ਅਸੀਂ ਨਾ ਕਈ ਨਗਰ ਪਾਰ ਕਰਕੇ ਜਦੋਂ ਜੰਗਲ ਦੇ ਵਿੱਚ ਪਹੁੰਚੇ, ਜੰਗਲ ਦੇ ਵਿੱਚ ਕੀ ਦੇਖਿਆ? ਚਲੇ ਜਾਤ ਵੈਸੇ ਤਿੰਨ ਤੀਰਾ। ਤਾਂ ਜਾਂਦੇ ਜਾਂਦੇ ਰਸਤੇ ਵਿੱਚ ਸਾਨੂੰ ਇੱਕ ਫਕੀਰ ਮਿਲ ਗਏ, ਸਾਧੂ ਸੰਤ ਮਿਲ ਗਏ। ਕਛਕ ਪਰਸ ਪਰ ਬੋਲਨ ਕੀਨਾ। ਕੁਝ ਕੁ ਉਹਨਾਂ ਦੇ ਨਾਲ ਸਾਡਾ ਵਿਚਾਰ ਵਟਾਂਦਰਾ ਹੋਇਆ। ਭੋਜਨ ਹਿਤ ਤਿਨ ਕੋ ਤਨ ਦੀਨਾ। ਫਿਰ ਮੇਰੇ ਤੋਂ ਲੈ ਕੇ ਥੈਲੀ ਨਾਨਕ ਜੀ ਨੇ ਪੈਸਿਆਂ ਦੀ ਉਹ ਸਾਧੂਆਂ ਨੂੰ ਦੇ ਦਿੱਤੀ। ਕਹਿਣ
ਆਇਸ ਜੈਸੀ। ਤਾਂ ਕਹਿਣ ਲੱਗੇ, ਮੈਂ ਕਿਹਾ ਵੀ ਪਿਤਾ ਜੀ ਨੇ ਕਿਹਾ ਸੀ ਵੀ ਆਪਾਂ ਨੇ ਵਪਾਰ ਕਰਨਾ ਹੈ। ਤਾਂ ਨਾਨਕ ਜੀ ਨੇ ਕਿਹਾ ਕਿ ਪਿਤਾ ਜੀ ਦਾ ਹੁਕਮ ਹੈ ਕਿ ਲਾਭ ਦਾ ਸੌਦਾ ਕਰਨਾ ਹੈ। ਇਸ ਕਰਕੇ ਮੈਨੂੰ ਕਹਿਣ ਲੱਗੇ, ਭਾਈ ਬਾਲਾ ਇਹ ਤੋਂ ਚੰਗਾ ਲਾਭ ਦਾ ਸੌਦਾ ਕੋਈ ਹੋਰ ਨਹੀਂ ਸਕਦਾ। ਸੋ ਇਸ ਕਰਕੇ ਉਹਨਾਂ ਨੇ 20 ਦੇ 20 ਰੁਪਏ ਦੀ ਥੈਲੀ ਸਾਧੂਆਂ ਨੂੰ ਭੇਟਾ ਕਰ ਦਿੱਤੀ ਔਰ ਉਹਦਾ ਰਾਸ਼ਨ ਲਿਆ ਕੇ ਸਾਧੂਆਂ ਨੂੰ ਦੇ ਦਿੱਤਾ। ਭਲੇ ਬਨਜ ਕੀ ਕੀਨੀ ਤੈਸੀ। ਤਾਂ ਇਸ ਕਰਕੇ ਕਹਿਣ ਲੱਗੇ ਵੀ ਇਹ ਭਲਾ ਬਣਜ ਹੈ ਭਾਈ ਬਾਲਾ ਜੀ। ਤੇ ਕਰ ਦਰਬ ਕਰਨ ਮੁਰਿਆਏ। ਤੇ ਅਸੀਂ ਸਾਰਾ ਰਾਸ਼ਨ ਪਾਣੀ ਦੇ ਕੇ ਤੇ ਉੱਥੋਂ ਅਸੀਂ ਵਾਪਸ ਘਰ ਨੂੰ ਵਾਪਸ ਆ ਗਏ। ਨਗਰ ਵਹਿਰ ਬੈਸੇ ਕਿਸ ਥਾਏ। ਤੇ ਕਹਿਣ ਲੱਗੇ, ਫਿਰ ਨਾਨਕ ਜੀ ਕਿੱਥੇ ਹੈ? ਕਹਿਣ ਲੱਗੇ, ਜੀ ਆ ਨਗਰ ਤੱਕ ਤੇ ਬਾਹਰ ਤੱਕ ਤਾਂ ਮੇਰੇ ਨਾਲ ਹੀ ਆਏ ਸੀ। ਜਿੱਥੇ ਉਹ ਅਕਸਰ ਬਹਿੰਦੇ ਨੇ ਉਹ ਸੁੱਕਾ ਤਲਾਬ ਹੈ, ਉੱਥੇ ਬੈਠੇ ਹਨ। ਸੋ ਇਸ ਤਰ੍ਹਾਂ ਭਾਈ ਬਾਲਾ ਜੀ ਨੇ ਦੱਸ ਦਿੱਤਾ। ਕ੍ਰੋਧ ਕਰਨ ਤੁਮ ਤੇ ਡਰ ਧਰ ਕੇ। ਤੇ ਵੀ ਤੁਸੀਂ ਗੁੱਸਾ ਕਰੋਗੇ, ਇਸ ਕਰਕੇ ਉਹ ਘਰ ਨਹੀਂ ਆਏ, ਤੁਹਾਡੇ ਕ੍ਰੋਧ ਤੋਂ ਡਰ ਕੇ। ਸਦਨ ਨ ਆਏ ਇਹ ਵਿਚਰ ਕੇ। ਇਹ ਗੱਲ ਨੂੰ ਵਿਚਾਰ ਕਰਕੇ ਨਾਨਕ ਜੀ ਸ਼ਾਇਦ ਉਹ ਬਾਹਰ ਪਿੰਡ ਤੋਂ ਹੀ ਰੁਕ ਗਏ ਵੀ ਪਿਤਾ ਜੀ ਬਹੁਤ ਗੁੱਸਾ ਕਰਨਗੇ, ਅਸੀਂ ਪੈਸੇ ਇਸ ਤਰ੍ਹਾਂ ਗਵਾਏ ਆ, ਤਾਂ ਇਸ ਕਰਕੇ ਉੱਥੇ ਹੀ ਰੁਕ ਗਏ। ਅਸ ਸੁਨ ਕਾਲੂ ਕ੍ਰੋਧ ਨ ਥੋਰਾ। ਬਸ ਭਾਈ ਬਾਲਾ ਜੀ ਤੋਂ ਗੱਲ ਸੁਣਨ ਸਾਰ ਮਹਿਤਾ ਕਾਲੂ ਜੀ ਗੁੱਸੇ ਦੇ ਵਿੱਚ ਭਰ ਗਏ, ਕ੍ਰੋਧ ਦੇ ਵਿੱਚ ਲਾਲ ਹੋ ਗਏ। ਪਰ ਸਦਕ੍ਰਿਤ ਜਿਉ ਪਾਵਕ ਜੋਰਾ। ਭਾਈ ਬਾਲੇ ਜੀ ਨੂੰ ਦੇਖ ਕੇ ਤਾਂ ਪਹਿਲੇ ਗੁੱਸਾ ਕਰ ਰਹੇ ਸਨ। ਜਦੋਂ ਭਾਈ ਬਾਲਾ ਜੀ ਨੇ ਇਸ ਤਰ੍ਹਾਂ ਬਚਨ ਕਹੇ ਤਾਂ ਮਾਨੋ ਕਿ ਅੱਗ ਦੇ ਵਿੱਚ ਘਿਓ ਪਾ ਕੇ ਜਿਵੇਂ ਅੱਗ ਹੋਰ ਭੜਕ ਉੱਠਦੀ ਹੈ, ਮਹਿਤਾ ਕਾਲੂ ਜੀ ਦੇ ਅੰਦਰ ਗੁੱਸਾ ਹੋਰ ਵੱਧ ਗਿਆ। ਕਹੇ ਕਿ ਮੁਝ ਕੋ ਦੇਹੋ ਬਤਾਈ। ਚੱਲ ਕਹਿੰਦੇ ਭਾਈ ਬਾਲਾ ਕਿੱਥੇ ਬੈਠੇ ਨੇ ਨਾਨਕ ਜੀ, ਮੈਨੂੰ ਦਿਖਾ। ਇਸ ਤਰ੍ਹਾਂ ਗੁੱਸੇ ਦੇ ਵਿੱਚ ਬੋਲੇ। ਚਲੋ ਸੰਗ ਬੈਸਿਓ ਜਹ ਥਾਈ। ਚੱਲ ਮੈਨੂੰ ਦਿਖਾ, ਕਹਿੰਦੇ ਕਿੱਥੇ ਬੈਠੇ ਨੇ। ਪੜੋ ਛੇਤੀ। ਹਾਂਜੀ। ਮੁਖ ਤੇ ਬੋਲਤ ਗਿਰਾ ਕਠੋਰਾ। ਭਾਈ ਬਾਲਾ ਜੀ ਕਹਿੰਦੇ ਮੈਨੂੰ ਵੀ ਚੰਗੀਆਂ ਗਾਲਾਂ ਕੱਢੀਆਂ, ਬਹੁਤ ਕਠੋਰ ਵਚਨ ਮੈਨੂੰ ਵੀ ਬੋਲੇ। ਤੇ ਮੁਝ ਸੰਗ ਚਲਿਓ ਤਿਨੇ ਔਰਾ। ਮੈਨੂੰ ਨਾਲ ਲੈ ਕੇ ਤੁਰ ਪਏ। ਸੁਣੀ ਮਾਤ ਸਭ ਧਨ ਕੀ ਗਾਥਾ। ਤਾਂ ਇਸ ਪ੍ਰਕਾਰ ਜਦੋਂ ਮਾਤਾ ਤ੍ਰਿਪਤਾ ਜੀ ਨੇ ਵੀ ਘਰ ਦੇ ਵਿੱਚ ਗੱਲ ਹੁੰਦੀ ਸੁਣੀ, ਕਿਉਂਕਿ ਮਹਿਤਾ ਕਾਲੂ ਜੀ ਉੱਚੇ ਉੱਚੇ ਬੋਲ ਰਹੇ ਸਨ। ਜਦੋਂ ਮਾਤਾ ਤ੍ਰਿਪਤਾ ਜੀ ਨੇ ਇਸ ਤਰ੍ਹਾਂ ਸੁਣਿਆ ਕਿ ਮਹਿਤਾ ਕਾਲੂ ਜੀ ਬਹੁਤ ਗੁੱਸੇ ਵਿੱਚ ਆ ਕੇ ਵੀ ਨਾਨਕ ਜੀ ਦੇ ਕੋਲੇ ਚੱਲੇ ਹਨ, ਭਾਈ ਬਾਲੇ ਨੂੰ ਨਾਲ ਲੈ ਕੇ ਗਏ ਨੇ। ਮਾਤਾ ਤ੍ਰਿਪਤਾ ਜੀ ਜਾਣਗੇ ਵੀ ਮਹਿਤਾ ਕਾਲੂ ਜੀ ਗੁੱਸੇ ਦੇ ਵਿੱਚ ਮਾਰ ਕੁੱਟ ਕਰਨਗੇ, ਮਾਰਨਗੇ ਨਾਨਕ ਜੀ ਦੇ। ਪਹਿਲਾਂ ਵੀ ਗੁੱਸੇ ਦੇ ਵਿੱਚ ਆ ਕੇ ਮਾਰ ਦਿੰਦੇ। ਤਾਂ ਮਾਤਾ ਤ੍ਰਿਪਤਾ ਜੀ ਇੱਕਦਮ ਘਬਰਾ ਗਏ। ਭੋਜਨ ਗਾ ਕਾਲੂ ਰਿਸ ਸਾਥਾ। ਤੇ ਕਹਿਣ ਲੱਗੇ ਵੀ ਪਿਤਾ ਮਹਿਤਾ ਜੀ, ਨਾਨਕ ਜੀ ਦੇ ਪਿਤਾ ਜੀ ਮਹਿਤਾ ਕਾਲੂ ਜੀ ਉਹਨਾਂ ਨੂੰ ਲੱਭਣ ਗਏ ਹਨ। ਤੁਰਤ ਦਬਹਿਦਨਿਆ ਕੋ ਭੇਜਾ। ਉਸੇ ਵੇਲੇ ਬੇਬੇ ਨਾਨਕੀ ਜੀ ਜਿਹੜੀ ਮਹਾਰਾਜ ਜੀ ਦੀ ਭੈਣ ਸੀ, ਉਹਨੂੰ ਭਜਾਇਆ ਮਾਤਾ ਤ੍ਰਿਪਤਾ ਜੀ ਨੇ ਵੀ ਜਾ ਤੇਰੇ ਭਰਾ ਨੂੰ ਦੇ ਨਾਲ ਕੁੱਟਮਾਰ ਕਰਨਗੇ, ਜਾਂ ਆਪਣੇ ਪਿਤਾ ਜੀ ਨੂੰ ਜਾ ਕੇ ਰੋਕ। ਇਸ ਤਰ੍ਹਾਂ ਕਰਕੇ ਮਾਤਾ ਤ੍ਰਿਪਤਾ ਜੀ ਨੇ ਉਸੇ ਵੇਲੇ ਉਹਨੂੰ ਭਜਾਇਆ। ਪਾਤਰਿਸ ਤੇ ਉਠ ਤਰਕ ਕਰੇ ਜਾ। ਤਾਂ ਇਸ ਪ੍ਰਕਾਰ ਕਿ ਤੁਹਾਡੇ ਪਿਤਾ ਜੀ ਬਹੁਤ ਗੁੱਸੇ ਵਿੱਚ ਆ ਕੇ ਇੱਥੋਂ ਘਰੋਂ ਤੁਰੇ ਹਨ। ਹਰੋ ਦਾਸੀ ਦਾਸ ਪਠਾਏ। ਮਾਤਾ ਤ੍ਰਿਪਤਾ ਜੀ ਨੇ ਘਰ ਦੇ ਨੌਕਰ ਨੌਕਰਾਣੀਆਂ ਉਹ ਵੀ ਭਜਾਏ ਵੀ ਤੁਸੀਂ ਜਾ ਕੇ ਰੋਕੋ, ਕੋਈ ਝਗੜਾ ਨਾ ਹੋ ਜਾਵੇ। ਨਿਤ ਵੀ ਲੋਕ ਨੇ ਲੋਕ ਸਿਧਾਏ। ਆਂਢੀ ਗੁਆਂਢੀ ਵੀ ਪਤਾ ਲੱਗ ਗਿਆ, ਉਹ ਵੀ ਭੱਜ ਤੁਰੇ ਵੀ ਮਹਿਤਾ ਕਾਲੂ ਜੀ ਕਿਤੇ ਮਾਰੇ ਨਾ। ਬਹਿਰ ਜਾਏ ਪਿਖ ਚੱਲ ਬਿਨ ਤਾਲਾ। ਹਾਂ, ਫਿਰ ਉੱਥੇ ਪਹੁੰਚ ਗਏ ਜਿੱਥੇ ਸੁੱਕੇ ਤਲਾਬ ਦੇ ਵਿੱਚ ਗੁਰੂ ਨਾਨਕ ਜੀ ਬੈਠੇ ਸਨ। ਐਸੇ ਨੀਵ ਸਥਾਨ ਕਿਰਪਾਲਾ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਅੱਖਾਂ ਬੰਦ ਕਰਕੇ ਆਰਾਮ ਦੇ ਨਾਲ ਬੈਠੇ ਨੇ। ਹੁਣ ਗੁਰੂ ਘਰ ਦਾ ਲੰਗਰ ਦੇਖਿਓ, ਉਹਦੇ ਵਿੱਚ ਮਾਰ ਖਾਈਏ ਮਹਾਰਾਜ ਨੇ, ਇਹ ਲੰਗਰ ਐਵੇਂ ਨਹੀਂ ਚੱਲਦੇ। ਮਹਾਰਾਜ ਜੀ ਔਸਾ ਪਾਠ ਅਦਾ ਕਰ ਰਹੇ ਨੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਐਵੇਂ ਥੋੜਾ ਗੁਰਸਿੱਖਾਂ ਨੇ ਏਡੇ ਏਡੇ ਕੁਰਬਾਨੀਆਂ ਦੇਤੀਆਂ। ਫਿਰ ਗੁਰੂ ਸਾਹਿਬ ਜੀ ਨੇ ਪਹਿਲਾਂ ਚਾਲੀ ਤੋਰੀ ਹੈ ਮਹਾਰਾਜ ਜੀ ਨੇ। ਕਲਯੁਗ ਦੇ ਵਿੱਚ ਧਰਮ ਰੱਖਣ ਵਾਸਤੇ ਕੁਰਬਾਨੀ ਦੇਣੀ ਪੈਂਦੀ ਹੈ। ਸੱਚ ਤੇ ਰਾਹ ਤੇ ਚੱਲਣ ਵਾਸਤੇ ਦੁੱਖ ਤਕਲੀਫਾਂ ਨੂੰ ਝੱਲਣਾ ਪੈਂਦਾ ਹੈ, ਆਦਰ ਨਿਰਾਦਰ ਨੂੰ ਝੱਲਣਾ ਪਵੇਗਾ। ਸੋ ਇਸ ਕਰਕੇ ਮਹਾਰਾਜ ਜੀ ਨੇ ਅੱਜ
ਐਸਾ ਹੀ ਪਾਠ ਅਦਾ ਕੀਤਾ ਹੈ। ਸੁੱਕੇ ਤਲਾਬ ਦੇ ਵਿੱਚ ਮਹਾਰਾਜ ਜੀ ਚੌਂਕੜਾ ਲਾ ਕੇ ਬੈਠੇ ਹਨ। ਅਵਲੋਕਿਓ ਕਾਲੂ ਜਹ ਕਾਲਾ, ਤਾਂ ਉੱਥੇ ਜਾ ਕੇ ਮਹਿਤਾ ਕਾਲੂ ਜੀ ਬੋਲੇ, ਬੋਲਤ ਬਹਾਦੁਰ ਬਚਨ ਵਿਸਾਲਾ, ਬਹੁਤ ਜਾਨੀ ਕਿ ਕ੍ਰੋਧ ਦੇ ਵਿੱਚ ਆ ਕੇ ਕਠੋਰ ਬਚਨ ਬੋਲੇ। ਕਹਿ ਕਰ ਬੂਝਤ ਰਿਸ ਕਰ ਭਾਰੀ, ਤੇ ਮਹਾਰਾਜ ਜੀ ਨੇ ਅੱਖਾਂ ਬੰਦ ਕਰੀ ਬੈਠੇ ਸਨ, ਜ਼ਬਾਨ ਤੇ ਨਹੀਂ ਪਹਿਲਾਂ ਬੋਲੇ, ਬਾਂਹ ਤੋਂ ਫੜ ਕੇ ਝੰਜੋੜਿਆ ਮਹਾਰਾਜ ਜੀ ਨੂੰ। ਕਹਾਂ ਕਾਰਖਿਕ ਸਦਨ ਉਜਾਰੀ, ਕਹਿਣ ਲੱਗੇ, ਇਸ ਤਰ੍ਹਾਂ ਦੇਖੋ ਆਪਾਂ ਕਥਾ ਦੇ ਵਿੱਚ ਵੀ ਉਹ ਲਫ਼ਜ਼ ਨਹੀਂ ਬੋਲ ਸਕਦੇ, ਇਸ ਤਰ੍ਹਾਂ ਕਿਹਾ, ਕਹਾਂ ਕਾਰਿਕ ਸਦਨ ਉਜਾਰੀ। ਕਹਿਣ ਲੱਗੇ, ਇਹ ਘਰ ਦੇ ਜਾੜੂ, ਪੈਸਿਆਂ ਦੀ ਥੈਲੀ ਕਿੱਥੇ ਹੈ? ਇਸ ਤਰ੍ਹਾਂ ਮਹਿਤਾ ਕਾਲੂ ਜੀ ਨੇ ਬੋਲਿਆ। ਕਹਾਂ ਬਨਜ ਜੋ ਤੈ ਕਰ ਲਿਆਇਓ, ਕਿਹੜਾ ਵਪਾਰ, ਕਿਹੜਾ ਸੌਦਾ, ਕਿਹੜਾ ਲਾਭ ਖੱਟ ਕੇ ਤੂੰ ਘਰ ਨੂੰ ਆਇਆ ਹੈ? ਕਰ ਜਨਮਿਓ ਮਮ ਨਾਮ ਗਵਾਇਓ। ਕਹਿਣ ਲੱਗੇ, ਜਿਸ ਦਿਨ ਦਾ ਤੁਸੀਂ ਸਾਡੇ ਘਰ ਜਨਮ ਲਿਆ, ਮੇਰਾ ਤਾਂ ਨਾਂ ਹੀ ਮਿੱਟੀ ਦੇ ਵਿੱਚ ਮਿਲਾ ਦਿੱਤਾ। ਇੱਥੋਂ ਤੱਕ ਮਹਿਤਾ ਕਾਲੂ ਜੀ ਨੇ ਕਹਿ ਦਿੱਤਾ ਗੁੱਸੇ ਵਿੱਚ ਆ ਕੇ। ਸੁਨ ਕਮਲਾਨਨ ਤੂਸ਼ਨ ਠਾਨੀ, ਇਹ ਸੁਣ ਕੇ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨਹੀਂ ਬੋਲੇ, ਅੱਖਾਂ ਨੀਵੀਆਂ ਨੇ, ਚੁੱਪ ਹਨ। ਬਹੁਤ ਮਹਾਰਾਜ ਜੀ ਗੰਭੀਰ ਖੜੇ ਹਨ। ਪਿਤ ਬੁਲਾਏ ਨਹਿ ਬੋਲਤ ਬਾਨੀ, ਪਿਤਾ ਜੀ ਬੁਲਾਉਂਦੇ ਨੇ, ਬਾਂਹ ਤੋਂ ਫੜ ਫੜ ਕੇ ਬੁਲਾਉਂਦੇ ਨੇ, ਕਿੱਥੇ ਨੇ ਮੇਰੇ ਪੈਸੇ? ਦੱਸ ਕਿੱਥੇ ਨੇ ਮੇਰੇ ਪੈਸੇ? ਕੀ ਕੀਤਾ ਪੈਸਿਆਂ ਦਾ? ਪਿਤਾ ਜੀ ਬੁਲਾਉਂਦੇ ਨੇ ਪਰ ਮਹਾਰਾਜ ਜੀ ਨਹੀਂ ਬੋਲਦੇ। ਹਾਂਜੀ, ਜਾਂ ਤੇ ਅਧਿਕ ਕ੍ਰੋਧ ਕਰ ਕਾਲੂ, ਜਦੋਂ ਗੱਲ ਦਾ ਜਵਾਬ ਨਾ ਦਿੱਤਾ, ਮਹਿਤਾ ਕਾਲੂ ਜੀ ਨੂੰ ਹੋਰ ਗੁੱਸਾ ਚੜ ਗਿਆ। ਮਹਿਤਾ ਕਾਲੂ ਜੀ ਹੋਰ ਗੁੱਸੇ ਵਿੱਚ ਭਰ ਗਏ। ਕਰੀ ਤਾੜਨਾ ਤਰਾਸ ਬਿਸਾਲੂ, ਤਾਂ ਇਸ ਪਰ ਫਿਰ ਹੋਰ ਝਿੜਕਣ ਲੱਗ ਪਏ। ਨਹਿਨ ਹਾਥ ਤੇ ਬਾਮ ਕਪੋਲਾ, ਤਾਂ ਇਸ ਕਰਕੇ ਸੱਜੇ ਹੱਥ ਨਾਲ ਮਹਾਰਾਜ ਜੀ ਨੇ ਖੱਬੀ ਗੱਲ ਤੇ ਮਹਾਰਾਜ ਜੀ ਦੇ ਖਿੱਚ ਕੇ ਚਪੇੜ ਮਾਰਿਆ। ਇਸ ਤਰ੍ਹਾਂ ਮਹਿਤਾ ਕਾਲੂ ਜੀ ਨੇ ਕ੍ਰੋਧ ਦੇ ਵਿੱਚ ਆ ਕੇ ਜਦੋਂ ਕੀਤਾ, ਹੁਣ ਮਹਾਰਾਜ ਜੀ ਦੀ ਹਜੇ ਉਮਰ ਚੜ੍ਹਦੀ ਹੈ, ਦਾੜੀ ਨਹੀਂ ਆਈ ਮਹਾਰਾਜ ਜੀ ਦੇ ਪੂਰੇ, ਬਹੁਤ ਸੁੰਦਰ ਚਿਹਰਾ ਮਹਾਰਾਜ ਜੀ ਦਾ, ਲਾਲ ਸੁਰਖ। ਤੇ ਉਹ ਜਦੋਂ ਮਹਾਰਾਜ ਜੀ ਨੇ ਚਪੇੜ ਮਾਰੀ, ਉਹ ਮੂੰਹ ਤੇ ਛਪ ਗਈ ਮਹਾਰਾਜ ਜੀ ਦੇ। ਇਸ ਪ੍ਰਕਾਰ ਹਨੇ ਤਮਾਚੇ ਬਲ ਸੋਂ ਤੋਲਾ, ਦੂਜੇ ਪਾਸੇ ਦਾ ਲੈ ਕੇ ਫਿਰ ਦੂਜੇ ਗੱਲ ਤੇ ਮਾਰਿਆ, ਯਾਨੀ 2 ਥੱਪੜ ਮਹਾਰਾਜ ਜੀ ਦੇ ਮੂੰਹ ਤੇ ਮਹਿਤਾ ਕਾਲੂ ਜੀ ਨੇ ਮਾਰੇ। ਹਾਂਜੀ, ਮਹਿਤਾ ਕਾਲੂ ਜੀ ਦੀ ਤਪੱਸਿਆ ਕੀਤੀ ਹੈ। ਜਿਵੇਂ ਕ੍ਰਿਸ਼ਨ ਭਗਵਾਨ ਜੀ ਨੇ ਜਸੋਦਾ ਰਾਣੀ ਤੋਂ ਛਟੀਆਂ ਖਾਧੀਆਂ, ਛੋਟੇ ਜਿਹੇ ਹੁੰਦੇ ਮੱਖਣੀ ਪਿੱਛੇ ਬੰਨਣਾ ਵੀ ਪਿਆ, ਬੰਨ ਦੀ ਦਿੰਦੀ ਜਸੋਦਾ ਰਾਣੀ, ਛਟੀਆਂ ਵੀ ਖਾਂਦੇ, ਬੜੀ ਕੁੱਟ ਖਾਧੀ ਕ੍ਰਿਸ਼ਨ ਭਗਵਾਨ ਜੀ ਨੇ। ਦੇਖੋ, ਰੱਬ ਪ੍ਰੇਮ ਦਾ ਬੰਨਿਆ ਹੋਇਆ ਭਗਤਾਂ ਨੇ ਤਪੱਸਿਆ ਕਰਕੇ ਵਰਤਾ ਲੈ ਲੈਂਦੇ ਨੇ ਵੀ ਹੇ ਪਰਮੇਸ਼ਰ, ਤੂੰ ਸਾਡੇ ਘਰ, ਅਸੀਂ ਚਾਹੁੰਦੇ ਹਾਂ ਵੀ ਮਾਤ ਲੋਕ ਦੇ ਵਿੱਚ ਤੂੰ ਸਾਡੇ ਘਰ ਆ ਕੇ ਜਨਮ ਲਵੇਂ, ਸਾਡੀ ਕੁੱਲ ਨੂੰ ਭਾਗ ਲਾਵੇਂ। ਹੁਣ ਜਿਨ੍ਹਾਂ ਸਾਧੂ ਮਹਾਤਮਾ ਨੇ ਹੱਠ ਕੀਤਾ, ਤਪ ਕੀਤਾ, ਬੰਦਗੀ ਕੀਤੀ ਹੈ, ਪਰਮੇਸ਼ਰ ਇਸ ਤਰ੍ਹਾਂ ਕਰਜ਼ਾ ਤਾਰਦਾ। ਦੇਖੋ ਅੱਜ ਖੜਿਆ ਥੱਪੜ ਖਾ ਰਿਹਾ ਮਹਾਰਾਜ ਜੀ। ਪਰਮੇਸ਼ਰ ਰੂਪ ਦੇ ਵਿੱਚ ਗੁਰੂ ਨਾਨਕ ਦੇਵ ਜੀ ਮਹਿਤਾ ਕਾਲੂ ਜੀ ਤੋਂ 2 ਥੱਪੜ ਖਾਧੇ, ਲਾਲ ਪੂਰੇ ਮੂੰਹ ਤੇ ਛਪ ਗਏ। ਬਾਮ ਹਾਥ ਤੇ ਦਹਨ ਗਣ ਸਥਲ, ਤਾਂ ਇਸ ਪ੍ਰਕਾਰ ਜਦੋਂ 2 ਚਪੇੜਾਂ ਮਾਰੀਆਂ, ਹਨੇ ਚਪੇਟਨ ਰਿਸ ਕਰ ਨਿਜ ਬਲ, ਹੁਣ ਬਲ ਵਿੱਚ ਆ ਕੇ ਜਦੋਂ ਹੋਰ ਚਪੇੜ ਲੱਗੇ ਮਾਰਨ, ਸ੍ਰੀ ਨਾਨਕ ਕੇ ਨੈਣਨ ਨੀਰਾ, ਤੇ ਮਹਾਰਾਜ ਜੀ ਦੇ ਨੇਤਰਾਂ ਚੋਂ ਜਲ ਬਹਿ ਤੁਰਿਆ। ਨਿਕਸ ਚਲਿਓ ਜਿਉ ਮਾਨੀ ਪੀਰਾ, ਮਾਨੋ ਕਿ ਮਹਾਰਾਜ ਜੀ ਗੰਭੀਰ ਹੋ ਗਏ ਔਰ ਨੇਤਰਾਂ ਚੋਂ ਜਲ ਬਹਿ ਤੁਰਦਾ ਹੈ। ਮਨ ਹੋ ਮੀਨ ਦੋ ਪੀ ਕਰ ਪਾਣੀ, ਹਾਂ, ਪਾਣੀ ਇਸ ਤਰ੍ਹਾਂ ਅੱਖਾਂ ਚੋਂ ਤੁਰ ਪਿਆ। ਜਦੋਂ ਹੋਰ ਮਾਰ ਲੱਗੇ ਤਾਂ ਬੇਬੇ ਨਾਨਕੀ ਮੂਹਰੇ ਆ ਗਈ। ਦੇਖੋ, ਬੇਬੇ ਨਾਨਕੀ ਨੇ ਮੂਹਰੇ ਆ ਕੇ ਭਰਾ ਨਾਨਕ ਜੀ ਨੂੰ ਪਿੱਛੇ ਕਰ ਲਿਆ, ਮੂਹਰੇ ਆ ਕੇ ਆਪਣੇ ਪਿਤਾ ਮੂਹਰੇ ਹੱਥ ਜੋੜੇ, ਕਹਿਣ ਲੱਗੇ, ਪਿਤਾ ਜੀ ਹੁਣ ਹੋਰ ਕ੍ਰੋਧ ਧਾਰਨ ਨਾ ਕਰੋ। ਸੋ ਇਸ ਪ੍ਰਕਾਰ ਹੋਰ ਵੀ ਦਾਸ ਦਾਸੀ ਪਹੁੰਚ ਗਏ। ਸਾਰੇ ਪਹੁੰਚਣ ਤੋਂ ਸਾਰਾ ਗੱਲਬਾਤ ਬੜੀ ਝਿੜਕਾਂ ਦਿੱਤੀਆਂ। ਇਸ ਤਰ੍ਹਾਂ ਕਰਕੇ ਬੜਾ ਕ੍ਰੋਧ ਕੀਤਾ, ਕ੍ਰੋਧ ਧਾਰਨ ਕਰਤੇ। ਫਿਰ ਘਰ ਨੂੰ ਲੈ ਆਉਂਦੇ ਨੇ। ਜਦੋਂ ਘਰ ਪਹੁੰਚੇ, ਮਾਤਾ ਤ੍ਰਿਪਤਾ ਜੀ ਨੇ ਮਹਾਰਾਜ ਜੀ ਦਾ ਚਿਹਰਾ ਦੇਖਿਆ, ਉਹ ਉਂਗਲਾਂ ਛਪੀਆਂ ਦੇਖੀਆਂ। ਮਾਤਾ ਤ੍ਰਿਪਤਾ ਜੀ ਗਲ ਨਾਲ ਲਾ ਕੇ ਰੋਣ ਲੱਗ ਪਏ ਤੇ ਕਹਿਣ ਲੱਗੇ, ਹੇ ਪੁੱਤਰ, ਤੂੰ ਮੇਰੀ ਇੱਕ ਗੱਲ ਮੰਨ, ਤੂੰ ਕੋਈ ਵੀ ਕੰਮ ਨਾ ਕਰ, ਤੂੰ ਆਰਾਮ ਨਾਲ ਘਰ ਬੈਠਾ ਰਹਿ, ਆਪਣਾ
ਭਜਨ ਬੰਦਗੀ ਜੋ ਤੈ ਕਰਨਾ ਰੱਬ ਦਾ ਨਾਂ ਲੈ, ਪਰ ਤੂੰ ਅੱਜ ਤੋਂ ਬਾਅਦ ਕੋਈ ਘਰ ਦੇ ਕੋਈ ਵਪਾਰ ਨਾ ਕਰਨ ਜਾਈਂ, ਤੇਰੇ ਤੋਂ ਵਿਗਾੜ ਹੁੰਦਾ, ਤੇਰਾ ਪਿਤਾ ਜੀ ਫਿਰ ਗੁੱਸਾ ਕਰਦਾ। ਸੋ ਇਸ ਪ੍ਰਕਾਰ ਫਿਰ ਮਾਤਾ ਤ੍ਰਿਪਤਾ ਜੀ ਨੇ ਬਹੁਤ ਆਪਣੇ ਚੁੰਨੀ ਦੇ ਨਾਲ ਮਹਾਰਾਜ ਦਾ ਚਿਹਰਾ ਸਾਫ਼ ਕੀਤਾ, ਪਰ ਮਹਿਤਾ ਕਾਲੂ ਜੀ ਉਸ ਦਿਨ ਝਗੜਾ ਹੀ ਕਰਦੇ ਰਹੇ। ਇਸ ਗੱਲ ਦਾ ਪਤਾ ਰਾਏ ਬੁਲਾਰ ਜੀ ਨੂੰ ਲੱਗਿਆ। ਰਾਏ ਬੁਲਾਰ ਜੀ ਨੇ ਮਹਿਤਾ ਕਾਲੂ ਜੀ ਤੇ ਨਾਨਕ ਜੀ ਨੂੰ ਆਪਣੀ ਕਚਹਿਰੀ ਦੇ ਵਿੱਚ ਸੱਦਿਆ। ਬੜਾ ਮਹਿਤਾ ਕਾਲੂ ਜੀ ਨੂੰ ਰਾਏ ਬੁਲਾਰ ਜੀ ਬਚਨ ਬੋਲਦਾ, ਕਹਿਣ ਲੱਗਿਆ, ਤੁਹਾਡੇ ਮਨ ਵਿੱਚ ਧਨ ਦੀ ਇੱਛਾ ਹੈ, ਤੁਹਾਨੂੰ ਇਹ ਪਰਮੇਸ਼ਰ ਦਾ ਰੂਪ ਹਨ, ਇਹ ਨਹੀਂ ਤੁਹਾਨੂੰ ਨਜ਼ਰ ਆਉਂਦਾ। ਤਾਂ ਰਾਏ ਬੁਲਾਰ ਜੀ ਕਹਿਣ ਲੱਗਿਆ, ਜੇ ਤੁਹਾਡੇ ਅੰਦਰ ਧਨ ਦੀ ਇੱਛਾ ਹੈ, ਆਪਣੇ ਦਾਸ ਨੂੰ ਕਹਿੰਦੇ ਲਿਆ 20 ਰੁਪਏ ਮੈਂ ਮਹਿਤਾ ਕਾਲੂ ਜੀ ਨੂੰ ਦੇਵਾਂ। ਮਹਿਤਾ ਕਾਲੂ ਜੀ ਲੈਂਦਾ ਨਹੀਂ, ਮਹਿਤਾ ਕਾਲੂ ਜੀ ਲੈਂਦੇ ਨਹੀਂ। ਤੇ ਜੋਰੀ ਰਾਏ ਬੁਲਾਰ ਹੁਣ ਮਾਲਕ ਸੀ, ਰਾਜਾ ਸੀ, ਤੇ ਕਹਿਣ ਲੱਗੇ ਅਸੀਂ ਤੈਨੂੰ ਜੋਰੀ ਦਿੰਦੇ ਹਾਂ, ਹੋਰ ਦੱਸ ਤੈਨੂੰ ਕਿੰਨਾ ਪੈਸਾ ਚਾਹੀਦਾ ਹੈ। ਕਹਿਣ ਲੱਗਿਆ, ਤੂੰ ਮੇਰੇ ਨਾਨਕ ਜੀ ਦੇ ਨਹੀਂ ਸੀ ਮਾਰਨਾ, ਇਹਦੇ ਨਾਂ ਤਾਂ ਰਾਏ ਬੁਲਾਰ ਕਹਿੰਦਾ ਮੇਰੇ ਮਾਰ ਲੈਂਦਾ ਆ ਕੇ। ਰਾਏ ਬੁਲਾਰ ਜੀ ਕਹਿੰਦਾ ਮੇਰੇ ਮਾਰ ਲੈਂਦਾ, ਨਾਲੇ ਰਾਏ ਬੁਲਾਰ ਜੀ ਰੋਈ ਜਾਂਦਾ ਹੈ। ਕਹਿਣ ਲੱਗਾ, ਇਸ ਗੱਲ ਦਾ ਦੋਸ਼ ਮੈਨੂੰ ਲੱਗੇਗਾ, ਹੇ ਮਹਿਤਾ ਜੀ, ਮੇਰੇ ਰਾਜ ਦੇ ਵਿੱਚ ਐਡੇ ਪਰਮੇਸ਼ਰ ਰੂਪ ਦੇ ਉੱਪਰ ਐਡਾ ਜ਼ੁਲਮ ਹੋਇਆ ਹੈ। ਆਪਣੇ ਆਪ ਨੂੰ ਕੋਸਣ ਲੱਗ ਗਿਆ ਰਾਏ ਬੁਲਾਰ। ਤਾਂ ਇਸ ਪ੍ਰਕਾਰ ਮਹਿਤਾ ਕਾਲੂ ਜੀ ਕਹਿਣ ਲੱਗੇ, ਮੈਂ ਕੀ ਕਰਾਂ, ਕਿੱਧਰ ਨੂੰ ਜਾਵਾਂ, 20 ਰੁਪਏ ਦੇ ਕੇ ਵਪਾਰ ਕਰਨ ਵਾਸਤੇ ਭੇਜਿਆ ਸੀ, ਮੈਂ ਚਾਹੁੰਦਾ ਮੇਰੇ ਜਿੰਦੇ ਜੀ ਇਹ ਕੋਈ ਵਪਾਰ ਕਰ ਲੈਣ, ਕਾਮਯਾਬ ਹੋ ਜਾਣ, ਘਰ ਕਿਵੇਂ ਚੱਲੇਗਾ। ਤਾਂ ਰਾਏ ਬੁਲਾਰ ਜੀ ਕਹਿਣ ਲੱਗਿਆ, ਸਾਰੀ ਜ਼ਮੀਨ ਨਾ ਲਵਾ ਦਿਆਂ, ਸਾਰਾ ਧਨ ਪਦਾਰਥ ਨਾਨਕ ਜੀ ਦਾ, ਮੇਰਾ ਤਾਂ ਸਾਰਾ ਸੰਭਾਲ ਦਿੰਦਾ, ਹੋਰ ਦੱਸ ਕਿੰਨਾ ਪੈਸਾ ਚਾਹੀਦਾ, ਪਰ ਅੱਜ ਤੋਂ ਬਾਅਦ ਤੂੰ ਨਾਨਕ ਜੀ ਨੂੰ ਝਿੜਕੇਗਾ ਨਹੀਂ, ਮੇਰੇ ਨਾਲ ਬਚਨ ਕਰ। ਮਹਿਤਾ ਕਾਲੂ ਜੀ ਚੁੱਪ ਹੋ ਗਏ, ਹੁਣ ਕੀ ਕਰਨ, ਪਿਤਾ ਹਨ। ਸੋ ਇਸ ਪ੍ਰਕਾਰ ਫਿਰ ਮਹਿਤਾ ਕਾਲੂ ਜੀ ਨੂੰ ਜੋਰੀ ਪੈਸੇ ਦੇ ਦਿੱਤੇ, ਘਰ ਵਾਪਸ ਆ ਜਾਂਦੇ ਨੇ। ਪਿੰਡ 'ਚ ਗੱਲਾਂ ਹੋਣ ਲੱਗ ਪਈਆਂ, ਕਹਿਣ ਲੱਗੇ, ਦੇਖੋ ਮਹਿਤਾ ਕਾਲੂ ਜੀ ਐਡੇ ਧਨ ਦੇ ਲਾਲਚੀ ਨੇ, ਪਹਿਲਾਂ ਤਾਂ ਆਪਣੇ ਐਡੇ ਕੋਮਲ ਮੁਖੜੇ ਵਰਗੇ ਪੁੱਤਰ ਦੇ ਮੂੰਹ ਤੇ ਚਪੇੜਾਂ ਮਾਰੀਆਂ, ਫਿਰ ਰਾਏ ਬੁਲਾਰ ਜੀ ਤੋਂ ਧਨ ਵੀ ਲਿਆਂਦਾ। ਸੋ ਇਸ ਪ੍ਰਕਾਰ ਫਿਰ ਮਹਿਤਾ ਕਾਲੂ ਜੀ ਗਏ, ਹੇ ਰਾਏ ਜੀ, ਦੁਨੀਆ ਨਿੰਦਿਆ ਕਰਦੀ ਹੈ, ਮੈਂ ਆਪਣੇ ਪੁੱਤਰ ਦਾ ਭਲਾ ਹੀ ਚਾਹੁੰਦਾ ਹਾਂ, ਇਸ ਕਰਕੇ ਮੈਂ ਉਹਨਾਂ ਨੂੰ ਝਿੜਕਿਆ ਸੀ। ਤਾਂ ਫਿਰ ਰਾਏ ਬੁਲਾਰ ਜੀ ਲੈਂਦਾ ਨਹੀਂ ਸੀ। ਮਹਿਤਾ ਕਾਲੂ ਜੀ ਦਾ ਮਨ ਬੜਾ ਦੁਖੀ ਹੁੰਦਾ, ਕਹਿਣ ਲੱਗੇ, ਮੈਂ ਕੋਈ ਜ਼ਾਲਮ ਨਹੀਂ ਹਾਂ, ਮੈਨੂੰ ਪਤਾ ਮੇਰਾ ਪੁੱਤਰ ਹੈ, ਮੈਂ ਬਹੁਤ ਪਿਆਰ ਕਰਦਾ, ਪਰ ਮੈਂ ਚਾਹੁੰਦਾ ਕਿ ਉਹ ਦੁਨਿਆਵੀ ਤੌਰ ਤੇ ਕਾਮਯਾਬ ਹੋ ਜਾਣ, ਉਹਦਾ ਘਰ ਕਿਵੇਂ ਚੱਲੇਗਾ, ਮੈਂ ਸਦਾ ਤਾਂ ਨਹੀਂ ਬੈਠਾ ਰਹਿਣਾ। ਇਹ ਰਾਏ ਜੀ, ਸਾਰੀ ਦੁਨੀਆ ਦੇ ਬੱਚੇ ਕੰਮ ਕਰਦੇ ਨੇ, ਮੇਰਾ ਬੱਚਾ ਜਿੱਥੇ ਵੀ ਜਾਂਦਾ ਨੁਕਸਾਨ ਹੀ ਕਰਕੇ ਆਉਂਦਾ। ਸੋ ਇਸ ਪ੍ਰਕਾਰ ਫਿਰ ਰਾਏ ਬੁਲਾਰ ਜੀ ਨੇ ਕਿਹਾ, ਕਹਿਣ ਲੱਗੇ, ਨਹੀਂ ਤਾਂ ਮੈਂ ਆਪਣੇ ਘਰ ਹੀ ਰੱਖ ਲੈਂਦਾ। ਸੋ ਇਸ ਕਰਕੇ ਹੁਣ ਮਹਿਤਾ ਕਾਲੂ ਜੀ ਨੂੰ ਸਖਤ ਹਦਾਇਤ ਦਿੱਤੀ ਵੀ ਅੱਜ ਤੋਂ ਬਾਅਦ ਤੁਸੀਂ ਝਿੜਕਣਾ ਨਹੀਂ, ਨਾ ਮਾਰਨਾ ਹੈ। ਮਹਾਰਾਜ ਜੀ ਦਾ ਜਿੰਨਾ ਖਰਚਾ, ਜਿੰਨਾ ਨੁਕਸਾਨ, ਰਾਏ ਬੁਲਾਰ ਜੀ ਕਹਿੰਦਾ ਮੇਰੇ ਤੋਂ ਲੈ ਲਓ। ਫਿਰ ਇਸ ਤਰ੍ਹਾਂ ਇਹ ਜਿਹੜਾ ਸੱਚਾ ਸੌਦੇ ਵਾਲੀ ਇਹ ਸਾਖੀ ਹੈ, ਇੱਥੋਂ ਤੱਕ ਸੰਪੂਰਨ ਹੁੰਦੀ ਹੈ। ਕਿਉਂਕਿ 2 ਦਿਨ ਹੋ ਗਏ ਪ੍ਰਸੰਗ ਚੱਲਦੇ ਨੂੰ, ਇਸ ਕਰਕੇ ਸਮਾਂ ਵੀ ਜ਼ਿਆਦਾ ਹੋ ਗਿਆ। ਸੋ ਫਿਰ ਇਹ ਆਪਾਂ ਨੇ ਥੋੜ੍ਹਾ ਜਿਹਾ ਸੰਖੇਪ ਦੇ ਵਿੱਚ ਸਾਖੀ ਨੂੰ ਵਿਚਾਰਿਆ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।